ਤੁਹਾਨੂੰ ਲੱਗਦਾ ਇੱਕ ਪਾਸੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕਾਰਪੋਰੇਟ ਘਰਾਣਿਆਂ ਦਾ ਅੰਬਾਨੀ ਦਾ ਜੀਓ ਦਾ ਵਿਰੋਧ ਕਰ ਰਹੀਆਂ ਨੇ, ਦੂਜੇ ਪਾਸੇ ਜਿਹੜਾ ਬਿਜਲੀ ਵਿਭਾਗ ਆ ਪੰਜਾਬ ਦਾ ਉਹ ਕਹਿ ਰਿਹਾ ਵੀ ਤੁਸੀਂ ਜੀਓ ਦੇ ਸਿਮ ਵਰਤੋ। ਇਹ ਤੁਸੀਂ ਮੰਨਦੇ ਵੀ ਇਹ ਸਰਕਾਰ ਨੇ ਜੇਕਰ ਪ੍ਰਵਾਨਗੀ ਦਿੱਤੀ ਹੋਣੀ ਆ ਤਾਂ ਹੀ ਉਹਨਾਂ ਨੇ ਵਿਭਾਗ ਨੇ ਕਿਹਾ ਹੋਣਾ ਵੀ ਤੁਸੀਂ ਜੀਓ ਦੇ ਸਿਮ ਵਰਤੋ। ਵੈਸੇ ਮੈਂ ਅਜੇ ਤੁਹਾਡੇ ਕੋਲੋਂ ਸੁਣਿਆ, ਮੈਂ ਦੇਖਿਆ ਨਹੀਂ ਕਿਤੇ ਨਾ ਖਬਰ ਪੜ੍ਹੀ ਹੈ। ਜੇ ਕੀਤਾ ਤੇ ਗਲਤ। ਹੁਣ ਇਹਨਾਂ ਦੇ ਤਾਂ ਸਾਰੇ ਰੋਕ ਕੇ ਬੈਠੇ ਨੇ ਸਾਡੇ ਪੰਜਾਬ ਦੇ ਅੰਦਰ ਕਿ ਇਹਨਾਂ ਦੇ ਜਿਹੜੇ ਟਾਵਰ ਲੱਗੇ ਹੋ ਤੇ ਇਹਨਾਂ ਨੇ ਜੇ ਕੰਮ ਕੀਤਾ ਤੇ ਗਲਤ ਹੈ। ਸਾਡੀ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ। ਕਿਵੇਂ ਜਿੱਤੋਗੇ ਮੂਲ, ਕਿਸ ਤਰ੍ਹਾਂ ਜਿੱਤਿਆ ਜਾਵੇਗਾ? ਹੁਣ ਤਾਂ ਜਥੇਬੰਦੀਆਂ ਦੇ ਪ੍ਰਧਾਨ ਇਹ ਕਹਿਣ ਲੱਗੇ ਵੀ ਜੇਕਰ ਅਸੀਂ ਅੰਦੋਲਨ ਜਿੱਤਾਂਗੇ ਤਾਂ ਹੀ ਵਾਪਸ ਮੁੜਾਂਗੇ, ਸਾਡੀਆਂ ਜਿਹੜੀਆਂ ਦਿੱਲੀ ਤੋਂ ਡੈੱਡ ਬੋਡੀਆਂ ਵਾਪਸ ਆਉਣਗੀਆਂ ਪੰਜਾਬ ਦੇ ਲੀਡਰਾਂ ਦੇ ਕਈਆਂ ਦੇ ਬਿਆਨ ਨੇ ਇਹ ਜਥੇਬੰਦੀਆਂ ਦੇ ਪ੍ਰਧਾਨ। ਕਿਸ ਤਰ੍ਹਾਂ ਅੰਦੋਲਨ ਜਿੱਤੋਗੇ? ਜਿੱਤ ਕੇ ਆਵਾਂਗੇ ਤਾਂ ਘਬਰਾਓ ਨਾ ਤੁਸੀਂ, ਤੇ ਜੇ ਤਾਂ ਨਹੀਂ ਜਿੱਤੇ ਤੇ ਬਾਕੀ ਡੈੱਡ ਬੋਡੀਆਂ ਵਾਲੀ ਗੱਲ, ਠੀਕ ਹੈ ਨਾ। ਦੇਸ਼ ਬਣਨਾ ਮੁਸ਼ਕਲ ਹੈ। ਦੀਪ ਨੂੰ ਉਹਨਾਂ ਨੇ ਅੱਗੇ ਲਾਇਆ, ਦੀਪ ਨੂੰ ਕਲਾਕਾਰਾਂ ਨੇ ਆਗੂ ਬਣਾਇਆ, ਅਸੀਂ ਉਹਨਾਂ ਦਾ ਆਗੂ ਮੰਨਿਆ ਵੀ ਇਸ ਗਰੁੱਪ ਦਾ ਆਗੂ ਇਹ ਹੈ, ਠੀਕ ਹੈ ਜੀ। ਤੇ ਜਦੋਂ ਉਸ ਤੋਂ ਬਾਅਦ ਸਾਡਾ ਮੋਰਚਾ ਸ਼ੰਭੂ ਸ਼ੁਰੂ ਹੋਇਆ ਤੇ ਉਹਨੇ ਆ ਕੇ ਆਪਣੀ ਅਲੱਗ ਸਟੇਜ ਲਾ ਲਈ, ਉਹ ਸਾਡੇ ਖਿਲਾਫ ਬੋਲਣ ਲੱਗ ਗਿਆ, ਜਥੇਬੰਦੀਆਂ ਨੂੰ ਬਕਾਊ ਕਹਿਣ ਲੱਗ ਗਿਆ। ਲਗਾਤਾਰ ਲੱਖਾ ਸਿਧਾਣਾ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਟੇਜ ਆ ਦਿੱਲੀ ਵਾਲੀ ਉੱਥੋਂ ਬੋਲਦਾ ਰਿਹਾ, ਜਥੇਬੰਦੀ ਦੇ ਕਹਿਣ ਤੇ ਹੀ ਬੋਲਦਾ ਰਿਹਾ ਜੇ ਜਥੇਬੰਦੀਆਂ ਨੂੰ ਪ੍ਰਵਾਨਗੀ ਦਿੱਤੀਆਂ ਸੀ। ਪਰ ਹੁਣ ਇੱਕ ਲੱਖ ਪਾਸਾ ਵੱਟ ਜਾਣਾ, ਇਹ ਵੀ ਨੌਜਵਾਨਾਂ ਦੇ ਸਵਾਲ ਨੇ ਕਿ ਲੱਖਾ ਸਿਧਾਣਾ ਤੋਂ ਕਿਉਂ ਪਾਸਾ ਵੱਟਿਆ, ਕਿਉਂ ਨਹੀਂ ਮਦਦ ਕਰ ਰਹੀਆਂ ਜਥੇਬੰਦੀਆਂ, ਜਦੋਂ ਬਾਕੀ ਨੌਜਵਾਨ ਨੂੰ ਜੇਲ੍ਹ ਤੋਂ ਲਿਆ ਰਹੀਆਂ ਨੇ, ਬਾਹਰ ਜ਼ਮਾਨਤਾਂ ਕਰਵਾ ਰਹੀਆਂ ਨੇ। ਹੁਣ ਸਿਧਾਣਾ ਲੱਖਾ ਸਾਡੇ ਹੱਕ 'ਚ ਬੋਲਿਆ ਸਾਰੀਆਂ ਜਥੇਬੰਦੀਆਂ ਦੇ ਉੱਤੇ, ਔਰ ਮੋਰਚੇ ਦੇ ਹੱਕ 'ਚ ਬੋਲਿਆ। ਅਸੀਂ ਕਹਿੰਦੇ ਉਹ ਕੋਈ ਵਿਰੋਧ ਨਹੀਂ ਹੈਗਾ। ਜਿਹੜਾ ਬੰਦਾ ਸਾਡੇ ਅੰਦੋਲਨ ਦੇ ਖਿਲਾਫ ਬੋਲੂਗਾ, ਸਾਡੇ ਖਿਲਾਫ ਬੋਲੂਗਾ, ਅਸੀਂ ਚੱਲ ਉਹਨੂੰ ਇੰਨਾ ਵੀ ਆਪਣਾ ਨਹੀਂ ਕਹਿ ਸਕਦੇ, ਅਸੀਂ ਉਹਨੂੰ ਬਾਲਾ ਗਦਾਰ ਵੀ ਨਹੀਂ ਕਹਿ ਸਕਦੇ ਤੇ ਵਿਰੋਧੀ, ਜੋ ਉਹ ਸਾਨੂੰ ਇੱਥੇ ਬਹੁਤ ਵੱਧ ਤੋਂ ਵੱਧ ਬੋਲਦਾ, ਅੱਧ ਤੋਂ ਵੱਧ ਬੋਲਿਆ। ਠੀਕ, ਉਹਦੀਆਂ ਗਲਤੀਆਂ ਹਨ, ਦਿੱਤੀਆਂ ਬਹੁਤ ਵੱਡੀਆਂ ਗਲਤੀਆਂ ਨੇ। ਉਦੋਂ ਵੀ ਉਹਨੇ ਜ਼ਿਆਦਾ ਭੜਕਾਇਆ ਲੋਕਾਂ ਨੂੰ ਉੱਤੇ ਆ ਕੇ, ਜਿਹਦੇ ਨਾਲ ਅੰਦੋਲਨ ਨੂੰ ਵੱਡੀ ਸੱਟ ਵੱਜੀ। ਫਿਰ ਜਥੇਬੰਦੀਆਂ ਕਿਉਂ ਨਹੀਂ ਸਪੋਰਟ ਕਰ ਰਹੀਆਂ? ਫਿਰ ਲੱਖੇ ਸਿਧਾਣੇ ਦੇ ਕਿਉਂ ਨਹੀਂ ਕਾਨੂੰਨੀ ਪੈਰਵਾਈ ਕਰ ਰਹੀਆਂ? ਜੇਕਰ ਤੁਸੀਂ ਕਹਿੰਦੇ ਕੋਈ ਮਾੜੀ ਗੱਲ ਨਹੀਂ ਕੀਤੀ ਹੈਗੀ, ਸੰਘਰਸ਼ ਨੂੰ ਕੋਈ ਖਰਾਬ ਕਰਨ ਦਾ ਕੋਈ ਯਤਨ ਨਹੀਂ ਕੀਤਾ, ਹਾਲਾਂਕਿ ਜੋੜਿਆ, ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਉਹ ਧਰਨੇ 'ਚ ਬੈਠਾ ਸੀ, ਮੈਂ ਦੇਖਿਆ ਨੇ ਤਸਵੀਰਾਂ ਉਹਨਾਂ ਦੀ ਵੀਡੀਓ। ਪਰ ਕਿਉਂ ਨਹੀਂ ਫਿਰ ਹੁਣ ਸੰਯੁਕਤ ਮੋਰਚੇ ਨਾਲ ਦੀ ਮਦਦ ਕਰੇ? ਕਿਉਂਕਿ ਉਹਦੇ ਨਾਲ ਲੱਖਾਂ ਨੌਜਵਾਨ ਨੇ ਰੈਲੀ ਬਠਿੰਡੇ ਕਰਕੇ ਦਿਖਾਈ ਉਹਨੇ, ਕਾਫੀ ਵੱਡੀ ਤਾਦਾਦ ਦੇ ਵਿੱਚ ਉਹਦੇ ਨਾਲ ਨਹੀਂ। ਲੱਖੇ ਸਿਧਾਣੇ ਦਾ ਕਿੰਨੇ ਪਾਸਾ ਵੱਟਿਆ ਮੈਨੂੰ ਤੇ ਪਤਾ ਨਹੀਂ ਲੱਗਦਾ, ਪਤਾ ਨਹੀਂ ਕੌਣ ਪ੍ਰਚਾਰ ਕਰ ਰਿਹਾ, ਕੋਈ ਵੀ ਨਹੀਂ ਵੱਟਿਆ। ਮੈਨੂੰ ਤਾਂ ਜਿੰਨੇ ਚੈਨਲ ਵਾਲਿਆਂ ਤੁਹਾਡੇ ਵਾਲਿਆਂ ਨੇ ਪੁੱਛਿਆ ਅਸੀਂ ਤੇ ਇੱਕ ਲੱਖ ਵੀ ਕੋਈ ਨਹੀਂ, ਸਾਡੇ ਬੋਲ ਕੇ ਜਾਂਦਾ ਰਸਤੇ ਚੱਲ ਸਾਡੇ ਨਾਲ ਆ। ਦੇਖੋ ਠੀਕ ਹੈ, ਉੱਤੇ ਪਰਚਾ ਹੋ ਗਿਆ, ਉਹ ਸਾਡੀਆਂ ਟੀਮਾਂ ਬਣੀਆਂ ਨੇ, ਠੀਕ ਹੈ ਕਿ ਨਹੀਂ। ਲੀਗਲ ਜਿੰਨੀਆਂ ਨੇ ਟੀਮਾਂ ਉਹ ਹਰ ਇੱਕ ਜਿੱਤੇ ਪਰਚਾ ਹੋਇਆ ਹੈ ਉਹਦੀ ਉਹ ਕਾਰਵਾਈ ਸਾਰੀਆਂ ਕਰ ਰਹੀਆਂ ਨੇ, ਜਿਹੜੇ ਅੰਦਰ ਨੇ ਉਹਨਾਂ ਨੂੰ ਛੁਡਾ ਰਹੇ ਨੇ। ਕਈਆਂ ਦੀਆਂ ਮੇਰੇ ਖਿਆਲ ਜ਼ਮਾਨਤਾਂ ਵੀ ਹੋ ਗਈਆਂ। ਇੱਕ ਵੀ ਜਿਹੜਾ ਲਫ਼ਜ਼ ਆ ਉਹਨਾਂ ਨੇ ਕਿਸਾਨੀ ਦੇ ਉਲਟ ਨਹੀਂ ਕਿਹਾ, ਉਹਨਾਂ ਨੌਜਵਾਨਾਂ ਨੂੰ ਇਹੀ ਸੁਨੇਹਾ ਦਿੱਤਾ ਕਿ ਆਪਾਂ ਨੇ ਮੋਰਚੇ ਦੇ ਨਾਲ ਚੱਲਣਾ, ਜਥੇਬੰਦੀਆਂ ਦੇ ਨਾਲ ਮਿਲ ਕੇ ਚੱਲਣਾ। ਪਰ ਕਈ ਕਾਮਰੇਡ ਨੇ ਜਿਹੜੇ ਜਥੇਬੰਦੀਆਂ ਦੇ ਪ੍ਰਧਾਨ ਨੇ, ਉਹ ਗਦਾਰ ਤੱਕ ਕਹਿ ਦਿੰਦੇ, ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ। ਪਰ ਆਖਰ ਸਟੇਜ ਤਾਂ ਕਿਸਾਨ ਸੰਯੁਕਤ ਮੋਰਚੇ ਦੇ ਪ੍ਰਭਾਵ ਤਾਂ ਪੈਂਦਾ, ਫਿਰ ਨੌਜਵਾਨੀ ਤੇ ਵੀ ਅਸਰ ਪੈਂਦਾ ਉੱਤੇ। ਚਾਹੇ ਲੱਗਾ ਹੈ, ਚਾਹੇ ਦੀਪ ਆ, ਚਾਹੇ ਕੋਈ ਹੋਰ ਹੋਵੇ, ਅਸੀਂ ਕਿਸੇ ਨੂੰ ਅੱਜ ਤੱਕ ਨਾ ਗਦਾਰ ਕਿਹਾ ਨਾ ਕਹਿਣਾ ਹੈ। ਜਿਵੇਂ ਤੁਸੀਂ ਪਹਿਲਾਂ ਅਕਾਲੀ ਦਲ ਦੀ ਗੱਡੀ ਚੜ੍ਹੇ ਹੋਏ ਸੀ ਉਹਨਾਂ ਲਈ, ਐਤਕੀ ਕਿਸੇ ਪਾਰਟੀ ਦੀ ਗੱਡੀ ਚੜ੍ਹੋਗੇ ਜਾਂ ਫਿਰ ਕਿਸਾਨੀ ਦੇ ਹੱਕ ਦੇ ਵਿੱਚ ਲੀਡਰਾਂ ਨੂੰ ਸਵਾਲ ਪੁੱਛੋਗੇ ਵੀ ਕੀ ਕਰਿਆ ਤੁਸੀਂ ਇੰਨੇ ਸਾਲਾਂ 'ਚ ਲੁੱਟਿਆ ਸੀ? ਨਹੀਂ, ਸਾਡਾ ਕੋਈ ਇਰਾਦਾ ਨਹੀਂ ਇਲੈਕਸ਼ਨ ਲੜਨ ਦਾ। ਮੈਂ ਕਿੱਦਾਂ ਤੋਂ ਕਈ ਵਾਰ ਗੱਲ ਕਹਿ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਅਸੀਂ ਅੱਜ ਕਿਸਾਨੀ ਮੁੱਦੇ ਤੇ ਗੱਲ ਕਰਾਂਗੇ। ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਕਿਸਾਨ ਡਟੇ ਹੋਏ ਨੇ, 100 ਦਿਨ ਤੋਂ ਜਿਹੜਾ ਇਹ ਦਿੱਲੀ ਵਾਲਾ ਮੋਰਚਾ ਉੱਪਰ ਪਹੁੰਚ ਗਏ, ਪਰ ਫਿਰ ਵੀ ਸਰਕਾਰ ਨਹੀਂ ਮੰਨ ਰਹੀ ਹੈਗੀ, ਜਿੱਦ ਤੇ ਅੜੀ ਹੋਈ ਹੈ। ਸਿਰਫ ਇਹੀ ਗੱਲ ਕਹਿ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਵਾ ਲੈਣ। ਇਹ ਜਥੇਬੰਦੀਆਂ ਨਹੀਂ ਮੰਨ ਰਹੀਆਂ, ਪਰ ਜਥੇਬੰਦੀਆਂ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਨੇ ਸਮੇਂ ਤੱਕ ਜਿਹੜਾ ਇਹ ਸੰਘਰਸ਼ ਜਾਰੀ ਰਹੇਗਾ। ਸਾਡੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਮੰਚ ਦੇ ਪ੍ਰਧਾਨ ਨੇ ਬੂਟਾ ਸਿੰਘ ਸਾਦੀਪੁਰੋਣੀ, ਗੱਲਬਾਤ ਕਰਾਵਾਂਗੇ। ਲੰਬੇ ਸਮੇਂ ਤੋਂ ਵੀ ਮੋਰਚੇ ਦੇ ਵਿੱਚ ਡਟੇ ਹੋਏ ਨੇ, ਲਗਾਤਾਰ ਮੋਰਚੇ ਦੀ ਅਗਵਾਈ ਕਰ ਰਹੇ ਨੇ ਆਪਣੀ ਜਥੇਬੰਦੀ ਦੇ ਵੱਲੋਂ। ਹਰਿਆਣੇ ਦੇ ਵਿੱਚ ਵੀ ਇਹਨਾਂ ਦੀ ਜਥੇਬੰਦੀ ਕੰਮ ਕਰ ਰਹੀ ਹੈ। ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਜਾਏਗਾ ਇਹ ਮੋਰਚਾ, ਕਿੱਧਰ ਨੂੰ ਜਾਏਗਾ ਇਹ ਮੋਰਚਾ। ਸਿਆਸੀ ਹਵਾ ਹੀ ਬਦਲੇਗਾ ਪੰਜਾਬ ਤੋਂ ਇਲਾਵਾ ਪੂਰੇ ਮੁਲਕ ਦੀ, ਇਹ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਅੱਜ ਇਹਨਾਂ ਨੂੰ ਸਿੱਧੇ ਸਵਾਲ ਹੋਣਗੇ ਲੋਕਾਂ ਦੇ। ਲੋਕ ਵੀ ਪੁੱਛਦੇ ਨੇ ਕਿ ਜਥੇਬੰਦੀਆਂ ਦੇ ਪ੍ਰਧਾਨ ਕੀ ਰਣਨੀਤੀ ਦੇ ਰਹੇ ਨੇ ਕਿਸਾਨਾਂ ਦੇ ਲਈ, ਤਾਂ ਕਿ ਸਰਕਾਰ ਝੁਕੇ, ਇਹਨਾਂ ਕਾਨੂੰਨਾਂ ਨੂੰ ਰੱਦ ਕਰੇ, ਇਹਨਾਂ ਕਾਨੂੰਨਾਂ ਤੋਂ ਕੋਈ ਛੁਟਕਾਰਾ ਮਿਲੇ। ਗੱਲਬਾਤ ਕਰਦੇ ਹਾਂ। ਬੂਟਾ ਜੀ,
ਪਹਿਲਾ ਸਵਾਲ ਮੇਰਾ ਇਹੀ ਹੈ, ਤੁਹਾਡੀ ਏਕਤਾ ਮੰਚ ਜਿਹੜੀ ਜਥੇਬੰਦੀ ਆ ਕਿੱਥੇ ਕੰਮ ਕਰਦੀ ਆ, ਕਿੰਨੇ ਹੁਣ ਤੱਕ ਪ੍ਰਧਾਨ ਬਣੇ ਨੇ, ਕਿੰਨੇ ਤੁਹਾਡੇ ਨਾਲ ਕਿਸਾਨ ਜੁੜੇ ਹੋਏ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ, ਇਹ ਜਥੇਬੰਦੀ ਸਾਡੀ 3 ਸਾਲ 4 ਸਾਲ ਪਹਿਲਾਂ ਸ਼ੁਰੂ ਕਰਿਆ ਸੀ ਕੰਮ 17 ਦੇ ਵਿੱਚ। ਉਸ ਤੋਂ ਪਹਿਲਾਂ ਭਾਊ ਭਾਈਚਾਰਾ ਬਣਿਆ ਸਰਦਾਰ ਬਲਵਿੰਦਰ ਸਿੰਘ ਜੀ ਠੇਕੇਦਾਰ ਸਾਹਿਬ, ਉਹਨਾਂ ਨੇ ਭਾਊ ਭਾਈਚਾਰਾ ਬਣਾਇਆ ਜਿਹਦੇ ਰਾਹੀਂ ਰਾਸ਼ਨ ਵੰਡਦੇ ਸੀ, ਤੇ ਉਹਨਾਂ ਨੇ ਮੈਨੂੰ ਨਾਲ ਜੋੜਿਆ ਆਪਣੇ। ਉਹ ਪ੍ਰਧਾਨ ਸੀਗੇ ਤੇ ਮੈਨੂੰ ਸਕੱਤਰ ਜਨਰਲ ਉਹਨਾਂ ਨੇ ਉਹਦਾ ਬਣਾਇਆ, ਤੇ ਉਹਦੇ ਤੌਰ ਤੇ ਅਸੀਂ ਉਹਦੇ ਵਿੱਚ ਇਕੱਠਾ ਕੰਮ ਕਰਦੇ ਰਹੇ। ਤੇ ਇੱਕ ਦਿਨ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੇ ਮਾਮਾ ਜੀ ਨੇ, ਤੇ ਇਹਨਾਂ ਨੇ ਕੋਈ ਪ੍ਰੋਗਰਾਮ ਲਿਖ ਕੇ ਮੈਨੂੰ ਇੱਕ ਕਿਸਾਨ ਵਿੰਗ ਦਾ ਪ੍ਰਧਾਨ ਬਣਾ ਦਿੱਤਾ। ਉਹਦੀ ਮੁੱਖ ਜ਼ਿੰਮੇਵਾਰੀ ਇਹਨਾਂ ਮੈਨੂੰ ਦਿੱਤੀ। ਉਹ ਕਿਸਾਨ ਵਿੰਗ ਦੇ ਤੌਰ ਤੇ ਮੈਂ ਕਾਫੀ ਦੇਰ ਕੰਮ ਕੀਤਾ ਉਹਦੇ 'ਚ। ਇਹ ਗੱਲ ਆ ਆਪਣਾ 7 ਦੇ ਕਰੀਬ ਦੀ, 6 ਦੀ ਆ। 6 'ਚ ਭਾਊ ਭਾਈਚਾਰਾ ਬਣਿਆ ਤੇ ਬਲਵਿੰਦਰ ਨੇ ਠੇਕੇਦਾਰ ਸਾਹਿਬ ਨੂੰ ਜੁਆਇਨ ਕਰਾਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਇਹ ਪਹਿਲਾਂ ਕਾਂਗਰਸ ਸੀਗੇ, ਮੈਂ ਅਕਾਲੀ ਦਲ ਸੀਗਾ। ਤੇ ਉੱਥੇ ਬਾਦ ਸਾਹਿਬ ਅਨਾਉਂਸ ਕਰ ਗਏ ਵੀ ਇਹ ਰਾਸ਼ਨ ਜਿਹੜਾ ਹੈ, ਜੇ ਸਾਡੀ ਸਰਕਾਰ 7 'ਚ ਆ ਗਈ ਅਸੀਂ ਵੰਡਾਂਗੇ। ਤੇ ਜਦੋਂ 7 ਦੀ ਸਰਕਾਰ ਬਣ ਗਈ ਤੇ ਉਦੋਂ ਰਾਸ਼ਨ ਜਿਹੜਾ ਵੰਡਣ ਦਾ ਕੰਮ ਹੈ ਉੱਥੋਂ ਅਸਲ 'ਚ ਸ਼ੁਰੂ ਹੋਇਆ ਸੀ। ਉਦੋਂ ਬਾਦਲ ਸਰਕਾਰ ਨੇ ਇਹਨੂੰ ਅਪਣਾਇਆ ਤੇ ਇਹ ਸ਼ੁਰੂ ਹੋਇਆ। ਮੇਰੇ ਖਿਆਲ ਮੈਂ ਇਹ ਕਹਿ ਸਕਦਾ ਕਿ ਠੇਕੇਦਾਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀ ਪਹਿਲਾਂ, ਤੇ ਉਹ ਸਰਕਾਰ ਨੇ ਅਪਣਾ ਲਿਆ। ਉਸ ਤੋਂ ਬਾਅਦ ਠੇਕੇਦਾਰ ਸਾਹਿਬ ਬਾਹਰ ਨੂੰ ਚਲੇ ਗਏ। ਉਹ ਰਾਸ਼ਨ ਵੰਡਣ ਦੇ ਕੰਮ ਸੀ ਉਹ ਰੁਕ ਗਿਆ। ਤੇ ਜਿਹੜਾ ਕਿਸਾਨ ਵਿੰਗ ਸੀ ਇਹਨਾਂ ਦਾ, ਅੰਤਰਰਾਸ਼ਟਰੀ ਕਿਸਾਨ ਵਿੰਗ ਸੀ, ਉਹਦਾ ਨਾਂ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੀ, ਤੇ ਅੰਤਰਰਾਸ਼ਟਰੀ ਉਹ ਕਿਸਾਨ ਵਿੰਗ ਦਾ ਨਾਂ ਸੀਗਾ। ਅਸੀਂ ਉਹਦੇ ਤੌਰ ਤੇ ਥੋੜ੍ਹਾ ਬਹੁਤਾ ਕੰਮ ਫਿਰ ਕਰਦੇ ਰਹੇ। ਜਦੋਂ ਕੰਮ ਰੁਕ ਗਿਆ ਸਾਰਾ, ਜਥੇਬੰਦੀ ਰੁਕ ਗਈ ਇੱਕ ਵਾਰ ਉਹ, ਤੇ ਅਸੀਂ ਮਾੜਾ ਮੋਟਾ ਉਹਦੇ ਜ਼ਰੀਏ ਕਿਸਾਨੀ ਮਸਲਿਆਂ ਨੂੰ ਮੈਂ ਚੁੱਕਦਾ ਰਿਹਾ। ਤੇ ਉਹਦੇ ਵਿੱਚ ਹੀ ਅਸੀਂ ਇੱਕ ਵਾਰ, ਮੈਂ ਜਦੋਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਸੀ, ਉਹਦੇ ਸੰਬੰਧ ਵਿੱਚ ਵੀ ਮੈਂ ਲੱਖੋਵਾਲ ਸਾਹਿਬ ਨੂੰ ਇੱਕ ਵਾਰ ਮਿਲਿਆ। ਬਈ ਉਦੋਂ ਮੈਂ ਡਾਇਰੈਕਟਰ ਸੀਗਾ ਪਨ ਸੀਡ ਦਾ, ਲੱਖੋਵਾਲ ਸਾਹਿਬ ਮੰਡੀ ਬੋਰਡ ਦੇ ਚੇਅਰਮੈਨ ਸੀ। ਤੇ ਉੱਥੇ ਮੇਰੇ ਨਾਲ ਕਿਸੇ ਸਾਥੀ ਨੇ ਗੱਲ ਕੀਤੀ ਵੀ ਤੁਸੀਂ ਚੱਲਦੇ ਤਾਂ ਇਹ ਮੁੱਦਾ ਇੱਕੋ ਹੀ ਹੈ, ਤੇ ਪਰ ਤੁਸੀਂ ਅਲੱਗ-ਅਲੱਗ ਸਾਰੀਆਂ ਜਥੇਬੰਦੀਆਂ ਨੇ ਲੜਾਈ ਲੜਦੀਆਂ ਤੇ ਉਹਦਾ ਫਾਇਦਾ ਨਹੀਂ ਹੁੰਦਾ, ਤੇ ਇਕੱਠੇ ਕਿਉਂ ਨਹੀਂ ਕਰਦੇ? ਮੈਂ ਕਿਹਾ ਚਲੋ ਆਪਾਂ ਹੁਣ ਹੀ ਦੇਖ ਲੈਂਦੇ ਹਾਂ। ਮੈਂ ਆਪਣੇ ਦਫ਼ਤਰ ਤੋਂ ਫੋਨ ਕਰਕੇ ਪਤਾ ਕੀਤਾ, ਲੱਖੋਵਾਲ ਸਾਹਿਬ ਆਪਣੇ ਦਫ਼ਤਰ ਸੀ, ਅਸੀਂ ਉੱਥੇ ਚਲੇ ਗਏ। ਮੈਂ ਉੱਥੇ ਚਲਾ ਗਿਆ ਇਹਨਾਂ ਕੋਲੇ, ਤੇ ਇਹਨਾਂ ਨਾਲ ਗੱਲ ਕਰੀ। ਉਹ ਗੱਲ ਕਿਸੇ ਸਿਰੇ ਨਾ ਲੱਗ ਸਕੀ। ਉਦੋਂ ਹੀ ਮੈਂ ਬੈਰੂ ਸਾਹਿਬ ਨਾਲ ਵੀ ਗੱਲ ਕੀਤੀ, ਮੇਰੀ ਡਕੌਂਦਾ ਵਾਲਿਆਂ ਨਾਲ ਵੀ ਗੱਲ ਹੋਈ। ਇਹਨਾਂ ਦਾ ਕਰਨੈਲ ਸਿੰਘ ਲੰਘ ਮੇਰੇ ਕੋਲ ਗਿਆ ਦਫ਼ਤਰ 'ਚ, ਉੱਥੇ ਗੱਲਬਾਤ ਚੱਲੀ, ਤੇ ਨਾ ਕੋਈ ਕਿਸੇ ਪਾਸਿਓਂ ਸਿਰੇ ਲੱਗੀ ਗੱਲ। ਫਿਰ ਸਾਡੀ ਸਿੱਧੂਪੁਰ ਗਰੁੱਪ ਦੇ ਨਾਲ ਉਹ ਚੱਲੀ। ਅਸੀਂ ਰਾਸ਼ਟਰੀ ਕਿਸਾਨ ਮਹਾਸੰਘ ਦੇ ਤੌਰ ਤੇ ਇਕੱਠੇ ਚੱਲਦੇ ਰਹੇ, ਪਰ ਇਹਨਾਂ ਵੀ ਉਹ ਪੂਰਾ ਉੱਭਰ ਕੇ ਜ਼ਿਆਦਾ ਹੀ ਨਾ ਅੱਗੇ ਚੱਲ ਸਕੇ। ਉਹਦੇ ਵਿੱਚ ਹੌਲੀ ਹੌਲੀ ਕੋਈ ਪ੍ਰੋਬਲਮ ਆਈ ਕਿਤੇ ਜਾ ਕੇ ਮੈਨੂੰ, ਕਿਸਾਨ ਵਿੰਗ ਦੇ ਤੌਰ ਤੇ ਕਿਤੇ ਮੈਂ ਕੋਈ ਪ੍ਰੈਸ ਨੋਟ ਭੇਜਿਆ ਤੇ ਉਹਦੇ ਉੱਤੇ ਕਿਸੇ ਨੇ ਟੀਕਾ ਟਿੱਪਣੀ ਜੀ ਕਰ ਦਿੱਤੀ ਵੀ ਇਹ ਤਾਂ ਵਿੰਗ ਹੈ ਜੀ, ਇਹ ਮਤਲਬ ਇਹ ਪ੍ਰੈਸ ਨੋਟ ਨਹੀਂ ਭੇਜ ਸਕਦੇ। ਤੇ ਮੇਰੇ ਕੋਲ ਉਹਨਾਂ ਦਾ ਮੈਸੇਜ ਆ ਗਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਰਹਿਣ ਦਿਓ, ਨਹੀਂ ਜਾ ਸਕਦਾ ਤਾਂ ਹੈ, ਇਹਦਾ ਹੀਲਾ ਕਰ ਲੈਂਦੇ ਹਾਂ ਕੋਈ। ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਦੇ ਨਾਲ ਵਿਚਾਰ ਕਰਕੇ ਤੇ ਅਸੀਂ ਇਹ ਭਾਰਤੀ ਕਿਸਾਨ ਮੰਚ ਬਣਾ ਲਿਆ। ਇਹ ਬਣਾਇਆ ਅਸੀਂ 17 ਦੀ ਇਲੈਕਸ਼ਨ ਤੋਂ ਬਾਅਦ। ਮੈਂ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ, ਤੇ ਅਸਤੀਫਾ ਦੇ ਕੇ ਅਸੀਂ ਭਾਰਤੀ ਕਿਸਾਨ ਮੰਚ ਤਿਆਰ ਕਰ ਲਿਆ। ਤੇ ਫਿਰ ਉਸ ਤੋਂ ਬਾਅਦ ਭਾਰਤੀ ਕਿਸਾਨ ਮੰਚ ਨੂੰ 3 ਸਾਲ ਹੀ ਕੰਮ ਕਰਦਿਆਂ ਨੂੰ ਹੋਏ ਆ। ਤੇ ਉਹਦੇ ਵਿੱਚ ਅਸੀਂ ਹਰਿਆਣੇ ਵਿੱਚ ਵੀ ਆਪਣੀ ਜਥੇਬੰਦੀ ਵੈਸੇ ਤਿਆਰ ਕੀਤੀ, ਤੇ ਪੰਜਾਬ ਦੇ ਵਿੱਚ ਵੀ ਬਹੁਤਾ ਕੰਮ ਅਸੀਂ ਪਟਿਆਲੇ 'ਚ ਹੀ ਕੀਤਾ। ਤੇ ਇਸ ਤੋਂ ਅੱਗੇ ਆਪਣਾ ਬਰਨਾਲੇ ਤੋਂ ਪ੍ਰਧਾਨ ਹੈਗਾ ਸਾਡਾ, ਸੰਗਰੂਰ ਤੋਂ ਹੈਗਾ। ਤੇ ਇਹ ਜ਼ਿਆਦਾਤਰ ਮਤਲਬ ਇੱਥੇ ਹੀ ਸੀ ਅਜੇ। ਕਿੰਨੇ ਜਿਹੜਾ ਸਮਾਂ ਤਾਂ ਬਹੁਤ ਘੱਟ ਹੀ ਹੋਇਆ, 3 ਸਾਲ। ਕਿੰਨੇ ਕਿਸਾਨ ਤੁਹਾਡੇ ਨਾਲ ਜਥੇਬੰਦੀ ਨਾਲ ਜੁੜ ਚੁੱਕੇ ਹੁਣ ਤੱਕ? ਵੇਖੋ, ਕਿਸਾਨ ਤਾਂ ਇਹਦੇ ਵਿੱਚ ਹੁਣ ਅਣਗਿਣਤ ਵਾਲੀ ਗੱਲ ਹੈ ਜੀ। ਕਿਸਾਨਾਂ ਦਾ ਜਿਹੜਾ ਸਿਸਟਮ ਹੈ, ਅਸੀਂ ਆਪਣੇ ਵਧੀਆ ਢੰਗ ਤਰੀਕੇ ਨਾਲ ਲੋਕਾਂ ਦੇ ਮਸਲੇ ਜਿਹੜੇ ਨੇ ਉਠਾਉਂਦੇ ਰਹੇ ਹਾਂ, ਤੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਮੈਂ ਪਹੁੰਚਦਾ ਰਿਹਾ। ਕਿਉਂਕਿ ਮੇਰੀ ਰੂਟੀਨ ਜਿਹੜੀ ਬਣੀ ਸੀ ਪਹਿਲੋਂ ਲੈ ਕੇ ਰਾਜਸੀ ਤੌਰ ਤੇ ਲੋਕਾਂ ਨਾਲ ਵਿਚਰਨਾ, ਮੇਰਾ ਕਾਫੀ ਲੋਕਾਂ ਦੇ ਨਾਲ ਤਾਲਮੇਲ ਸੀ। ਉਹਦੇ ਮੁਤਾਬਕ ਬਹੁਤ ਵੱਡੇ ਪੱਧਰ ਤੇ ਲੋਕ ਸਾਡੇ ਨਾਲ ਜੁੜੇ ਆ, ਤੇ ਉਹ ਸਾਡੇ ਨਾਲ ਉਹ ਤਾਲਮੇਲ ਕਰਦੇ ਨੇ, ਸਹਿਯੋਗ ਕਰਦੇ ਨੇ। ਅਸੀਂ ਉਹਨਾਂ ਦੇ ਹਰ ਇੱਕ ਮਸਲੇ ਦੇ ਵਿੱਚ ਖੜਦੇ ਹਾਂ ਜਾ ਕੇ। ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਲੋਕ ਚੱਲ ਰਹੇ ਨੇ, ਤੇ ਵਧੀਆ ਪੱਧਰ ਤੇ ਲੋਕ ਸਾਡੇ ਨਾਲ ਜੁੜੇ ਆ। ਤੇ ਅਗਾਂਹ ਹੋਰ ਜਿਹੜਾ ਨਵਾਂ ਆ, ਉਹ ਅਸੀਂ ਲੋਕਾਂ ਨੂੰ ਹੁਣ ਤਾਂ ਵੇਖੋ ਲਹਿਰ ਹੀ ਅੱਜ ਤੇ ਲਹਿਰ ਹੀ ਕਿਸਾਨੀ ਦੀ ਹੈ। ਜੇ ਮੈਂ ਇੱਕ ਗੱਲ ਕਰ ਲਈਏ ਨਾ ਆਪਾਂ, ਵੀ ਅਸੀਂ ਜਿਸ ਦਿਨ ਦਿੱਲੀ ਨੂੰ ਜਾਣਾ ਸੀ, ਇਹ 26 ਨਵੰਬਰ ਨੂੰ ਅਸੀਂ ਮੀਟਿੰਗ ਹੋਈ ਸਾਡੀ ਕੁਛ ਚਿਰ ਪਹਿਲਾਂ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਈ ਜਦੋਂ, ਤੇ ਉਹਦੇ ਵਿੱਚ ਅਸੀਂ
ਇਹ ਟਰਾਲੀਆਂ ਬਕਾਇਦਾ ਲਾਈਆਂ ਵੀ ਕਿਹੜੀ ਜਥੇਬੰਦੀ ਕਿੰਨੀਆਂ ਟਰਾਲੀਆਂ ਲੈ ਕੇ ਆਊਗੀ, ਕਿੰਨੇ ਬੰਦੇ ਲੈ ਕੇ ਆਊਗੀ, ਬੰਦਾ 2000 ਹੋਊਗਾ, 1000 ਹੋਊਗਾ, 500 ਹੋਊਗਾ, ਕਿੰਨਾ ਹੋਊਗਾ ਹਰ ਜਥੇਬੰਦੀ ਦਾ, ਉਹਦੇ ਮੁਤਾਬਕ ਅਸੀਂ ਗਿਣਤੀ ਮਿਣਤੀ 'ਚ ਚੱਲੇ। ਤੇ ਜਿਸ ਦਿਨ ਇਹ 26 ਨਵੰਬਰ ਆਈ ਉਸ ਦਿਨ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਦੁਨੀਆ ਕਿੰਨੀ ਕੁ ਆ। ਸਾਡੇ ਜਿਹੜੇ ਅੰਕੜੇ ਸੀ ਉਹ ਬਹੁਤ ਪਿਛਾਂ ਰਹਿ ਗਏ, ਲੋਕ ਆਪ ਮੁਹਾਰੇ ਚੱਲੇ। ਤੇ ਉਸੇ ਤਰ੍ਹਾਂ ਹੀ ਲੋਕ ਅੱਜ ਸਾਰੇ ਪੰਜਾਬ ਦੇ ਵਿੱਚੋਂ ਮਤਲਬ ਹੁਣ ਮੇਰੇ ਕੋਲ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿਉਂਕਿ ਦਿੱਲੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤਾਂ ਮੈਂ ਥੋੜ੍ਹੇ ਦਿਨਾਂ ਵਾਸਤੇ ਆਇਆ ਸੀਗਾ, ਆਪਣੇ ਕੰਮਕਾਰ ਸੀ ਕਹੀਂ, ਉੱਥੇ ਮੇਰੇ ਸਾਥੀ ਹਨ ਬਲਵਿੰਦਰ ਲੌਰੀਆ ਜੀ, ਉਹ ਸਾਂਭ ਰਹੇ ਨੇ ਸਾਰਾ ਪਿੱਛੇ ਕੰਮ। ਤੇ ਮੈਂ ਆਇਆ ਸੀ ਇੱਥੇ, ਤੇ ਹੁਣ ਇੰਨੇ ਪ੍ਰੋਗਰਾਮ ਆ ਰਹੇ ਨੇ ਹਰ ਇੱਕ ਜਗ੍ਹਾ ਤੋਂ ਵੀ ਇੱਥੇ ਆਓ ਇੱਥੇ ਆਓ, ਇਸ ਕਰਕੇ ਸਾਡੇ ਕੋਲ ਇੰਨਾ ਸਮਾਂ ਨਹੀਂ। ਲੋਕ ਬਹੁਤ ਵੱਡੇ ਪੱਧਰ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਰਿਹਾ, ਸਾਡੀ ਨਾਲ ਨਹੀਂ ਹਰ ਇੱਕ ਨਾਲ ਹੀ ਜੁੜ ਰਿਹਾ। ਪ੍ਰਧਾਨ ਜੀ, ਆਪਾਂ ਕਿਸਾਨੀ ਅੰਦੋਲਨ ਵੱਲ ਚੱਲਦੇ ਹਾਂ। ਜਿਹੜਾ ਮੋਰਚਾ ਲੱਗਿਆ ਹੈ ਦਿੱਲੀ, 100 ਦਿਨ ਤੋਂ ਜਿਹੜਾ ਇਹ ਪਾਰ ਮੋਰਚਾ ਪਹੁੰਚ ਗਿਆ। ਘੱਟੋ ਘੱਟ 200 ਪਰਿਵਾਰ ਜਿਹੜੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੇ 200 ਪਰਿਵਾਰ ਪੱਟ ਦਿੱਤੇ ਨੇ, ਜਿਨ੍ਹਾਂ ਦਾ ਪਰਿਵਾਰਕ ਮੈਂਬਰ ਸੀ, ਇੱਕੋ ਸੀ, ਇੱਕ ਜਾਨ ਚਲੀ ਗਈ ਅੰਦੋਲਨ ਦੇ ਵਿੱਚ, ਸ਼ਹੀਦ ਹੋ ਗਏ। ਕੀ ਲੱਗਦਾ ਕਿਵੇਂ ਕਾਨੂੰਨ ਰੱਦ ਹੋਣਗੇ? 200 ਪਰਿਵਾਰ ਪੱਟੇ ਗਏ ਨੇ ਇਹਨਾਂ ਕਾਨੂੰਨਾਂ ਕਰਕੇ, ਹੋਰ ਕਿੰਨੀਆਂ ਕੁ ਜਿਹੜੀ ਇਹ ਬਿੱਲ ਨੇ ਜਿਹੜੇ ਇਹ ਬਲੀ ਲੈਣਗੇ ਕਿਸਾਨਾਂ ਦੀ? ਕੀ ਲੱਗਦਾ ਕਿਵੇਂ ਸੰਘਰਸ਼ ਜਿੱਤਿਆ ਜਾਵੇ? ਵੇਖੋ, ਇਹਦੇ ਬਾਰੇ ਤਾਂ ਇਹ ਸਰਕਾਰ ਦੱਸ ਸਕਦੀ ਹੈ ਜ਼ਿਆਦਾ ਵੀ ਹੋਰ ਕਿੰਨਾ ਕੋ ਬਲੀ ਲੈਣਾ ਚਾਹੁੰਦੀ। ਇੱਕ ਵਾਰ ਇਹ ਮੀਟਿੰਗ 'ਚ ਕਿਹਾ ਵੀ ਸੀਗਾ, ਪਰ ਮੇਰਾ ਖਿਆਲ ਤੁਹਾਡੇ ਕੋਲ ਸ਼ਾਇਦ ਹੋ ਸਕਦਾ ਲੇਟੈਸਟ ਰਿਪੋਰਟ ਨਾ ਹੋਵੇ। ਇਹ 300 ਦੇ ਕਰੀਬ ਹੋ ਚੱਲੇ ਨੇ, 300 ਦੇ ਕਰੀਬ ਮੌਤਾਂ ਹੋ ਚੱਲੀਆਂ ਨੇ ਜਿਹੜੀਆਂ ਬਾਰਡਰਾਂ ਤੇ ਹੋ ਚੁੱਕੀਆਂ ਨੇ। ਤੇ ਕੇਂਦਰ ਸਰਕਾਰ ਅਜੇ ਜਾਗਦੀ ਨਹੀਂ ਪਈ। ਵੇਖੋ, ਸਾਡਾ ਤੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖ ਕੇ ਜਿੱਤਣ ਦਾ ਮਤਲਬ ਜਿਹੜਾ ਪਹਿਲੇ ਦਿਨ ਤੁਸੀਂ ਇਰਾਦਾ ਬਣਾਇਆ ਹੋਇਆ, ਸ਼ਾਂਤਮਈ ਰੱਖ ਕੇ ਜਿੱਤਾਂਗੇ। ਸਰਕਾਰ ਕਿੰਨਾ ਚਿਰ ਸਾਨੂੰ ਹੋਰ ਬਿਠਾਉਣਾ ਚਾਹੁੰਦੀ ਹੈ, ਕਿੰਨਾ ਸਮਾਂ ਹੋਰ ਲਵਾਉਣਾ ਚਾਹੁੰਦੀ ਹੈ, ਇਹ ਸਰਕਾਰ ਨੂੰ ਪਤਾ ਹੈ। ਲੇਕਿਨ ਸਾਡਾ ਇੱਕੋ ਇੱਕ ਇਰਾਦਾ ਪਹਿਲੇ ਦਿਨ ਤੋਂ ਬਣਾਇਆ ਵੀ ਸ਼ਾਂਤਮਈ ਢੰਗ ਦੇ ਨਾਲ ਹੀ ਇਸ ਅੰਦੋਲਨ ਨੂੰ ਚਲਾਈ ਰੱਖਾਂਗੇ। ਤੇ ਬਲੀਆਂ ਕਿੰਨੀਆਂ ਲੈਣੀਆਂ ਚਾਹੁੰਦੀ ਹੈ ਇਹ ਸਰਕਾਰ ਦੱਸ ਸਕਦੀ ਹੈ। ਪਰ ਸਰਕਾਰ ਦਾ ਕੀ ਇਰਾਦਾ ਹੈ, ਕਿੰਨੇ ਕੁ ਕਿਸਾਨਾਂ ਦੇ ਘਰ ਹੋਰ ਉਜਾੜਨਾ ਚਾਹੁੰਦੀ ਹੈ ਇਹ। ਔਰ ਇੱਕ ਇਹ ਗੱਲ, ਦੂਜੀ ਗੱਲ, ਪਿੱਛੇ ਜੇ ਇਹਨਾਂ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ, ਵੇਖੋ ਹਾਸੋਹੀਣੇ ਬਿਆਨ ਇਹਨਾਂ ਦੇ ਮੰਤਰੀ ਵੀ ਦਿੰਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਵੀ ਇਹ ਇਹਨਾਂ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਵੋਟਾਂ ਵਾਸਤੇ, ਇਹਨਾਂ ਕੋਲੋਂ ਜਾ ਕੇ ਇਹਨਾਂ ਨੇ ਵੋਟਾਂ ਮੰਗਣੀਆਂ ਹੁੰਦੀਆਂ ਨੇ, ਹੈ ਨਾ। ਤੇ ਇਹ ਗੱਲ ਕਹਿ ਰਿਹਾ ਮੰਤਰੀ ਵੀ ਇਹ ਤਾਂ ਕੋਈ ਗੱਲ ਨਹੀਂ ਖਾਸ, ਜਿਹੜੇ ਇੱਥੇ ਮਰੇ ਨੇ ਇਹ ਘਰਾਂ 'ਚ ਵੀ ਮਰ ਜਾਣੇ ਹਨ। ਵੇਖੋ, ਇਹ ਗਲਤ ਗੱਲਾਂ ਨਹੀਂ। ਅਫਸੋਸ ਤਾਂ ਇਹਨਾਂ ਨੇ ਕੀ ਕਰਨਾ ਕਿਸੇ ਦੇ ਨਾਲ, ਕਿਸੇ ਨਾਲ ਦੁੱਖ ਤਾਂ ਇਹਨਾਂ ਨੇ ਕੀ ਜਤਾਉਣਾ ਹੈ, ਕਿਸੇ ਨੂੰ ਇਹਨਾਂ ਨੇ ਸ਼ਰਧਾਂਜਲੀ ਤਾਂ ਕੀ ਭੇਟ ਕਰਨੀ ਹੈ, ਬਲਕਿ ਉੱਤੋਂ ਹੋਰ ਇਹ ਗੱਲਾਂ ਕਰ ਰਹੇ ਨੇ ਵੀ ਜੇ ਘਰਾਂ 'ਚ ਹੁੰਦੇ ਤਾਂ ਮਰ ਜਾਣੇ ਸੀ। ਕੀ ਗੱਲ, ਆਪਣੇ ਘਰਾਂ 'ਚ ਹੁੰਦੇ ਆਪਣੇ ਅਗਲੇ ਸੇਫਟੀ ਨਾਲ ਨਹੀਂ ਰਹਿ ਸਕਦੇ? ਹੁਣ ਇੰਨੀ ਸਰਦੀ ਰਹੀ ਹੈ, ਸਰਦੀ ਦੇ ਵਿੱਚ ਬਹੁਤ ਜ਼ਿਆਦੀਆਂ ਮੌਤਾਂ ਹੋਈਆਂ ਨੇ ਕੁਲਦੀਪ ਜੀ, ਸਰਦੀ 'ਚ ਬਹੁਤ ਮੌਤਾਂ ਹੋਈਆਂ। ਤੇ ਸਰਦੀ ਦੇ ਵਿੱਚ ਅਗਲਾ ਆਪਣੇ ਘਰ ਹੋਵੇ ਤਾਂ ਇਹਦਾ ਇੰਤਜ਼ਾਮ ਕਰਦਾ ਹੈ। ਇਹ ਸਾਰੀਆਂ ਸਰਕਾਰ ਦੇ ਮੱਥੇ ਤੇ ਕਲੰਕ ਵਾਲੀ ਗੱਲ ਆ, ਪਰ ਸਰਕਾਰ ਇਹ ਗੱਲਾਂ ਨੂੰ ਸਮਝ ਨਹੀਂ ਰਹੀ। ਔਰ ਤੁਸੀਂ ਇਹ ਗੱਲ ਕਹੀ ਵੀ ਕਿੰਨੀਆਂ ਮੌਤਾਂ 'ਚ ਹੋਰ ਸਰਕਾਰ ਕਿੰਨੀਆਂ ਬਲੀਆਂ ਲੈਣਾ ਚਾਹੁੰਦੀ ਹੈ, ਇਹ ਸਰਕਾਰ ਇਹਦੇ ਬਾਰੇ ਦੱਸ ਸਕਦੀ ਹੈ। ਅਸੀਂ ਆਪਣੇ ਬਾਰੇ ਦੱਸ ਸਕਦੇ ਹਾਂ ਕਿ ਜੋ ਸਰਕਾਰ ਕਰਨਾ ਚਾਹੁੰਦੀ ਹੈ ਕਰੇ। ਅਸੀਂ ਬੈਠੇ ਹਾਂ, ਸ਼ਾਂਤਮਈ ਢੰਗ ਨਾਲ ਬੈਠੇ ਰਹਾਂਗੇ ਤੇ ਸ਼ਾਂਤਮਈ ਜਿੱਤ ਕੇ ਆਵਾਂਗੇ। ਤੋਂ ਇਹ ਕਾਨੂੰਨ ਜਿਹੜੇ ਨੇ ਵਾਪਸ ਕਰਾ ਕੇ ਮੁੜਾਂਗੇ ਪਿੱਛੇ। ਸਰਕਾਰ ਤਾਂ ਕਹਿ ਰਹੀ ਆ, ਨਰਿੰਦਰ ਤੋਮਰ ਦਾ ਬਿਆਨ ਆਇਆ, ਕਹਿੰਦੇ ਵੀ ਸੋਧਾਂ ਕਰਨ ਨੂੰ ਅਸੀਂ ਤਿਆਰ ਹਾਂ। ਉਹ ਕਹਿੰਦੇ ਸੋਧਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਕਾਨੂੰਨਾਂ ਦੇ ਵਿੱਚ ਕੋਈ ਕਮੀ ਆ। ਹਰ ਰੋਜ਼ ਨਿੱਤ ਨਵੇਂ ਬਿਆਨ ਆਉਂਦੇ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ। ਕੀ ਲੱਗਦਾ ਕਿ ਜਦੋਂ ਆਖਰੀ ਮੀਟਿੰਗ ਹੋਈ ਸੀ, ਇੱਕ ਮੀਟਿੰਗ ਦੇ ਵਿੱਚ ਜਥੇਬੰਦੀਆਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਸੋਧਾਂ ਕਰ ਦਿੰਦੇ ਹਾਂ, ਫਿਰ ਜਥੇਬੰਦੀਆਂ ਨੇ ਉੱਥੇ ਕਿਹਾ ਵੀ ਅਸੀਂ ਵਿਚਾਰ ਕਰਕੇ ਦੱਸਾਂਗੇ ਮੀਟਿੰਗ ਦੇ ਵਿੱਚ। ਜੇਕਰ ਉੱਥੇ ਜੈਸ ਨੋ ਹੋ ਜਾਂਦੀ, ਕੀ ਕੋਈ ਜਥੇਬੰਦੀਆਂ ਦੇ ਪ੍ਰਧਾਨ ਹੱਕ ਦੇ ਵਿੱਚ ਹੈਗੇ ਸੀ ਸੋਧਾਂ ਦੇ ਵਿੱਚ? ਇਹ ਗੱਲ ਇੱਕ ਕਲੀਅਰ ਕਰਿਓ, ਕਿਉਂਕਿ ਲੋਕਾਂ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ ਜੇ ਉੱਥੇ ਜੈਸ ਨੋ ਹੋ ਜਾਂਦੀ ਫਿਰ ਸੋਧਾਂ ਤੇ ਗਰਾਰੀ ਨਹੀਂ ਫਸਣੀ ਸੀ, ਸਰਕਾਰ ਨੇ ਇਹ ਜਿਹੜਾ ਪੇਚ ਨਹੀਂ ਫਸਾਉਣਾ ਸੀ ਜੇ ਉੱਥੇ ਆਨ ਦੀ ਸਪੋਰਟ ਨਾ ਹੋ ਜਾਂਦੀ। ਕੀ ਲੱਗਦਾ ਤੁਹਾਨੂੰ? ਨਹੀਂ, ਇਹ ਗੱਲ ਠੀਕ ਹੈ। ਜਦੋਂ ਅਸੀਂ ਇਹ ਗੱਲ ਆਈ ਸੋਧਾਂ ਵਾਲੀ, ਤੇ ਉਸ ਤੋਂ ਬਾਅਦ ਜਦੋਂ ਅਸੀਂ ਮੀਟਿੰਗ ਰੱਖੀ ਅਗਲੇ ਦਿਨ, ਤੇ ਮੀਟਿੰਗ ਦੇ ਵਿੱਚ ਵਾਕਈ ਗੱਲ ਸਾਡੀ ਲੀਕ ਹੋ ਗਈ, ਪਤਾ ਨਹੀਂ ਕਿਵੇਂ ਹੋ ਗਈ, ਇਹ ਪ੍ਰਮਾਤਮਾ ਜਾਣਦਾ। ਉਹਦੇ ਵਿੱਚ ਸਾਡੇ ਸਾਥੀ ਕੁਛ ਇਹ ਚਾਹੁੰਦੇ ਸਨ ਕਿ ਸਰਕਾਰ ਕੋਲੋਂ, ਸਰਕਾਰ ਨੇ 1.5 ਸਾਲ ਕਿਹਾ ਹੈ, ਉਹਦੇ 'ਚ ਜ਼ਰੂਰੀ ਨਹੀਂ ਕਿ ਸੋਧਾਂ ਤੇ ਮੰਨ ਰਹੇ ਹਨ। ਅਸੀਂ ਸੋਚ ਰਹੇ ਹਾਂ ਕਿ ਸਰਕਾਰ ਦੇ ਪਾਲੇ 'ਚ ਗੇਂਦ ਸੁੱਟੀ ਜਾਵੇ। ਸਰਕਾਰ ਨੇ ਸਾਡੇ ਲਈ ਸਿੱਟਤੀ, ਆਪਾਂ ਉਹਨਾਂ ਨੇ 1.5 ਸਾਲ ਕਿਹਾ, ਅਸੀਂ ਕਹਿੰਦੇ ਕਿ ਜਿੰਨਾ ਸਮਾਂ ਸਰਕਾਰ ਦਾ ਬਕਾਇਆ ਬਚਦਾ, 3 ਸਾਲ ਹੈ, 3.5 ਸਾਲ ਹੈ, ਉਹਨਾਂ ਸਮਾਂ ਸਰਕਾਰ ਇਹ ਰੋਕੇ, ਇਹਨਾਂ ਤੇ ਰੋਕ ਲਾਵੇ, ਤੇ ਉਸ ਤੋਂ ਬਾਅਦ ਫਿਰ ਅੱਗੇ ਵਿਚਾਰਿਆ ਜਾ ਸਕਦਾ ਹੈ। ਉਹ ਇਹ ਗੱਲ ਅਸੀਂ ਉੱਥੇ ਇਹਨੂੰ ਸਹੀ ਢੰਗ ਨਾਲ ਮੇਰੇ ਖਿਆਲ ਮੁਤਾਬਕ ਪੇਸ਼ ਨਹੀਂ ਕਰ ਸਕੇ। ਅਸੀਂ ਉਹਨੂੰ ਰੱਦ ਕਰ ਦਿੱਤਾ। ਰੱਦ ਕਰਕੇ ਅਸੀਂ ਆਪਣੀ ਪ੍ਰਪੋਜ਼ਲ ਜਿਹੜੀ ਦੇਣੀ ਸੀ, ਮੇਰਾ ਖਿਆਲ ਉੱਥੇ ਅਸੀਂ ਖੁੰਝ ਗਏ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ 1.5 ਸਾਲ ਦੀ ਰੱਦ ਹੈ, ਸਾਨੂੰ ਤੁਹਾਡਾ 3.5 ਸਾਲ ਦਾ ਸਮਾਂ ਚਾਹੀਦਾ, ਜਾਂ ਬਾਹਰ ਰੱਦ ਨਾ ਕਰਦੇ, ਅੰਦਰ ਗੱਲ ਕਰਦੇ, ਜੋ ਵੀ ਸੀਗਾ। ਉੱਥੇ ਜਿਹੜੀ ਸਾਡੀ 15-17 ਦੀ ਚੱਲੀ ਜਾ ਕੇ ਗੱਲ, ਇਹ ਵੈਸੇ ਸਾਡੇ ਤੇ ਅਸਰ ਇਹਦਾ ਉਲਟ ਪਿਆ।
ਉਹ ਮੈਨੂੰ ਲੱਗਦਾ ਉਹ ਸਹੀ ਨਹੀਂ ਸੀ, ਪਰ ਵੋਟਿੰਗ ਜ਼ਰੂਰ ਹੋਈ ਇਹਦੇ ਤੇ, ਇਹ ਗੱਲ ਕਲੀਅਰ ਹੋ ਗਈ। ਕਿੰਨੇ ਹੋਏ ਸੀ 17 ਦਾ ਚੱਲਿਆ, ਉਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ। ਅਸੀਂ ਕੁਝ 15 ਹੱਕ 'ਚ ਜਾਂ 15 ਨੋ ਦੇ ਵਿੱਚ ਸੀ? ਮਤਲਬ ਇਸ ਤਰ੍ਹਾਂ ਸੀਗੇ, ਇਹ ਨਹੀਂ ਕਿ ਉਹਨਾਂ ਦੇ ਸੋਧਾਂ ਦੇ ਹੱਕ 'ਚ, ਅਸੀਂ ਇਸ ਗੱਲ ਦੇ ਹੱਕ ਸਾਂਗੇ ਉਹਨਾਂ ਦੇ ਪਾਲੇ 'ਚ ਗੇਂਦ ਸੁੱਟੀ ਜਾਵੇ ਵੀ ਜਿੰਨਾ ਸਮਾਂ ਸਰਕਾਰ ਦਾ ਰਹਿੰਦਾ ਹੈ ਉਹਨਾਂ ਸਮਾਂ ਸਰਕਾਰ ਇਹਨਾਂ ਤੇ ਰੋਕ ਲਾਵੇ, MSP ਤੇ ਕਾਨੂੰਨ ਬਣਾ ਦੇਵੇ। ਤੇ ਫਿਰ ਅਸੀਂ ਦੂਜੇ 2 ਕਾਨੂੰਨ ਉਹ ਰੱਦ ਕਰ ਰਹੇ ਹਨ, ਜਿਹੜਾ 20 ਵਾਲਾ ਬਿਜਲੀ ਵਾਲਾ 5 ਕਰੋੜ ਜੁਰਮਾਨਾ ਤੇ ਇੱਕ 5 ਸਾਲ ਦੀ ਸਜ਼ਾ ਹੋਣੀ ਕਰਕੇ ਹਨਾ, ਉਹ ਰੱਦ ਕਰ ਰਹੇ ਸੀ। ਤੇ ਇੱਕ ਜਿਹੜਾ ਇਹਨਾਂ ਨੇ ਆਪਣਾ ਲਿਆਂਦਾ ਸੀ ਵੀ ਖੁੱਲਾ ਲੋਕ ਉਹਨਾਂ ਨੂੰ ਵਪਾਰੀ ਨੂੰ ਸੱਦਾ ਦੇਤਾ ਵੀ ਉਹ ਜਿੰਨਾ ਮਰਜ਼ੀ ਜਿਹੜਾ ਇਹ ਅਨਾਜ ਉਹ ਇਕੱਠਾ ਕਰ ਸਕਦਾ ਹਨਾ, ਉਹਨੂੰ ਵੀ ਬੰਦ ਕਰ ਰਹੇ ਹਨ। ਤੇ ਇਹ ਕਾਨੂੰਨ ਜਿਹੜਾ ਇਹ ਵੀ ਰੱਦ ਕਰ ਰਹੇ ਸੀਗੇ। ਤੇ ਬਾਕੀ ਇਹ ਸੋਚਿਆ ਵੀ ਇਹਨੂੰ ਸਰਕਾਰ ਦਾ ਸਮਾਂ ਕੀਤਾ ਜਾਵੇ ਤੇ MSP ਤੇ ਸਰਕਾਰ ਨੂੰ ਕਹੀਏ ਸਾਨੂੰ ਇੱਥੇ ਕਾਨੂੰਨ ਬਣਾਇਆ ਜਾਵੇ, ਇਹਦੀ ਗਾਰੰਟੀ ਦਿੱਤੀ ਜਾਵੇ। ਪ੍ਰਧਾਨ ਜੀ, ਇੱਕ ਹੋਰ ਖਬਰ ਉੱਠ ਰਹੀ ਆ ਵੀ 9 ਮੈਂਬਰੀ ਕਮੇਟੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ, ਹਾਲਾਂਕਿ ਫਿਰ ਵਿਵਾਦ ਚੱਲ ਪਿਆ ਉਹਦੇ ਉੱਪਰ। ਮੈਂ ਵੀ ਕਈ ਪ੍ਰਧਾਨਾਂ ਦੇ ਨਾਲ ਗੱਲਬਾਤ ਕੀਤੀ ਜਿੱਦੇ ਇਹ ਖਬਰ ਸਾਹਮਣੇ ਆਈ ਵੀ ਹੁਣ ਸਰਕਾਰ ਦੇ ਨਾਲ ਪਹਿਲਾਂ 30 ਜਥੇਬੰਦੀਆਂ ਗੱਲਬਾਤ ਕਰਦੀਆਂ ਸੀ, ਹੁਣ 9 ਮੈਂਬਰੀ ਕਮੇਟੀ ਕਰੇਗੀ। 9 ਵੀ ਸਾਹਮਣੇ ਆ ਗਏ, ਬਾਹਰ ਆ ਗਏ ਸੀ, ਪਰ ਬਾਅਦ ਵਿੱਚ ਮੈਨੂੰ ਲੱਗਦਾ ਰੌਲਾ ਪੈ ਗਿਆ। ਮੈਂ 1-2 ਪ੍ਰਧਾਨਾਂ ਨਾਲ ਫੋਨ ਤੇ ਗੱਲਬਾਤ ਕੀਤੀ, ਉਹ ਕਹਿੰਦੇ ਹਾਂਜੀ ਅਸੀਂ ਸਹਿਮਤ ਹਾਂ ਵੀ ਅਸੀਂ ਨੇ ਕਿਹਾ ਸੀ ਵੀ ਕਰ ਲਓ। ਕਈ ਵਿੱਚ ਨਹੀਂ ਮੰਨੇ ਕਿ ਇਹ ਵੀ ਕੋਈ ਮਤਭੇਦ ਆਏ ਨੇ ਵੀ ਆਪ ਦੇ ਵਿੱਚ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਇੱਕ ਦੂਜੇ 'ਤੇ ਯਕੀਨ ਨਹੀਂ ਹੈਗਾ। ਨਹੀਂ ਵੇਖੋ, ਮੈਂ ਨਹੀਂ ਇਸ ਗੱਲ ਦੇ ਹੱਕ 'ਚ ਵੀ ਮਤਭੇਦ ਆ, ਮਤਭੇਦ ਤਾਂ ਚਲੋ ਆਮ ਹੁੰਦੇ ਵੀ ਨੇ ਵੇਖੋ, ਪਰ ਇਹ ਜਿਹੜਾ ਸਾਡਾ ਮਸਲਾ ਹੈ ਨਾ, ਇਹਦੇ ਉੱਤੇ ਅਸੀਂ ਇੱਕ ਲਾਈਨ ਬਣਾ ਕੇ ਇੱਕ ਮਤ ਬਣਾ ਕੇ ਚੱਲਦੇ ਆਂ ਪਏ। ਮੈਨੂੰ ਵੀ ਪੁੱਛਿਆ ਗਿਆ ਉਦੋਂ ਚੈਨਲ ਵਾਲਿਆਂ ਤੋਂ, ਇਹ ਪਹਿਲਾਂ ਗੱਲ ਚੱਲੀ ਆ ਵੀ ਸਰਕਾਰ ਹਰ ਵਾਰ ਇਹ ਗੱਲ ਕਰਦੀ ਹੈ ਬਈ ਤੁਸੀਂ ਛੋਟੀ ਕਮੇਟੀ ਬਣਾਓ। ਅਗਰ ਜੇ ਅਸੀਂ ਨਹੀਂ ਬਣਾਉਂਦੇ ਤੇ ਸਰਕਾਰ ਲੋਕਾਂ ਦੇ ਵਿੱਚ ਇਹ ਮੈਸੇਜ ਦਿੰਦੀ ਏ ਵੀ ਇਹਨਾਂ ਦਾ ਕੋਈ ਆਗੂ ਨਹੀਂ। ਤੁਸੀਂ ਵੀ ਸੁਣਿਆ ਕਈ ਵਾਰ, ਤੁਹਾਡੇ ਚੈਨਲਾਂ ਤੇ ਵੀ ਆਈ ਇਹ ਗੱਲ ਵੀ ਇਹਨਾਂ ਦਾ ਕੋਈ ਆਗੂ ਨਹੀਂ ਹੈਗਾ ਜੀ, ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਇਹ ਮਸਲਾ ਤਾਂ ਨਹੀਂ ਹੱਲ ਹੋ ਰਿਹਾ। ਸਰਕਾਰ ਇਹ ਪ੍ਰਚਾਰ ਸਾਡੇ ਖਿਲਾਫ ਕਰ ਰਹੀ ਸੀ, ਇਹ ਮੈਂ ਇਹਦੇ ਹੱਕ 'ਚ ਸੀਗਾ। ਮੈਂ ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨਾਲ ਗੱਲ ਕੀਤੀ। ਮੈਂ ਰਾਜੇਵਾਲ ਸਾਹਿਬ ਕੁਛ ਕਮੇਟੀ ਛੋਟੀ ਕਮੇਟੀ ਸਰਕਾਰ ਕਹਿੰਦੀ ਹੈ, ਹਾਲਾਂਕਿ ਸਭ ਤੋਂ ਪਹਿਲਾਂ ਇਹ ਮੁੱਦਾ ਵੀ ਅਸੀਂ ਉਹ ਰੱਖਿਆ ਸੀਗਾ। ਲੁਧਿਆਣੇ ਸਾਡੀ ਮੀਟਿੰਗ ਜਿੱਦਣ ਹੋਈ ਹੈ ਉਦੋਂ ਕੁਲਵੰਤ ਸੰਧੂ ਨੇ ਗੱਲ ਰੱਖੀ ਸੀ ਵੀ ਜਦੋਂ ਸਿੱਖਣਾ ਤੇ ਅੰਦੋਲਨ ਪਹੁੰਚਦਾ ਹੈ ਉਦੋਂ ਕਈ ਵਾਰ 2-3 ਬੰਦੇ ਨਿਕਲ ਕੇ ਸਾਰੇ ਅੰਦੋਲਨ ਦਾ ਬੇੜਾ ਗਰਕ ਕਰ ਦਿੰਦੇ ਨੇ। ਜਦੋਂ ਸਰਕਾਰ ਨਾਲ ਗੱਲ ਕਰਨ ਜਾਂਦੇ ਨੇ ਵੀ ਸਾਰੇ ਦਾ ਸਾਰਾ ਅੰਦੋਲਨ ਜਿਹੜਾ ਖਤਮ ਹੋ ਜਾਂਦਾ ਹੈ, ਉਹਦਾ ਕੀ ਹੱਲ ਕਰੋਗੇ? ਜਦੋਂ ਆਪਾਂ ਅੱਗੇ ਲੱਗੇ, ਜਦੋਂ ਅਸੀਂ ਸ਼ੁਰੂਆਤ ਕੀਤੀ ਨਾ ਇਹਨਾਂ ਨੂੰ ਇਕੱਠਿਆਂ ਕਰਨ ਦੀ, ਇਹ ਵੀ ਇੱਥੋਂ ਹੀ ਆਪਣੇ ਹਲਕੇ ਸਨੌਰ ਤੋਂ ਚੱਲੇ ਸੀਗੇ, ਪੁਨਰੇੜੀ ਤੋਂ ਇਹਨਾਂ ਨੂੰ ਇਕੱਠਿਆਂ ਕਰਨ ਵਾਸਤੇ ਲੱਖੋਵਾਲ ਸਾਹਿਬ ਨੂੰ ਮਿਲੇ ਤੇ ਰਾਜੇਵਾਲ ਸਾਹਿਬ ਨੂੰ ਉਦੋਂ ਮਿਲ ਨਾ ਸਕੇ। ਲੱਖੋਵਾਲ ਸਾਹਿਬ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ। ਤੇ 7 ਤਰੀਕ ਨੂੰ 7 ਅਗਸਤ ਨੂੰ ਜਦੋਂ ਸਾਡੀ ਕੁਲਵੰਤ ਸੰਧੂ ਹੋਰਾਂ ਨਾਲ ਮੀਟਿੰਗ ਹੋਈ ਨਾ, ਉਹਨਾਂ ਨੇ ਇਹ ਵਿਸ਼ਾ ਰੱਖਿਆ ਵਿੱਚ ਵੀ ਇਕੱਠੇ ਕਰ ਦਿਓ, ਬੜੀ ਵਧੀਆ ਗੱਲ ਹੈ, ਹੋ ਜਾਣੇ ਚਾਹੀਦੇ ਨੇ। ਲੜਾਈ ਵਾਕਿਆ ਹੀ ਅਲੱਗ-ਅਲੱਗ ਲੜਨੀ ਸੌਖੀ ਨਹੀਂ। ਤੇ ਦੱਸੋ, ਕਹਿੰਦੇ ਸ਼ਾਦੀਪੁਰ ਜੀ ਇਹਦਾ ਫਿਰ ਕੀ ਹੋਊਗਾ? ਮੈਂ ਹਾਂ ਜੀ ਚਲੋ ਇਹਦਾ ਵੀ ਆਪਾਂ ਹੱਲ ਕੱਢ ਲਵਾਂਗੇ ਸਾਰੇ ਹਨਾ। ਅਸਲ 'ਚ ਇਹ ਛੋਟੀ ਕਮੇਟੀ ਬਣ ਉੱਥੋਂ ਹੀ ਨਹੀਂ ਸੀ ਰਹੀ। ਉਹਦੇ ਪਹਿਲੇ ਦਿਨ ਹੀ ਇਹ ਸਾਡੀ ਗੱਲ ਹੋ ਗਈ ਵੀ ਜਿੰਨੇ ਬੰਦੇ, ਜਿੰਨੀਆਂ ਜਥੇਬੰਦੀਆਂ ਹੋਣਗੀਆਂ ਉਨੇ ਮੈਂਬਰ ਹੋਣਗੇ, ਉਨੇ ਹੀ ਗੱਲ ਕਰਨਗੇ ਜਾ ਕੇ। ਹੋਰ ਇਹ ਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਕਿਸੇ ਨੂੰ ਵੀ ਕਿਸੇ ਤੇ ਵਿਸ਼ਵਾਸ ਨਹੀਂ। ਵਿਸ਼ਵਾਸ ਸਾਰਿਆਂ ਨੂੰ ਇੱਕ ਦੂਜੇ ਦਾ ਹੈਗਾ, ਪਰ ਉਹ ਇੱਕੋ ਮਜ਼ਬੂਤੀ ਉਦੋਂ ਹੋ ਗਈ ਵੀ ਜਿੰਨੇ ਇਕੱਠੇ ਹੋਣਗੀਆਂ ਜਥੇਬੰਦੀਆਂ, ਉਹ ਕੋਆਰਡੀਨੇਸ਼ਨ ਕਮੇਟੀ ਬਣੂਗੀ, ਉਨੇ ਮੈਂਬਰ ਹੀ ਬਹਿ ਕੇ ਗੱਲ ਕਰਨਗੇ। ਆਹ ਗੱਲ ਸੀ, ਇਹ ਕੁਲਵੰਤ ਸਿੰਘ ਸੰਧੂ ਨੇ ਗੱਲ ਉਠਾਈ ਸੀ ਤੇ ਇਸ ਕਰਕੇ ਨਹੀਂ ਸੀ ਬਣ ਰਹੀ। ਫਿਰ ਮੈਂ ਰਾਜੇਵਾਲ ਸਾਹਿਬ ਨਾਲ ਉੱਥੇ ਗੱਲ ਕੀਤੀ। ਮੈਂ ਰਾਜੇਵਾਲ ਸਾਹਿਬ, ਮੇਰਾ ਇਹ ਧਿਆਨ ਆ, ਮੇਰੀ ਮੱਤ ਆਪਣੀ ਹੈ ਵੀ ਜੇਕਰ ਸਰਕਾਰ ਵਾਰ-ਵਾਰ ਸਾਡੇ ਤੇ ਆਬਜੈਕਸ਼ਨ ਕਰਦੀ ਹੈ ਤੇ ਆਪਾਂ ਕਿਉਂ ਨਾ ਇੱਕ ਛੋਟੀ ਕਮੇਟੀ ਬਣਾ ਲਈਏ। ਛੋਟੀ ਕਮੇਟੀ ਬਣਾ ਲਓ, ਅਸੀਂ ਸਹਿਮਤ ਹੈ ਇਹਦੇ ਉੱਤੇ, ਤੁਸੀਂ ਆਪਣੀ ਗੱਲਬਾਤ ਸਾਰਿਆਂ ਨਾਲ ਕਰ ਲਓ। ਇਹ 22 ਨਵੰਬਰ ਤੋਂ ਪਹਿਲਾਂ ਗੱਲ ਸ਼ੁਰੂ ਹੋ ਗਈ, 22 ਆਪਣੇ ਤੋਂ ਜਿਹੜੀ ਲਾਸਟ ਆਪਣੀ ਆ ਕੇ 22 ਜਨਵਰੀ ਤੋਂ ਪਹਿਲਾਂ ਗੱਲ ਸ਼ੁਰੂ ਹੋ ਗਈ ਸੀ। ਉਹ ਵਿੱਚੇ ਚਲੋ ਆਉਂਦੀ ਰਹੀ, ਬਾਅਦ 26 ਆ ਗਈ। 26 ਤੋਂ ਬਾਅਦ ਤੁਹਾਨੂੰ ਪਤਾ ਖਲਾਅ ਜਿਹਾ ਬੜਾ ਤਗੜਾ ਪੈ ਗਿਆ ਤੇ ਉਦੋਂ ਤੇ ਕੋਈ ਇਹੋ ਜਿਹੀਆਂ ਗੱਲਾਂ ਦਾ ਕੋਈ ਮਾਇਨਾ ਹੀ ਨਹੀਂ ਰਹਿ ਗਿਆ। ਚੱਲਦੀ ਰਹੀ ਗੱਲ। ਹੁਣ ਫੇਰ ਗੱਲ ਉੱਠੀ ਬਈ ਸਰਕਾਰ ਚਾਹੁੰਦੀ ਹੈ ਛੋਟੀ ਕਮੇਟੀ ਬਣੇ। ਜੋ ਸਾਡੇ ਨਾਲ ਗੱਲ ਕਰਨ ਵਾਸਤੇ ਸਾਡੇ ਨਾਲ ਵੀ ਗੱਲ ਹੋਈ ਉਹਨਾਂ ਦੀ ਸਰਕਾਰ ਦੀ ਵੀ ਛੋਟੀ ਕਮੇਟੀ ਬਣਾ ਕੇ ਭੇਜੋ, ਤੁਸੀਂ ਫਾਈਨਲ ਕਰ ਲਓ, ਆਪਣਾ ਫਾਈਨਲ ਕਰਕੇ ਦੱਸੋ ਬਈ ਰੱਦ ਤੋਂ ਥੱਲੇ ਕੀ ਨਿਬੜਦਾ। ਅਸੀਂ ਸਾਨੂੰ ਤਾਂ ਚਾਹੀਦੇ ਰੱਦ ਆ, ਰੱਦ ਕਰ ਦਿਓ ਤੇ ਅਸੀਂ ਆ ਜਾਵਾਂਗੇ, ਨਹੀਂ ਤੇ ਨਾ ਛੋਟੀ ਕਮੇਟੀ ਦੀ ਲੋੜ ਹੈ ਨਾ ਵੱਡੀ ਦੀ ਲੋੜ ਹੈ। ਅਸੀਂ ਬੈਠੇ ਹਾਂ, ਤੁਸੀਂ ਆਪਣੇ ਘਰ ਬੈਠੇ ਹੋ, ਅਸੀਂ ਆਪਣਾ ਮੋਰਚਾ ਲਾ ਕੇ ਬੈਠੇ ਹਾਂ। ਪ੍ਰਧਾਨ ਜੀ, ਇੱਕ ਸਮਾਜ ਸੇਵੀ ਲੱਖਾ ਸਧਾਣਾ ਦੇ ਬਾਰੇ ਵੀ ਬੜੇ ਚਰਚਾ ਚੱਲ ਰਹੀ ਆ ਸੋਸ਼ਲ ਮੀਡੀਆ ਤੇ। ਨੌਜਵਾਨ ਜਿਹੜੇ ਹੈਗੇ ਨੇ ਪੰਜਾਬ ਦੇ ਹੋਣ, ਚਾਹੇ ਹਰਿਆਣੇ ਦੇ ਹੋਣ, ਚਾਹੇ ਹੋਰ ਕਿਸੇ ਸੂਬੇ ਦੇ ਹੋਣ, ਲੱਖਾ ਸਧਾਣਾ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਦਿੱਲੀ ਪੁਲਿਸ ਨੇ 1 ਲੱਖ ਦਾ ਉਹਦੇ ਤੇ ਇਨਾਮ ਰੱਖਿਆ ਹੋਇਆ, ਪਰ ਸੰਯੁਕਤ ਮੋਰਚਾ ਪਾਸਾ ਵੱਟ ਜਾਂਦਾ ਉਹਦੇ ਤੋਂ, ਕਿਉਂਕਿ ਲਗਾਤਾਰ ਲੱਖਾ ਸਧਾਣਾ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਟੇਜ ਆ ਦਿੱਲੀ ਵਾਲੀ, ਉੱਥੋਂ ਬੋਲਦਾ ਰਿਹਾ, ਜਥੇਬੰਦੀਆਂ ਦੇ ਕਹਿਣ 'ਤੇ ਹੀ ਬੋਲਦਾ ਰਿਹਾ ਜੇ ਜਥੇਬੰਦੀਆਂ ਨੂੰ ਪ੍ਰਵਾਨਗੀ ਦਿੰਦੀਆਂ ਸੀ। ਪਰ ਹੁਣ ਇੱਕੋ ਲਖਤ ਪਾਸਾ ਵੱਟ ਜਾਣਾ, ਇਹ ਵੀ ਨੌਜਵਾਨਾਂ ਦੇ ਸਵਾਲ ਨੇ ਕਿ ਲੱਖਾ ਸਧਾਣਾ ਤੋਂ ਕਿਉਂ ਪਾਸਾ ਵੱਟਿਆ, ਕਿਉਂ ਨਹੀਂ ਮਦਦ ਕਰ ਰਹੀਆਂ ਜਥੇਬੰਦੀਆਂ, ਜਦੋਂ ਬਾਕੀ ਨੌਜਵਾਨ ਨੂੰ ਜੇਲ੍ਹ ਤੋਂ ਲਿਆ ਰਹੀਆਂ ਨੇ, ਬਾਹਰ ਜ਼ਮਾਨਤਾਂ ਕਰਵਾ ਰਹੀਆਂ ਨੇ।
ਨਹੀਂ ਲੱਖੇ ਸਿਧਾਣੇ ਤੋਂ ਕਿੰਨੇ ਪਾਸਾ ਵੱਟਿਆ ਮੈਨੂੰ ਤੇ ਪਤਾ ਨਹੀਂ ਲੱਗਦਾ, ਪਤਾ ਨਹੀਂ ਕੌਣ ਪ੍ਰਚਾਰ ਕਰ ਰਿਹਾ, ਕੋਈ ਵੀ ਨਹੀਂ ਵੱਟਿਆ। ਮੈਨੂੰ ਤਾਂ ਜਿੰਨੇ ਚੈਨਲ ਵਾਲਿਆਂ ਤੁਹਾਡੇ ਵਾਲਿਆਂ ਨੇ ਪੁੱਛਿਆ ਅਸੀਂ ਤੇ ਇਹ ਗੱਲ ਆਖੀ ਵੀ ਕੋਈ ਨਹੀਂ, ਸਾਡੇ ਬੋਲ ਕੇ ਜਾਂਦਾ ਰਸਤੇ ਜਾਂ ਤੋਂ ਸਾਡੇ ਨਾਲ ਆਓ। ਵੇਖੋ ਠੀਕ ਹੈ, ਉੱਤੇ ਪਰਚਾ ਹੋ ਗਿਆ, ਉਹ ਸਾਡੀਆਂ ਟੀਮਾਂ ਬਣੀਆਂ ਨੇ, ਠੀਕ ਹੈ ਕਿ ਨਹੀਂ, ਲੀਗਲ ਜਿੰਨੀਆਂ ਨੇ ਟੀਮਾਂ ਉਹ ਹਰ ਇੱਕ ਜਿਨ 'ਤੇ ਪਰਚਾ ਹੋਇਆ ਹੈ ਉਹਦੀ ਉਹ ਕਾਰਵਾਈ ਸਾਰੀਆਂ ਕਰ ਰਹੀਆਂ ਨੇ। ਜਿਹੜੇ ਅੰਦਰ ਨੇ ਉਹਨਾਂ ਨੂੰ ਛਡਾ ਰਹੇ ਨੇ, ਕਈਆਂ ਦੀਆਂ ਮੇਰੇ ਖਿਆਲ ਜ਼ਮਾਨਤਾਂ ਵੀ ਹੋ ਗਈਆਂ, ਜਿਨ੍ਹਾਂ ਨੂੰ ਨਹੀਂ ਪੇਸ਼ ਹੋਣ ਦਿੱਤਾ ਗਿਆ ਉੱਥੇ ਉਹਨਾਂ ਦੀ ਜ਼ਮਾਨਤਾਂ ਵੀ ਹੋਈਆਂ ਨੇ। ਅਸੀਂ ਪਿਛਲੇ ਦਿਨ ਜਿੱਦਣ ਮੈਂ ਉਦੋਂ ਗੱਲ ਹੋ ਰਹੀ ਸੀ, ਠੀਕ ਹੈ ਨਾ। ਇਸ ਤਰ੍ਹਾਂ ਕਰਕੇ ਹੁਣ ਚੱਲਦਾ ਰਿਹਾ ਇਹ, ਪਤਾ ਨਹੀਂ ਕਿਉਂ ਇਹ ਗੱਲ ਮੀਡੀਆ ਚੁੱਕਦਾ ਜਾਂ ਕੌਣ ਵੀ ਲੱਖਾ ਸਿਧਾਣਾ ਜਿਹੜਾ ਇਹਨਾਂ ਤੋਂ ਬਾਹਰ ਆ ਜਾਂ ਲੱਖਾ ਸਿਧਾਣੇ ਦੇ ਉਲਟ ਨੇ। ਬਿਲਕੁਲ ਕੋਈ ਉਲਟ ਨਹੀਂ ਅਸੀਂ ਉਹਨਾਂ ਦੇ, ਉਹ ਸਾਡੇ ਨਾਲ ਚੱਲਦੇ ਰਹੇ ਨੇ, ਸਾਡੀਆਂ ਸਟੇਜਾਂ ਤੋਂ ਬੋਲਦੇ ਰਹੇ ਆ। ਤੇ ਠੀਕ ਹੈ, ਵੇਖੋ ਕਈ ਵਾਰ ਗਲਤੀ ਮੇਰੇ ਤੋਂ ਵੀ ਹੋ ਸਕਦੀ ਹੈ, ਗਲਤੀ ਕੁਲਦੀਪ ਜੀ ਤੁਹਾਡੇ ਤੋਂ ਵੀ ਹੋ ਸਕਦੀ ਹੈ। ਕਿਤੇ ਕੋਈ ਗਲਤੀ ਜੇ ਕਿਸੇ ਤੋਂ ਹੋ ਜੀ ਉਹਨੂੰ ਆਪਾਂ ਦੇਸ਼ ਨਿਕਾਲਾ ਥੋੜ੍ਹਾ ਦੇਣਾ, ਆਪਣੇ ਪਰਿਵਾਰ ਦੇ ਵਿੱਚੋਂ ਘਰੋਂ ਥੋੜ੍ਹਾ ਬਾਹਰ ਕੱਢ ਦਿਆ ਕਿਸੇ ਨੂੰ, ਐਸੀ ਕੋਈ ਗੱਲ ਨਹੀਂ ਹੈਗੀ। ਸਾਡੇ ਨਾਲ ਨੇ ਉਹ ਸਾਰੇ, ਜੇ ਕਿਤੇ ਗਲਤੀ ਹੋਈ ਉਹਦੇ 'ਚ ਸੁਧਾਰ ਹੋ ਜਾਂਦਾ ਹੁੰਦਾ ਹੈ ਨਾ। ਜੇ ਕਿਸੇ ਤੋਂ ਹੋ ਗਈ ਕੋਈ ਵੀ ਨਹੀਂ ਬਾਹਰ। ਮੈਂ ਤਾਂ ਅੱਗੇ ਵੀ ਇੱਕ ਦਿਨ ਇਹ ਗੱਲ ਕਹੀ ਕਿ 26 ਨੂੰ ਜਿੰਨੇ ਵੀ ਗਏ ਨੇ ਲੱਖੇ ਹੁਣ ਤਾਂ ਸ਼ੁਰੂ ਤੋਂ ਬੈਠੇ ਉੱਥੇ ਵੀ ਜਿਹੜੇ ਵੀ ਗਏ ਨੇ ਸਰਕਾਰ ਦੇ ਗਲਤ ਰਵੱਈਏ ਦੇ ਕਾਰਨ ਆਊਟਸਾਈਡ ਲੈ ਕੇ ਲੋਕ ਦੂਜੇ ਬੰਨੇ ਚਲੇ ਗਏ, ਜਿੱਧਰ ਨੂੰ ਸਰਕਾਰ ਭੇਜਣਾ ਚਾਹੁੰਦੀ ਸੀ। ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ, ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਸੀ ਸਰਕਾਰ ਆਪਣੇ ਢੰਗ ਤਰੀਕੇ ਦੇ ਨਾਲ। ਉਹ ਗਏ ਆ ਬੱਚੇ, ਚਲੋ ਠੀਕ, ਉਹਨਾਂ ਦੀਆਂ ਜ਼ਮਾਨਤਾਂ ਕੁਛ ਹੋ ਗਈਆਂ, ਕੁਛ ਰਹਿੰਦੇ ਦਿਨਾਂ 'ਚ ਮੈਨੂੰ ਲੱਗਦਾ ਰਹਿ ਵੀ ਥੋੜ੍ਹੇ ਗਏ ਨਾ, ਮੈਨੂੰ ਵੀ ਕਈ ਦਿਨ ਹੋ ਗਿਆ ਇਹਨੂੰ। ਉਸ ਦਿਨ 25 ਕੁ ਮੈਂਬਰ ਰਹਿ ਗਏ ਸੀ ਸਾਰੇ, 25-26, ਬਾਕੀ ਤਕਰੀਬਨ ਹੋ ਗਈਆਂ ਸੀ ਜ਼ਮਾਨਤਾਂ। ਜਿਸ ਦਿਨ ਮੈਂ ਆਇਆ ਉਸ ਦਿਨ ਵੀ 6-7 ਆਏ ਸੀ ਆਪਣੇ 'ਚੋਂ ਜੇਲ੍ਹ 'ਚੋਂ, ਉਹਨਾਂ ਨੂੰ ਅਸੀਂ ਸਨਮਾਨ ਕਰਕੇ ਆਏ ਉੱਥੇ। ਤਕਰੀਬਨ ਮੇਰਾ ਖਿਆਲ ਹੈ ਉਹ ਨੇੜੇ ਲੱਗ ਗਿਆ ਹੋਣਾ, ਅੱਬਲ ਤਾਂ ਹੋ ਹੀ ਗਈਆਂ ਹੋਣਗੀਆਂ ਸਾਰੀਆਂ, ਹੁਣ ਮੇਰੇ ਕੋਲ ਰਿਪੋਰਟ ਨਹੀਂ ਹੈਗੀ ਲਾਸਟ ਜਿਹੜੀ ਹੈ। ਪਰ ਬੂਟਾ ਜੀ ਜੇਕਰ ਤੁਸੀਂ ਕਹਿੰਦੇ ਹੋ ਵੀ ਲੱਖੇ ਸਿਧਾਣੇ ਦੇ ਉਲਟ ਕੋਈ ਨਹੀਂ ਬੋਲ ਰਹੀ ਜਤੀ, ਕਈ ਆਗੂਆਂ ਦੇ ਬਿਆਨ ਤੁਸੀਂ ਅਕਸਰ ਸੁਣੇ ਹੋਣਗੇ। ਜਦੋਂ ਲੱਖੇ ਸਿਧਾਣੇ ਨੇ ਮਹਾਰਾਜ ਰੈਲੀ ਕੀਤੀ ਬਠਿੰਡੇ ਦੇ ਵਿੱਚ, ਇੱਕ ਵੀ ਜਿਹੜਾ ਲਫ਼ਜ਼ ਆ ਉਹਨਾਂ ਨੇ ਕਿਸਾਨੀ ਦੇ ਉਲਟ ਨਹੀਂ ਕਿਹਾ। ਉਹਨਾਂ ਨੌਜਵਾਨਾਂ ਨੂੰ ਇਹੀ ਸੁਨੇਹਾ ਦਿੱਤਾ ਕਿ ਆਪਾਂ ਨੇ ਮੋਰਚੇ ਦੇ ਨਾਲ ਚੱਲਣਾ, ਜਥੇਬੰਦੀਆਂ ਦੇ ਨਾਲ ਮਿਲ ਕੇ ਚੱਲਣਾ। ਪਰ ਕਈ ਕਾਮਰੇਡ ਨੇ ਜਿਹੜੇ ਜਥੇਬੰਦੀਆਂ ਦੇ ਪ੍ਰਧਾਨ ਨੇ, ਉਹ ਗਦਾਰ ਤੱਕ ਕਹਿ ਦਿੰਦੇ ਉਹਨਾਂ ਨੂੰ, ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ। ਪਰ ਆਖਰ ਸਟੇਜ ਤਾਂ ਕਿਸਾਨ ਸੰਯੁਕਤ ਮੋਰਚੇ ਦੇ ਹੁੰਦੇ, ਪ੍ਰਭਾਵ ਤਾਂ ਪੈਂਦਾ ਫਿਰ ਨੌਜਵਾਨੀ ਤੇ ਵੀ ਅਸਰ ਪੈਂਦਾ ਉੱਤੇ। ਵੇਖੋ ਇੱਕ ਵੀ ਮੇਰੀ ਸਟੇਟਮੈਂਟ ਕੱਢ ਲਿਓ, ਠੀਕ ਹੈ ਜੀ, ਕਿਤੇ ਵੀ ਇਹ ਮੈਂ ਕਿਸੇ ਨੂੰ ਵੀ ਗਦਾਰ ਕਿਹਾ ਹੋਵੇ, ਠੀਕ ਹੈ ਜੀ, ਚਾਹੇ ਲੱਖਾ ਹੈ, ਚਾਹੇ ਦੀਪ ਆ, ਚਾਹੇ ਕੋਈ ਹੋਰ ਹੋਵੇ, ਅਸੀਂ ਕਿਸੇ ਨੂੰ ਅੱਜ ਤੱਕ ਨਾ ਗਦਾਰ ਕਿਹਾ ਨਾ ਕਹਿਣਾ। ਮੈਂ ਤਾਂ ਇੱਕ ਗੱਲ ਕਰਦਾ ਬਈ ਇਸ ਅੰਦੋਲਨ ਦੇ ਵਿੱਚ ਜਿਸ ਦਿਨ ਤੋਂ ਚੱਲਿਆ ਹੈ ਉਸ ਦਿਨ ਤੋਂ ਜੇ ਇੱਕ ਬੰਦਾ ਇਕੱਲਾ ਬਹਿ ਕੇ ਵੀ ਆਪਣਾ ਧਰਨਾ ਮਾਰ ਕੇ ਬੈਠਾ ਹੈ ਨਾ ਇਸ ਅੰਦੋਲਨ ਵਾਸਤੇ ਉਹਦੇ ਹੱਕ 'ਚ, ਤੇ ਉਹ ਵੀ ਸਾਡੇ ਨਾਲ ਹੀ ਹੈ, ਉਹ ਵੀ ਇਹਦੇ ਵਾਸਤੇ ਕੁਝ ਕਰ ਰਿਹਾ। ਤੁਸੀਂ ਹੁਣ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਨਾਲ ਹੋ? ਅਸੀਂ ਨਾਲ, ਅਸੀਂ ਕਿਸੇ ਦੇ ਵੀ ਨਹੀਂ ਵਿਰੋਧ ਹੈਗੇ। ਵੇਖੋ ਲੱਖਾ ਸਿਧਾਣਾ, ਦੀਪ ਜਿਹੜਾ ਦੀਪ ਅੰਦਰ ਚਲਿਆ ਗਿਆ ਉਹਦੀ ਗੱਲ ਨਹੀਂ। ਦੀਪ ਨੇ, ਉਹਦੀ ਮੈਂ ਤੁਹਾਨੂੰ ਦੱਸ ਦੇਣਾ ਥੋੜ੍ਹੀ ਜਿਹੀ ਗੱਲ। ਦੀਪ ਨੇ ਜਿੱਦਣ ਸਾਡੀ ਮੀਟਿੰਗ ਹੋਈ ਹੈ ਪਹਿਲੇ ਦਿਨ ਕਲਾਕਾਰਾਂ ਦੇ ਨਾਲ, ਦੀਪ ਨੂੰ ਉਹਨਾਂ ਨੇ ਅੱਗੇ ਲਾਇਆ ਸੀ, ਦੀਪ ਨੂੰ ਕਲਾਕਾਰਾਂ ਨੇ ਆਗੂ ਬਣਾਇਆ, ਅਸੀਂ ਵੀ ਉਹਨਾਂ ਦਾ ਆਗੂ ਮੰਨਿਆ ਵੀ ਇਸ ਗਰੁੱਪ ਦਾ ਆਗੂ ਇਹ ਹੈ, ਠੀਕ ਹੈ ਜੀ। ਤੇ ਜਦੋਂ ਉਸ ਤੋਂ ਬਾਅਦ ਸਾਡਾ ਮੋਰਚਾ ਸ਼ੰਭੂ ਸ਼ੁਰੂ ਹੋਇਆ ਤੇ ਉਹਨੇ ਆ ਕੇ ਆਪਣੀ ਅਲੱਗ ਸਟੇਜ ਲਾ ਲਈ, ਉਹ ਸਾਡੇ ਖਿਲਾਫ ਬੋਲਣ ਲੱਗ ਗਿਆ, ਜਥੇਬੰਦੀਆਂ ਨੂੰ ਵਿਕਾਊ ਕਹਿਣ ਲੱਗ ਗਿਆ। ਪਰ ਇੱਕ ਗੱਲ ਹੈ ਵੀ ਉਹਦੇ ਅਸੀਂ ਨਾਲ ਨਾ ਵੀ ਹੋਈਏ, ਅਸੀਂ ਇੱਕ ਗੱਲ ਉਹਦੇ ਖਿਲਾਫ ਨਹੀਂ ਕੋਈ ਗੱਲ ਕੀਤੀ ਕੋਈ ਵੀ। ਜੇਕਰ ਉਹ ਸਾਡੇ ਖਿਲਾਫ ਬੋਲਦਾ ਹੈ ਇਹ ਉਹਦੀ ਮਰਜ਼ੀ ਹੈ। ਹੁਣ ਸਿਧਾਣਾ ਲੱਖਾ ਸਾਡੇ ਹੱਕ 'ਚ ਬੋਲਿਆ ਸਾਰੀਆਂ ਜਥੇਬੰਦੀਆਂ ਦੇ ਉੱਤੇ, ਔਰ ਮੋਰਚੇ ਦੇ ਹੱਕ 'ਚ ਬੋਲਿਆ, ਅਸੀਂ ਕਹਿੰਦੇ ਉਹ ਸਾਡਾ, ਉਹ ਕੋਈ ਵਿਰੋਧ ਨਹੀਂ ਹੈਗਾ। ਜਿਹੜਾ ਬੰਦਾ ਸਾਡੇ ਅੰਦੋਲਨ ਦੇ ਖਿਲਾਫ ਬੋਲੂਗਾ, ਸਾਡੇ ਖਿਲਾਫ ਬੋਲੂਗਾ, ਅਸੀਂ ਚੱਲ ਉਹਨੂੰ ਇੰਨਾ ਵੀ ਜੇ ਆਪਣਾ ਨਹੀਂ ਕਹਿ ਸਕਦੇ, ਅਸੀਂ ਉਹਨੂੰ ਬਾਲਾ ਗਦਾਰ ਵੀ ਨਹੀਂ ਕਹਿ ਸਕਦੇ ਤੇ ਵਿਰੋਧੀ ਵੀ ਨਹੀਂ ਕਹਿ ਸਕਦੇ। ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਓ ਕਿ ਉਹ ਸਾਨੂੰ ਇੱਥੇ ਬਹੁਤ ਵੱਧ ਤੋਂ ਵੱਧ ਬੋਲਦਾ ਹੈ, ਹੱਦ ਤੋਂ ਵੱਧ ਬੋਲਿਆ, ਠੀਕ। ਉਹਦੀਆਂ ਗਲਤੀਆਂ ਹਨ, ਦੀਪ ਦੀਆਂ ਬਹੁਤ ਵੱਡੀਆਂ ਗਲਤੀਆਂ ਨੇ। ਉਦਣ ਵੀ ਉਹਨੇ ਜ਼ਿਆਦਾ ਭੜਕਾਇਆ ਲੋਕਾਂ ਨੂੰ ਉੱਥੇ ਆ ਕੇ, ਜਿਹਦੇ ਨਾਲ ਅੰਦੋਲਨ ਨੂੰ ਵੱਡੀ ਸੱਟ ਵੱਜੀ, ਜਿਹਦੇ ਕਰਕੇ ਸਾਡੇ ਬੰਦੇ ਉਹਦੇ ਖਿਲਾਫ ਬੋਲੇ ਕੁਛ, ਕਿਉਂ ਉਸ ਦਿਨ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸੀ, ਐਂ ਲੱਗਦਾ ਸੀ ਵੀ ਅੰਦੋਲਨ ਚੱਲੂਗਾ ਜਾਂ ਹੁਣ ਬਿਲਕੁਲ ਖਤਮ ਹੋ ਗਿਆ। ਤੇ ਜਿਨ੍ਹਾਂ ਨੇ ਏਡੀ ਮਿਹਨਤ ਕਰਕੇ ਇੱਥੋਂ ਅੰਦੋਲਨ ਨੂੰ ਚੁੱਕ ਕੇ ਉੱਥੋਂ ਤੱਕ ਲੈ ਕੇ ਗਏ ਸੀ, ਵੇਖੋ ਦੁੱਖ ਤੇ ਲੱਗਦਾ ਹੈ ਨਾ ਉਸ ਗੱਲ ਦਾ, ਉਹ ਦੁਖੀ ਹੋਇਆ ਨਾ ਜਿਹੜੀ ਗੱਲ ਕਈ ਉਦਣ ਕਈ। ਔਰ ਦੀਪ ਦੀਆਂ ਗਲਤੀਆਂ ਬਹੁਤ ਜ਼ਿਆਦੀਆਂ ਨੇ, ਦੀਪ ਕਈ ਗਲਤੀਆਂ ਕਰ ਗਿਆ। ਲੱਖੇ ਸਿਧਾਣੇ ਨੇ ਅੱਜ ਤੱਕ ਮੇਰਾ ਖਿਆਲ ਕੋਈ ਇਹੋ ਜਿਹੀ ਗੱਲ ਉਦਣ ਮਹਾਰਾਜ ਵਾਲੀ ਮੈਂ ਵੀ ਉਹਦੀ ਸੁਣੀ ਹੈ, ਕੋਈ ਇਹੋ ਜਿਹੀ ਨੇ ਮਾੜੀ ਗੱਲ। ਫਿਰ ਜਥੇਬੰਦੀਆਂ ਕਿਉਂ ਨਹੀਂ ਸਪੋਰਟ ਕਰ ਰਹੀਆਂ ਫਿਰ ਲੱਖੇ ਸਿਧਾਣੇ ਦੇ, ਕਿਉਂ ਨਹੀਂ ਕਾਨੂੰਨੀ ਪੈਰਵਾਈ ਕਰ ਰਹੀਆਂ? ਜੇਕਰ ਤੁਸੀਂ ਕਹਿੰਦੇ ਹੋ ਕੋਈ ਮਾੜੀ ਗੱਲ ਨਹੀਂ ਕੀਤੀ ਹੈਗੀ, ਸੰਘਰਸ਼ ਨੂੰ ਕੋਈ ਖਰਾਬ ਕਰਨ ਦਾ ਕੋਈ ਯਤਨ ਨਹੀਂ ਕੀਤਾ, ਹਾਲਾਂਕਿ ਜੋੜਿਆ ਆਪਦੇ ਬੱਚੇ ਨੂੰ ਵੀ ਨਾਲ ਲੈ ਕੇ ਉਹ ਧਰਨੇ 'ਚ ਬੈਠਾ ਸੀ, ਮੈਂ ਦੇਖਿਆ ਨੇ ਤਸਵੀਰਾਂ ਉਹਨਾਂ ਦੀ ਵੀਡੀਓ। ਪਰ ਕਿਉਂ ਨਹੀਂ ਫਿਰ ਹੁਣ ਸੰਯੁਕਤ ਮੋਰਚਾ ਉਹਨਾਂ ਦੀ ਮਦਦ ਕਰੇ? ਕਿਉਂਕਿ ਉਹਦੇ ਨਾਲ ਲੱਖਾਂ ਨੌਜਵਾਨ ਨੇ, ਰੈਲੀ ਬਠਿੰਡੇ ਕਰਕੇ ਦਿਖਾਈ ਉਹਨੇ, ਕਾਫੀ ਵੱਡੀ ਤਾਦਾਦ ਦੇ ਵਿੱਚ ਉਹਦੇ ਨਾਲ ਸੀ ਲੋਕ, ਨੌਜਵਾਨ। ਨਹੀਂ, ਮਦਦ ਦੀ ਗੱਲ ਮੈਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਸਾਡਾ ਪੈਨਲ ਬਣਿਆ ਹੈ ਕਿ ਨਹੀਂ, ਉਹਦੇ ਤੋਂ ਆਪਾਂ ਪਤਾ ਵੀ ਲੈ ਲਾਂਗੇ ਵੀ ਤੁਸੀਂ ਇੱਕ ਇਕੱਲੇ ਉਸ ਬੰਦੇ ਦੀ, ਇੱਕ ਇਕੱਲੇ ਲੱਖੇ ਨੂੰ ਸਾਈਡ ਤੇ ਛੱਡ ਰਹੇ ਹੋ, ਉਹਦੀ ਨਹੀਂ ਕੋਈ ਪੈਰਵਾਈ ਕਰ ਰਹੇ, ਆਪਾਂ ਇਹ ਪਤਾ ਲੈ ਲਾਂਗੇ। ਲੇਕਿਨ ਉਹਦੇ ਬਾਰੇ ਮੈਨੂੰ ਪਤਾ ਨਹੀਂ, ਕਿਉਂਕਿ ਸਾਰਾ ਸੰਯੁਕਤ ਮੋਰਚੇ ਦਾ ਜਿਹੜਾ ਪੈਨਲ ਹੈ ਲੀਗਲ,
ਉਹ ਹੀ ਸਾਰਾ ਕਰ ਰਿਹਾ। ਅਸੀਂ ਤਾਂ ਕਦੇ ਇੰਟਰਫੇਅਰ ਨਹੀਂ ਕੀਤਾ ਉਹਦੇ 'ਚ। ਸਾਨੂੰ ਤਾਂ ਜਦੋਂ ਦੱਸ ਦਿੰਦੇ ਨੇ ਵੀ ਇੰਨੇ ਜਵਾਨਾਂ ਦੀ ਅੱਜ ਰਿਹਾਈ ਹੋ ਗਈ ਹੈ ਜੀ, ਇੰਨੇ ਅੱਜ ਕਿਸਾਨ ਜੇਲ੍ਹ 'ਚੋਂ ਆ ਗਏ ਨੇ, ਜੇ ਉਹ ਆਪਣੇ ਵਾਲੇ ਪਾਸੇ ਆਉਂਦੇ ਨੇ ਉੱਥੇ ਜਿਹੜਾ ਵੀ ਸਾਡਾ ਆਗੂ ਹੁੰਦਾ ਉਹਨਾਂ ਨੂੰ ਸਨਮਾਨ ਕਰਦਾ, ਤੇ ਉਹਨਾਂ ਨੂੰ ਸਨਮਾਨ ਕਰਕੇ ਪੂਰਾ ਮਾਨ ਸਨਮਾਨ ਦੇ ਕੇ ਉਹਨਾਂ ਨੂੰ ਗਾਹਾਂ ਤੋਰੀ ਦਾ। ਜਿਹੜੇ ਟਿੱਕਰੀ ਵਾਲੇ ਜਾਣਾ ਹੁੰਦੇ ਨੇ ਜਾਂ ਗਾਜੀਪੁਰ ਵਾਲ ਦੇ ਉਹ ਉਧਰ ਚਲੇ ਜਾਂਦੇ ਆ। ਇਸ ਕਰਕੇ ਬਾਕੀ ਇਹਦੇ ਬਾਰੇ ਕਨਫਰਮ ਕਰ ਲਾਂਗੇ ਆਪਾਂ ਵੀ ਲੱਖੇ ਇਕੱਲੇ ਦੀ ਉਹ ਹੈਲਪ ਨਹੀਂ ਹੋ ਰਹੀ ਕਿ ਹੋ ਰਹੀ ਹੈ ਨਾ, ਉਹ ਆਪਾਂ ਪਤਾ ਲੈ ਲਾਂਗੇ। ਬਾਕੀ ਮੇਰੇ ਖਿਆਲ ਦੇ ਮੁਤਾਬਕ ਕੋਈ ਲੱਖੇ ਨੇ ਮਾੜੀ ਗੱਲ ਨਹੀਂ ਕੀਤੀ, ਤੇ ਜਿੰਨੇ ਕੋਈ ਮਾੜੀ ਸਾਡੇ ਖਿਲਾਫ ਨਹੀਂ ਕੀਤੀ ਤੇ ਸਾਨੂੰ ਵੀ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ, ਅਗਲਾ ਸਵਾਲ, ਸੰਯੁਕਤ ਮੋਰਚਾ ਐਲਾਨ ਨਹੀਂ ਕਰਦਾ, ਮਦਦ ਕਿਉਂ ਨਹੀਂ ਕਰਦਾ? ਕਿਉਂਕਿ ਤੁਸੀਂ ਦੱਸਿਆ ਵੀ 300 ਦਾ ਜਿਹੜਾ ਅੰਕੜਾ ਪਾਰ ਹੋ ਚੁੱਕਿਆ, ਵੀ ਜਿਹੜੇ ਕਿਸਾਨਾਂ ਦੀ ਜਾਨਾਂ ਚਲੀਆਂ ਗਈਆਂ, ਕਰੀਬ ਹੋ ਚੁੱਕਾ। ਹਾਂ 300 ਦੇ ਨੇੜੇ ਚਲਾ ਗਿਆ। ਪਰ ਮਦਦ ਕੌਣ ਕਰੂਗਾ? ਸੰਯੁਕਤ ਮੋਰਚੇ ਨੂੰ ਲੋਕਾਂ ਦੇ ਇਹ ਵੀ ਸਵਾਲ ਨੇ ਵੀ ਫੰਡ ਬਹੁਤ ਜ਼ਿਆਦਾ ਆ ਰਿਹਾ, ਵਿਦੇਸ਼ਾਂ ਤੋਂ ਆ ਰਿਹਾ, ਜਿਹੜੇ ਪੰਜਾਬੀ ਭਾਈਚਾਰਾ ਉੱਥੇ ਬੈਠਾ ਉਹਨਾਂ ਨੂੰ ਹਮਦਰਦੀ ਆ ਕਿਸਾਨੀ ਦੇ ਨਾਲ, ਆਪਣੇ ਮਾਪਿਆਂ ਦੇ ਨਾਲ ਹਮਦਰਦੀ ਆ, ਉਹ ਮਦਦ ਕਰ ਰਹੇ ਨੇ ਲਗਾਤਾਰ। ਪਰ ਸੰਯੁਕਤ ਮੋਰਚਾ ਉਹਨਾਂ ਪਰਿਵਾਰਾਂ ਦੀ ਕਿਉਂ ਨਹੀਂ ਮਦਦ ਕਰ ਰਿਹਾ? ਕਈ ਪਰਿਵਾਰ ਤਾਂ ਐਸੇ ਨੇ ਜਿਨ੍ਹਾਂ ਦਾ ਇਕਲੌਤਾ ਹੀ ਮੈਂਬਰ ਸੀ, ਉਹ ਮੋਰਚੇ ਦੇ ਵਿੱਚ ਜਾਨ ਗਵਾ ਚੁੱਕਿਆ, ਪਰ ਹੁਣ ਪੈਸੇ ਨੂੰ ਮੁਹਤਾਜ ਆ, ਉਹ ਖਰਚੇ ਨਹੀਂ ਚੱਲ ਰਹੇ ਘਰ ਦੇ। ਉਹਨਾਂ ਨੂੰ ਫਿਰ ਕਿਉਂ ਨਹੀਂ ਸੰਯੁਕਤ ਮੋਰਚਾ ਮਦਦ ਕਰ ਰਿਹਾ ਜੇਕਰ ਤੁਹਾਡੇ ਲਵੇ ਫੰਡ ਹੈਗਾ? ਵੇਖੋ, ਇਹ ਤੁਸੀਂ ਬਹੁਤ ਵਧੀਆ ਇੰਪੋਰਟੈਂਟ ਸਵਾਲ ਕੀਤਾ, ਇਹ ਜ਼ਰੂਰੀ ਵੀ ਹੈ ਜੀ। ਇਹ ਸਾਡੇ ਕੋਲ ਵੀ ਰਿਪੋਰਟਾਂ ਕਈ ਪਾਸੇ ਤੋਂ ਆਉਂਦੀਆਂ ਨੇ ਕੁਲਦੀਪ ਜੀ, ਵੀ ਫੰਡ ਬਹੁਤ ਜ਼ਿਆਦਾ ਆ ਰਿਹਾ, ਪਤਾ ਨਹੀਂ ਜਥੇਬੰਦੀਆਂ ਖਾਈ ਜਾਂਦੀਆਂ ਨੇ। ਮੈਂ ਇਹਦੇ ਬਾਰੇ ਬਿਲਕੁਲ ਕਲੀਅਰ ਕਰ ਦੇਣੀ ਚਾਹੁੰਦਾ। ਅਸੀਂ ਸਟੇਜ ਤੋਂ ਵੀ ਇੱਕ ਦਿਨ ਕਲੀਅਰ ਕੀਤਾ, ਜਿਹੜਾ ਕੈਸ਼ੀਅਰ ਹੈ ਉਹ ਤੋਂ ਕਰਾਇਆ ਸਾਰਾ ਕੁਝ, ਠੀਕ ਹੈ, ਉਹ ਲਾਈਵ ਚੱਲ ਰਿਹਾ ਸੀਗਾ। ਬਾਕੀ ਦੂਜੀ ਗੱਲ ਇਹ ਆ ਵੀ ਜਿੰਨਾ ਫੰਡ ਸਾਡੇ ਕੋਲ ਆ ਰਿਹਾ ਉਹ ਜਿਹੜਾ ਉੱਥੇ ਲੱਗ ਰਿਹਾ ਸਟੇਜ ਤੇ ਲਾ ਲਓ, ਸਪੀਕਰਾਂ ਦਾ ਹੈਗਾ ਪਿੱਛਾ ਜੋ ਵੀ ਜਾ ਰਿਹਾ ਹੈ ਨਾ, ਉਹ ਲੱਗ ਜਾਵੇਗਾ ਉੱਥੇ। ਔਰ ਜਿਹੜਾ ਦੂਜਾ ਫੰਡ ਹੈ ਸਾਡਾ ਪਹਿਲੇ ਦਿਨ ਤੋਂ ਇਹ ਗੱਲ ਕਰੀ ਹੋਈ ਵੀ ਜੋ ਬਚਦਾ, ਵੇਖੋ ਹੋਣਾ ਤਾਂ ਉਦੋਂ ਜਿੱਦਣ ਇਹ ਅੰਦੋਲਨ ਖਤਮ ਹੋਊਗਾ, ਜਿਹੜਾ ਬਚਦਾ ਫੰਡ ਹੈ ਸਾਡੇ ਕੋਲ ਜੋ ਬਚੇਗਾ ਉਹ ਇਹਨਾਂ ਪਰਿਵਾਰਾਂ ਨੂੰ ਦਿੱਤਾ ਜਾਊਗਾ। ਭਾਵੇਂ 5 ਆਉਣ ਕਿਸੇ ਨੂੰ ਚਾਹੇ 50 ਆਉਣ, ਵੰਡਿਆ ਇਹਨਾਂ ਪਰਿਵਾਰਾਂ ਵਿੱਚ ਹੀ ਜਾਣਾ। ਉਹ ਕਿਸੇ ਵੀ ਜਥੇਬੰਦੀ ਨੂੰ ਇੱਕ ਮੋਰੀ ਵਾਲਾ ਪੈਸਾ ਜਿਹੜਾ ਆਪਾਂ ਆਮ ਕਹਾਵਤ ਹੁੰਦੀ ਨਾ, ਮੋਰੀ ਵਾਲਾ ਪੈਸਾ ਜਿਹੜਾ ਉਹ ਕਿਸੇ ਜਥੇਬੰਦੀ ਨੂੰ ਨਾ ਦਿੱਤਾ, ਨਾ ਕੋਈ ਜਥੇਬੰਦੀ ਉਹਦੀ ਰਵਾਦਾਰ ਹੈ, ਨਾ ਕਿਸੇ ਨੂੰ ਦੇਣਾ ਹੈ। ਉਹ ਸਾਰੇ ਦਾ ਸਾਰਾ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਵੰਡਿਆ ਜਾਊਗਾ ਜਿਨ੍ਹਾਂ ਦੇ ਅੱਜ ਬੱਚੇ ਜਿਹੜੇ ਨੇ ਸ਼ਹੀਦ ਹੋ ਗਏ ਨੇ। ਮੈਂ ਵੀ ਜਾ ਕੇ ਆਇਆ ਅਗਲੇ ਦਿਨ। ਤੁਸੀਂ ਇਕਲੌਤੇ ਬੱਚੇ ਦੀ ਗੱਲ ਕੀਤੀ ਆ, ਖੇੜੀ ਜੱਟਾਂ, ਕੱਲਾ ਮੁੰਡਾ ਸੀ ਉਸ ਪਰਿਵਾਰ ਦਾ, ਲੜਕੀ ਵੀ ਨਹੀਂ ਹੈਗੀ, ਇੱਕੋ ਹੀ ਮੁੰਡਾ ਸੀ ਇਕੱਲਾ, ਉਹਨਾਂ ਦਾ 18 ਕੁ ਸਾਲ ਦੀ ਉਹਦੀ ਉਮਰ ਸੀ, ਤੇ ਨੌਜਵਾਨ ਬੱਚਾ ਉਹ ਸ਼ਹੀਦ ਹੋ ਗਿਆ। ਇਹ ਗੱਲ ਤੁਹਾਡੀ ਸਹੀ ਹੈ। ਘਰ ਦਾ ਜਦੋਂ ਚਿਰਾਗ ਬੁੱਝ ਜਾਂਦਾ ਨਾ, ਖਰਚਿਆਂ ਖੁਰਚਿਆਂ ਦੀਆਂ ਤਾਂ ਗੱਲਾਂ ਲੱਗ ਰਹਿ ਜਾਂਦੀਆਂ ਨੇ, ਉਹਨਾਂ ਨੂੰ ਸੁਝਦੇ ਕੱਖ ਨਹੀਂ ਵੀ ਅਸੀਂ ਕਰਨਾ ਕੀ ਹੈ। ਇਹ ਗੱਲ ਠੀਕ ਹੈ, ਤੁਹਾਡੀ ਹੋਊਗੀ ਮਦਦ ਉਹਨਾਂ ਦੀ, ਪਰ ਜਿਹੜਾ ਫੰਡ ਵਧੂਗਾ ਉਹ ਸਾਰਾ ਉਹਨਾਂ ਪਰਿਵਾਰਾਂ ਦਿੱਤਾ, ਕਿਸੇ ਜਥੇਬੰਦੀ ਨੂੰ ਦਿੱਤਾ। ਬੂਟਾ ਜੀ, ਇਹ ਗੱਲ ਦੇ ਤੇ ਆਉਣਾ ਮੈਂ ਤੁਹਾਡੀ, ਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਹੈਗਾ ਵੀ ਜਦੋਂ ਕਿਸਾਨੀ ਮੋਰਚਾ ਜਿੱਤ ਲਿਆ ਸੀ ਨੇ, ਵੀ ਕਿਤੇ ਫੰਡਾਂ ਨੂੰ ਲੈ ਕੇ ਨਾ ਜਥੇਬੰਦੀਆਂ ਲੜ ਪੈਣ, ਕਿਤੇ ਕਿਹੜੇ ਸ਼ਹੀਦ ਪਰਿਵਾਰ ਨੇ ਓਕਣੇ ਉਹ ਦੇਖਦੇ ਰਹਿ ਜਾਣ, ਕੁਛ ਮਿਲੀ ਨਾ ਉਹਨੂੰ। ਇਹ ਵੀ ਲੋਕਾਂ ਦੇ ਵਿੱਚ ਡਰ ਹੈਗਾ ਏ। ਮੈਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ, ਮੈਂ ਲੰਮਾ ਸਮਾਂ ਉਸ ਮੋਰਚੇ ਦੇ ਵਿੱਚ ਰਿਹਾ, 3 ਮਹੀਨੇ ਦਾ ਮੈਂ ਸਮਾਂ ਉਸ ਮੋਰਚੇ ਦੇ ਵਿੱਚ ਰਹਿ ਕੇ ਖੁਦ ਕਵਰੇਜ ਕੀਤੀ ਆ ਗਰਾਊਂਡ ਜ਼ੀਰੋ ਤੋਂ। ਲੋਕਾਂ ਦੇ ਇਹ ਸਵਾਲ ਨੇ, ਲੋਕ ਡਰਦੇ ਨੇ ਵੀ ਕਿਤੇ ਬਾਅਦ ਵਿੱਚ ਆਏ ਨਾ ਹੋਵੇ ਫੰਡਾਂ ਨੂੰ ਲੈ ਕੇ ਜਥੇਬੰਦੀਆਂ 'ਚ ਰੌਲਾ ਪੈ ਜਾਵੇ, ਸਾਨੂੰ ਕੋਈ ਮਦਦ ਨਾ ਮਿਲੇ। ਵੇਖੋ, ਮਦਦ ਜ਼ਰੂਰ ਮਿਲੂਗੀ। ਜਿਹੜਾ ਰੌਲਾ ਪਾਊਗਾ, ਜਥੇਬੰਦੀਆਂ ਬਹੁਤ ਨੇ, ਪਹਿਲਾਂ ਤਾਂ ਜਥੇਬੰਦੀਆਂ ਉਹਦੀ ਕਟਾਈ ਕਰਨੀਆਂ, ਜਿਹੜਾ ਹੇਰਾ ਫੇਰੀ ਮਾਰੂਗਾ ਤਾਂ ਹੀ ਰੌਲਾ ਪਊਗਾ ਨਾ। ਤੇ ਉਸ ਤੋਂ ਅੱਗੇ ਫਿਰ ਪੰਜਾਬ ਆ ਜਾਂਦਾ ਹੈ। ਜੇ ਹਰਿਆਣੇ ਦਾ ਹੋਊਗਾ ਕਿ ਹਰਿਆਣਾ ਆ ਜਾਂਦਾ, ਦੂਜੀਆਂ ਸਟੇਟਾਂ ਆ ਜਾਂਦੀਆਂ ਨੇ। ਲੋਕ ਨਹੀਂ ਉਹਨੂੰ ਬਖਸ਼ਣਗੇ ਜਿਹੜਾ 10 ਰੁਪਈਏ ਦੀ ਵੀ ਹੇਰਾ ਫੇਰੀ ਕਰੂਗਾ। ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਕੋਈ ਇਹੋ ਜਿਹੀ ਹਿੰਮਤ ਨਹੀਂ ਕਰੂਗਾ ਵੀ ਇਸ ਜਿਹੜਾ ਲੋਕਾਂ ਵੱਲੋਂ ਆਇਆ ਫੰਡ ਹੈ, ਜਿਹੜਾ ਲੋਕਾਂ ਵੱਲੋਂ ਆਇਆ ਪੈਸਾ ਇਹ ਹਮਾਇਤ ਵਾਸਤੇ, ਉਹਨੂੰ ਕੋਈ ਬਗੇਟੇ ਢੰਗ ਦੇ ਨਾਲ ਆਪਣੇ ਵਾਸਤੇ ਖਰਚ ਕਰਨ ਦਾ ਯਤਨ ਕਰੇ। ਮੇਰੇ ਖਿਆਲ ਦੇ ਮੁਤਾਬਕ ਪਹਿਲੀ ਤਾਂ ਗੱਲ ਕੋਈ ਕਰ ਨਹੀਂ ਸਕਦਾ, ਕਿਸੇ ਨੇ ਏਡੀ ਹਿੰਮਤ ਨਹੀਂ ਕਰਨੀ, ਕਿਉਂਕਿ ਅੰਦੋਲਨ ਬਹੁਤ ਵੱਡਾ, ਹਰ ਪਰਿਵਾਰ ਜੁੜਿਆ, ਹਰ ਪਰਿਵਾਰ ਦੀ ਇਹਦੇ 'ਚ ਮਦਦ ਆ। ਇਸ ਕਰਕੇ ਜੇ ਕੋਈ ਕਰੂਗਾ ਤਾਂ ਉਹਨੂੰ ਦੁਨੀਆ ਬਖਸ਼ੂਗੀ ਨਹੀਂ। ਇੱਕ ਅਗਲਾ ਸਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਰਸਾ, ਹਾਲਾਂਕਿ ਕੰਮ ਬਹੁਤ ਜ਼ਿਆਦਾ ਵਧੀਆ ਕਰ ਰਹੇ ਨੇ, ਉਹ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ। ਕੀ ਸੰਯੁਕਤ ਕਿਸਾਨ ਮੋਰਚੇ ਦਾ ਉਹਦੇ ਵਿੱਚ ਕੋਈ ਰੋਲ ਹੈਗਾ? ਜਿਹੜੇ ਕਿਸਾਨਾਂ ਦੀ ਜ਼ਮਾਨਤ ਹੋ ਰਹੀ ਹੈ, ਲਗਾਤਾਰ ਉਹ ਜਾਣਕਾਰੀਆਂ ਦਿੰਦੇ ਨੇ। ਤਕਰੀਬਨ ਉਹਨਾਂ ਨੇ ਦਾਅਵਾ ਕਰਤਾ ਵੀ ਸਾਰੇ ਕਿਸਾਨਾਂ ਦੀ ਜਿਹੜੇ 26 ਜਨਵਰੀ ਨੂੰ ਜਾਂ 29 ਜਨਵਰੀ ਨੂੰ ਗ੍ਰਿਫਤਾਰ ਕੀਤੇ, ਉਹਨਾਂ ਦੀ ਜ਼ਮਾਨਤਾਂ ਜਿਹੜੀਆਂ ਤਕਰੀਬਨ ਹੋ ਚੁੱਕੀਆਂ ਨੇ। ਸੰਯੁਕਤ ਮੋਰਚੇ ਦਾ ਕੀ ਰੋਲ ਆ ਉਹਦੇ ਵਿੱਚ? ਹੈਗਾ ਕੋਈ ਰੋਲ ਜਾਂ ਸਿਰਫ ਦਿੱਲੀ ਕਮੇਟੀ ਹੀ ਉਹ ਜ਼ਮਾਨਤ ਤੇ ਬਾਹਰ ਲੈ ਕੇ ਆ ਰਹੀ ਹੈ? ਨਹੀਂ ਜੀ, ਵੇਖੋ, ਸਾਰਾ ਰੋਲ ਸੰਯੁਕਤ ਮੋਰਚੇ ਦਾ। ਸਿਰਸਾ ਜੀ ਦਾ ਹੀ ਧੰਨਵਾਦ ਕਰਦੇ ਹਾਂ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਉੱਥੇ ਸਹੂਲਤਾਂ ਪ੍ਰੋਵਾਈਡ ਕਰਾਈਆਂ ਨੇ, ਸਾਰੀਆਂ ਦਫ਼ਤਰ ਆਪਣਾ ਉੱਥੇ ਉਹਨਾਂ ਨੇ ਦਿੱਤਾ ਹੈ, ਉਹਦੇ ਵਿੱਚ ਸਾਰੀਆਂ ਸਹੂਲਤਾਂ ਉਹਦੇ ਵਿੱਚ ਨੇ। ਉਹਨਾਂ ਦੇ ਵਕੀਲ ਜਿਹੜੇ ਹੋਣਗੇ ਉਹ ਵੀ ਨਾਲ ਨੇ। ਬਾਕੀ ਜਿਹੜਾ ਸੰਯੁਕਤ ਮੋਰਚੇ ਦਾ ਪੈਨਲ ਹੈ ਸਾਰਾ ਵਕੀਲਾਂ ਦਾ, ਸੰਯੁਕਤ ਮੋਰਚੇ ਦਾ ਪੈਨਲ ਕੀ ਛੱਡੋ, ਸਾਰੇ ਦੇਸ਼ ਦੇ ਜਿਹੜੇ ਵਕੀਲ ਨੇ ਉਹ ਸਾਰੇ ਦੇ ਸਾਰੇ ਉੱਥੇ ਜਾ ਕੇ ਹਮਾਇਤ ਕਰਕੇ ਆਏ ਨੇ ਆਪਣੇ ਬਾਰਡਰਾਂ ਦੇ ਉੱਤੇ ਵੀ ਅਸੀਂ ਇਹ ਸੰਯੁਕਤ ਮੋਰਚੇ ਦੇ ਨਾਲ ਖੜੇ ਹਾਂ ਜੀ, ਤੁਹਾਡੀ ਡਟ ਕੇ ਹਮਾਇਤ ਕਰਦੇ ਹਾਂ। ਸਾਡੀ ਜਿੱਥੇ ਵੀ ਜ਼ਰੂਰਤ ਹੈ
ਉੱਥੇ ਤੁਸੀਂ ਸਾਡੀਆਂ ਸੇਵਾਵਾਂ ਜਿਹੜੀਆਂ ਉਹ ਲੈ ਸਕਦੇ ਹੋ। ਉਹਦੇ ਵਿੱਚੋਂ ਘੱਟੋ ਘੱਟ ਮੇਰਾ ਖਿਆਲ 150 ਵਕੀਲ ਹੈ, ਜਿਹੜਾ 150 ਵਕੀਲ ਇਸੇ ਕੰਮ ਦੇ ਉੱਤੇ ਲੱਗਾ ਹੈ, ਤੋਂ ਇਸੇ ਕੰਮ ਤੇ ਲੱਗਾ ਹੈ, ਉਹ ਸਾਰੀ ਕਾਰਵਾਈ ਜਿਹੜੀ ਉਹ ਕਰ ਰਿਹਾ ਹੈ। ਬਾਕੀ ਉਹਦਾ ਧੰਨਵਾਦ ਅਸੀਂ ਕਰਦੇ ਹਾਂ ਸਿਰਸਾ ਸਾਹਿਬ ਦਾ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਾਨੂੰ ਉੱਤੇ ਮਤਲਬ ਜਿਹੜੀ ਚੀਜ਼ ਦੀ ਲੋੜ ਸੀ ਉਹ ਪ੍ਰੋਵਾਈਡ ਕਰਾਈ ਹੈ। ਬਾਕੀ ਜੇ ਆਪਾਂ ਕਹਿ ਦਈਏ ਕਿ ਸੰਯੁਕਤ ਮੋਰਚੇ ਨੇ ਕੁਝ ਨਹੀਂ ਕੀਤਾ, ਉਹਨਾਂ ਨੇ ਕੀਤਾ, ਇਹ ਨਹੀਂ ਗੱਲ ਹੈਗੀ। ਇਹ ਸੰਯੁਕਤ ਮੋਰਚਾ ਅੱਗੇ ਲੱਗ ਕੇ ਕਰ ਰਿਹਾ। ਜਦੋਂ ਦਫ਼ਤਰ ਉਹਨਾਂ ਦੇ ਘਰ ਵਿੱਚ ਆ, ਉੱਥੇ ਬਣਿਆ ਗੁਰੂ ਘਰ ਦੇ ਵਿੱਚ ਆ, ਤੇ ਉੱਥੋਂ ਸਾਰੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ। ਉਹ ਜਾਣਕਾਰੀ ਜਿਹੜੀ ਉਹ ਅੱਗੇ ਚਲੋ ਇਸ਼ੂ ਵੀ ਕਰਦੇ ਨੇ, ਮਾੜਾ ਨਹੀਂ ਕਰ ਰਹੇ ਕੋਈ, ਜੇ ਲੋਕਾਂ ਕੋਲੋਂ ਜਾਣਕਾਰੀ ਪਹੁੰਚਾ ਰਹੇ ਨੇ ਤਾਂ ਚੰਗੀ ਗੱਲ ਹੈ, ਮਾੜੀ ਨਹੀਂ ਗੱਲ ਕੋਈ ਵੀ। ਲੇਕਿਨ ਇਹ ਗੱਲ ਕਹਿ ਦੇਣਾ ਵੀ ਸੰਯੁਕਤ ਮੋਰਚੇ ਨੇ ਜੇ ਉਹਨਾਂ ਨੇ ਕਹੀ ਹੈ ਤਾਂ ਫਿਰ ਉਹ ਠੀਕ ਨਹੀਂ ਹੈਗੀ। ਇਹ ਤਾਂ ਵੇਖੋ ਸੰਯੁਕਤ ਮੋਰਚੇ ਦੇ ਜਿਹੜਾ ਪੈਨਲ ਹੈ ਸਾਰਾ ਉਹ ਕੰਮ ਕਰ ਰਿਹਾ ਇਹਦੇ ਉੱਤੇ। ਪ੍ਰਧਾਨ ਜੀ ਇੱਕ ਗੱਲ ਹੋਰ, ਆਪਾਂ ਇਹ ਵੀ ਬੜੀ ਚਰਚਾ ਚੱਲ ਰਹੀ ਹੈ ਵੀ ਜਿਹੜੇ ਕਾਮਰੇਡ ਜਥੇਬੰਦੀਆਂ ਨੇ ਵੀ ਉਹਨਾਂ ਦੇ ਪ੍ਰਧਾਨਾਂ ਤੇ ਇਲਜ਼ਾਮ ਲੱਗ ਰਹੇ ਸੋਸ਼ਲ ਮੀਡੀਆ ਤੇ ਵੀ ਉਹ ਨੌਜਵਾਨਾਂ ਨੂੰ ਹਟਾ ਰਹੇ ਨੇ ਪਾਸੇ ਮੋਰਚੇ ਤੋਂ, ਨੌਜਵਾਨਾਂ ਦੇ ਗੱਲਾਂ ਤੇ ਭੜਕ ਵੀ ਰਹੇ ਨੇ ਵੀ ਇਹ ਕਾਮਰੇਡ ਅੰਦੋਲਨ ਨੂੰ ਖਰਾਬ ਕਰ ਰਹੇ ਨੇ। ਬੜੀ ਚਰਚਾ ਚੱਲ ਰਹੀ ਆ, ਕੀ ਲੱਗਦਾ ਤੁਹਾਨੂੰ ਖਤਮ ਹੋ ਰਿਹਾ, ਖਰਾਬ ਕਰ ਰਹੇ ਨੇ ਕਾਮਰੇਡ, ਕੀ ਲੱਗਦਾ? ਵੇਖੋ ਗੱਲ ਸੁਣੋ, ਸਾਡੇ ਸਾਥੀ ਨੇ ਉਹ, ਠੀਕ ਹੈ, ਚਾਹੇ ਕੋਈ ਕਾਮਰੇਡ ਹੈ ਚਾਹੇ ਕੋਈ ਹੈ, ਮੈਂ ਇਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ। ਇਸ ਅੰਦੋਲਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਇਸ ਅੰਦੋਲਨ ਦੇ ਵਿੱਚ ਕੋਈ ਇੱਕ ਬੰਦਾ ਲੈ ਕੇ ਬੈਠਾ, ਚਾਹੇ ਕੋਈ 100 ਬੰਦਾ ਲੈ ਕੇ ਬੈਠਾ, 10 ਲੈ ਕੇ ਬੈਠਾ ਹੈ, ਉਹ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦੇ ਰਿਹਾ ਹੈ, ਠੀਕ ਹੈ ਕਿ ਨਹੀਂ। ਬਾਕੀ ਮੇਰੇ ਕੋਲ ਕੋਈ ਇਹੋ ਜਿਹੀ ਰਿਪੋਰਟ ਨਹੀਂ ਵੀ ਕੋਈ ਕਾਮਰੇਡ ਕੋਈ ਖਰਾਬ ਕਰਦਾ ਪਿਆ, ਨਹੀਂ ਕਰਦਾ ਪਿਆ। ਜੇ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਸਾਡੇ ਅੰਦੋਲਨ ਨੂੰ ਢਾਹ ਲਾਉਣ ਵਾਲੀ ਗੱਲ ਹੋ ਸਕਦੀ ਹੈ। ਐਸੀ ਕੋਈ ਗੱਲ ਨਹੀਂ ਹੈਗੀ, ਕੋਈ ਕਾਮਰੇਡ ਨਹੀਂ ਖਰਾਬ ਕਰਦਾ। ਸਾਡੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਮੱਤ ਹੈ, ਸਭ ਦੀ ਇੱਕ ਮੱਤ ਦੇ ਚੱਲ ਰਹੇ ਆ। ਇਹੋ ਜਿਹਾ ਕੋਈ ਚੱਕਰ ਨਹੀਂ ਵੀ ਕੋਈ ਖਰਾਬ ਕਰ ਰਿਹਾ ਜਾਂ ਦੂਜਾ ਕਰ ਰਿਹਾ, ਕੋਈ ਨਹੀਂ ਖਰਾਬ ਕਰਦਾ। ਸਾਰੇ ਇਸੇ ਗੱਲ ਦੇ ਵਿੱਚ ਨੇ, ਇਸੇ ਹੀ ਆਪਣਾ ਜਿਹੜੀ ਚਿੰਤਾ ਹੈ ਉਸ ਚਿੰਤਾ ਦੇ ਵਿੱਚ ਨੇ ਕਿ ਅੰਦੋਲਨ ਨੂੰ ਕਿਵੇਂ ਜਿੱਤਿਆ ਜਾਵੇ, ਕਿਵੇਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਲੈ ਕੇ ਆਪਣੇ ਸੱਦੇ ਦੇ ਉੱਤੇ ਉਹਨਾਂ ਨੂੰ ਕਿਵੇਂ ਆਪੋ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਅਸੀਂ ਪਹੁੰਚਾ ਸਕੀਏ ਤੇ ਸਾਡੀ ਜ਼ਿੰਮੇਵਾਰੀ ਜਿਹੜੀ ਉਹ ਖਤਮ ਹੋਵੇ। ਇਸ ਗੱਲ ਨੂੰ ਲੈ ਕੇ ਸਾਰੇ ਚਿੰਤਤ ਨੇ। ਐਸੀ ਗੱਲ ਖਰਾਬ ਕਰਨ ਦੀ ਕੋਈ ਗੱਲ ਨਹੀਂ, ਐਵੇਂ ਕਿਸੇ ਨੇ ਕਾਮਰੇਡ ਤੇ ਇਲਜ਼ਾਮ ਲਾਉਣਾ ਇਹ ਸਾਡੇ ਅੰਦੋਲਨ ਨੂੰ ਖਰਾਬ ਕਰਨ ਵਾਲੀ ਗੱਲ ਹੋ ਸਕਦੀ ਹੈ। ਪ੍ਰਧਾਨ ਜੀ ਇੱਕ ਸਵਾਲ ਹੋਰ, ਸੰਯੁਕਤ ਮੋਰਚੇ ਦੀ ਕੀ ਰਣਨੀਤੀ ਆ ਹੁਣ? ਇੱਕ ਤਾਂ ਐਲਾਨ ਕੀਤਾ ਗਿਆ ਵੀ ਖੇਤੀ ਕਾਨੂੰਨਾਂ ਨੇ ਕਾਪੀਆਂ ਸਾੜਨੀਆਂ ਨੇ, ਇੱਕ ਦੂਜਾ ਇਹ ਐਲਾਨ ਹੋਇਆ ਵੀ 26 ਮਾਰਚ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਹੈ, ਕਿਸ ਤਰ੍ਹਾਂ ਦੀ ਰਣਨੀਤੀ ਆ? ਜਿਹੜੇ ਸੂਬਿਆਂ ਦੇ ਵਿੱਚ ਚੋਣਾਂ ਨੇ ਜਿੱਥੇ ਬੀਜੇਪੀ ਚੋਣ ਲੜ ਰਹੀ ਆ ਉੱਥੇ ਜਾ ਕੇ ਵੀ ਪ੍ਰਚਾਰ ਕਰ ਰਹੇ ਹੋ, ਬੀਜੇਪੀ ਦੇ ਖਿਲਾਫ ਵੀ ਵੋਟ ਨਹੀਂ ਪਾਉਣੀ ਬੀਜੇਪੀ ਨੂੰ, ਇਹਨਾਂ ਨੇ ਖੇਤੀ ਕਾਨੂੰਨ ਲਿਆਂਦੇ ਨੇ, ਕਿਸਾਨੀ ਨੂੰ ਮਾਰਨ ਤੇ ਲੱਗੇ ਨੇ, ਇਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ, ਕੀ ਰਣਨੀਤੀ ਹੁਣ ਜਥੇਬੰਦੀਆਂ ਦੀ? ਵੇਖੋ ਜੀ, ਜਿਹੜਾ ਇਲੈਕਸ਼ਨ ਵਾਲਾ ਜਦੋਂ ਇਹ ਸਾਡੇ ਵਿਰੋਧੀ ਬਣ ਕੇ ਬਹਿ ਗਏ, ਜਾਂ ਤਾਂ ਸਾਡਾ ਮਸਲਾ ਨਿਬੇੜ ਦੇਣ, ਸਾਡਾ ਮਸਲਾ ਨਿਬੇੜਨ, ਸਾਡੀਆਂ ਹੱਕੀ ਮੰਗਾਂ ਜਿਹੜੀਆਂ ਨੇ ਮੰਨ ਲੈਣ, ਅਸੀਂ ਆਪਣਾ ਘਰੇ ਬਹਿ ਜਾਾਂਗੇ। ਅਸੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ। ਜੇ ਆਪਾਂ ਕਹੀਏ ਨਾ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਹਾਂ, ਸਪੋਰਟ ਨਹੀਂ ਅਸੀਂ ਕਿਸੇ ਨੂੰ ਕਰ ਰਹੇ, ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਵੀ ਇਹਨਾਂ ਨੇ ਇਹ ਕਾਲੇ ਕਾਨੂੰਨ ਲਿਆ ਕੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਛੋਟਾ ਦੁਕਾਨਦਾਰ ਇਹਨਾਂ ਦਾ ਕਚੂੰਬਰ ਕੱਢ ਕੇ ਰੱਖਤਾ। ਇਹ ਮਾਰੂ ਨੇ ਸਾਰੇ ਦੇਸ਼ ਨੂੰ ਬਰਬਾਦ ਕਰ ਦੇਣ ਲੱਗੇ ਨੇ ਵੀ ਇਸ ਕਰਕੇ ਭਾਜਪਾ ਦੇ ਵਿਰੁੱਧ ਵੋਟ ਪਾਈ ਜਾਵੇ। ਇਹ ਪ੍ਰਚਾਰ ਸਾਡਾ ਹੋਊਗਾ ਜਿੰਨਾ ਚਿਰ ਇਹ ਸਾਡੇ ਖਿਲਾਫ ਜਿਹੜੇ ਇਹਨਾਂ ਨੇ ਕਾਨੂੰਨ ਲਿਆਂਦੇ ਨੇ ਉਹਨਾਂ ਨੂੰ ਖਤਮ ਨਹੀਂ ਕਰਦੇ, ਉਹਨਾਂ ਚਿਰ ਹੀ ਪ੍ਰਚਾਰ ਇਹਨਾਂ ਦੇ ਖਿਲਾਫ ਕਰਦੇ ਰਹਾਂਗੇ। ਇਹ ਸਾਡਾ ਫੈਸਲਾ ਜ਼ਰੂਰ ਹੈ ਕਿ ਅਸੀਂ ਕਿਸੇ ਰਾਜਸੀ ਪਾਰਟੀ ਦੀ ਸਿੱਧੀ ਹਮਾਇਤ ਨਹੀਂ ਕਰਾਂਗੇ, ਬਿਲਕੁਲ ਇਹਨਾਂ ਦਾ ਵਿਰੋਧ ਜ਼ਰੂਰ ਕਰਾਂਗੇ। ਉਹ ਅਗਲੇ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਵੋਟ ਪਾਵੇ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਾਜਪਾ ਜਿਹੜੀ ਹੈ ਇਹ ਕਿਸਾਨ ਵਿਰੋਧੀ ਹੈ, ਮਜ਼ਦੂਰ ਵਿਰੋਧੀ ਹੈ, ਮੁਲਾਜ਼ਮ ਵਿਰੋਧੀ ਹੈ, ਛੋਟਾ ਵਪਾਰੀ ਦੁਕਾਨਦਾਰ ਉਹਨਾਂ ਦਾ ਵਿਰੋਧੀ ਹੈ। ਇਹ ਲੋਕ ਸਾਰੇ ਉਹਨਾਂ ਦੇ ਖਿਲਾਫ ਵੋਟਾਂ ਪਾਉਣ ਤੇ ਆਪਣੇ ਢੰਗ ਤਰੀਕੇ ਦੇ ਨਾਲ ਪ੍ਰਚਾਰ ਹੈ ਜਿਹੜਾ ਹਰ ਇੱਕ ਜਗ੍ਹਾ ਤੱਕ ਇਹ ਪਹੁੰਚਾਉਣ ਵੀ ਇਹਨੂੰ ਆਪਣੀ ਨੂੰ ਭਾਜਪਾ ਨੂੰ ਵੋਟ ਨਾ ਪਾਈ ਜਾਵੇ। ਇੱਕ ਗੱਲ ਹੋਰ, ਜਿਹੜੀਆਂ ਕਿਸਾਨ ਮਹਾ ਰੈਲੀਆਂ ਹੋ ਰਹੀਆਂ ਨੇ, ਚਾਹੇ ਤਾਂ ਪੰਜਾਬ 'ਚ ਹੋ ਰਹੀਆਂ ਨੇ ਜਾਂ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ, ਕਿੰਨਾ ਕੁ ਫਾਇਦਾ ਜਿਹੜਾ ਸੰਘਰਸ਼ ਨੂੰ ਹੋ ਰਿਹਾ? ਵੇਖੋ, ਜਦੋਂ ਆਪਾਂ ਕਿਤੇ ਵੀ ਜਾ ਕੇ ਕੋਈ ਰੈਲੀ ਕਰਦੇ ਹਾਂ, ਕੋਈ ਮੀਟਿੰਗ ਕਰਦੇ ਹਾਂ, ਲੋਕ ਜਾਗਰੂਕ ਹੁੰਦੇ ਨੇ ਤੇ ਲੋਕ ਜਾਗਰੂਕ ਹੁੰਦੇ, ਲੋਕਾਂ 'ਚ ਜੋਸ਼ ਵੀ ਪੈਦਾ ਹੁੰਦਾ, ਲੋਕ ਉੱਠਦੇ ਨੇ। ਇਹਨਾਂ ਦਾ ਬਹੁਤ ਵੱਡਾ ਫਾਇਦਾ ਹੁੰਦਾ ਇਹਦੇ ਤੇ। ਇਹ ਤਾਂ ਕਰਨੀਆਂ ਬਹੁਤ ਜ਼ਰੂਰੀ ਨੇ ਵੈਸੇ। ਇਹ ਤਾਂ ਮੈਂ ਕਹਿੰਦਾ ਵੀ ਜਿੰਨੀਆਂ ਵੀ ਵੱਧ ਤੋਂ ਵੱਧ ਹੋ ਸਕਣ, ਹੁਣ ਜਿੱਥੇ ਇਲੈਕਸ਼ਨਾਂ ਨੇ ਉੱਥੇ ਬਹੁਤੀਆਂ ਜ਼ਿਆਦੀਆਂ ਹੋਣੀਆਂ ਚਾਹੀਦੀਆਂ ਨੇ। ਉੱਥੇ ਜਾ ਕੇ ਸਾਨੂੰ ਸਭ ਤੋਂ ਵੱਧ ਪ੍ਰਚਾਰ ਜਿਹੜਾ ਉਹ ਭਾਜਪਾ ਦੇ ਖਿਲਾਫ ਕਰਨਾ ਚਾਹੀਦਾ, ਕਿਉਂਕਿ ਜਿਹੜਾ ਵਿਰੋਧੀ ਹੈ ਅੱਜ ਕੱਲ੍ਹ ਸਮਾਂ ਇਹ ਜਾ ਚੁੱਕਿਆ, ਜਿੰਨਾ ਚਿਰ ਇੱਟ ਦਾ ਜਵਾਬ ਪੱਥਰ ਨਾ ਦਿਓ ਅਗਲਾ ਟਿਕਦਾ ਕੋਈ ਨਹੀਂ। ਹੁਣ ਭਾਜਪਾ ਨੂੰ ਇੱਟ ਦੇ ਜਵਾਬ ਪੱਥਰ ਦੇਣਾ ਪੈਣਾ ਸਾਨੂੰ, ਇਹ ਤਾਂ ਟਿਕਣਗੇ। ਹਰ ਜਗ੍ਹਾ ਤੇ ਹੀ ਜਾ ਕੇ ਇਹਨਾਂ ਦੇ ਖਿਲਾਫ ਡਟ ਕੇ ਪ੍ਰਚਾਰ ਕਰਾਂਗੇ ਕਿ ਇਹਨੂੰ ਹਰਾਇਆ ਜਾਵੇ। ਉਹ 5 ਸਟੇਟਾਂ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਾਨੂੰਨ ਸਹੀ ਬਣਾਏ ਨੇ ਕਿ ਕਾਨੂੰਨ ਹੀ ਗਲਤ ਬਣਾਏ ਨੇ। ਪ੍ਰਧਾਨ ਜੀ, ਇੱਕ ਤਾਂ ਤੁਸੀਂ ਜਿਹੜੇ ਸਿਆਸੀ ਲੀਡਰ ਨੇ ਕਿਸਾਨੀ ਕੋਲ ਤੋਂ ਦੂਰ ਰੱਖੇ ਨੇ, ਪਰ ਇੱਕ ਜੋਗਿੰਦਰ ਯਾਦਵ ਨੇ ਆਮ ਆਦਮੀ ਪਾਰਟੀ 'ਚ ਵੀ ਰਹੇ ਨੇ, ਉਹ ਚੋਣ ਵੀ ਲੜੀ ਆ। ਇਹ ਵੀ ਚਰਚਾ ਹੋ ਰਹੀ ਹੈ ਕਿਤੇ ਉਹ ਨਾ ਕਿਤੇ ਸਿਆਸੀ ਪਾਸੇ ਨੂੰ ਲੈ ਜਾਣ, ਅੰਦੋਲਨ ਨੂੰ ਖਤਮ ਕਰਨ ਜੋਗਿੰਦਰ ਯਾਦਵ ਨੇ ਜਿਹੜੀ। ਕੀ ਲੱਗਦਾ ਤੁਹਾਨੂੰ? ਤੁਸੀਂ ਉਹਨਾਂ ਨੂੰ ਉੱਥੇ ਮਿਲਦੇ ਜੁਲਦੇ ਵੀ ਹੋਵੋਗੇ, ਤੁਹਾਡੀ ਜਥੇਬੰਦੀ ਦੇ ਗੱਲਬਾਤ ਹੁੰਦੀ ਹੋਣੀ ਆ ਸੰਯੁਕਤ ਮੋਰਚੇ ਦੇ ਵਿੱਚ, ਕੀ ਲੱਗਦਾ ਤੁਹਾਨੂੰ?
ਵੇਖੋ ਮੈਨੂੰ ਬਹੁਤਾ ਉਹਦੇ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ ਹੈਗੀ। ਹੁਣ ਵਾਕਈ ਗੱਲਾਂ ਸਰਕਾਰ ਵੱਲੋਂ ਵੀ ਨਿਕਲ ਕੇ ਆ ਰਹੀਆਂ, ਰਾਜਸੀ ਪਾਰਟੀ ਆ, ਆਮ ਲੋਕ ਵੀ ਦੱਸਦੇ ਆ। ਪਰ ਹੁਣ ਸਾਡਾ ਜਿਹੜਾ ਇੱਕ ਗਰੁੱਪ ਬਣ ਚੁੱਕਿਆ ਹੁਣ ਉਹ ਗਰੁੱਪ ਦੇ ਵਿੱਚ ਨੇ ਉਹ ਮੀਟਿੰਗ 'ਚ ਉਹ ਤਾਂ ਨਹੀਂ ਜਾ ਰਹੇ। ਸਰਕਾਰ ਨੇ ਆਬਜੈਕਸ਼ਨ ਕਰਤਾ ਸੀ ਪਹਿਲੀ ਵਾਰ ਵੀ ਉਹ ਰਾਜਸੀ ਹੈ, ਇਸ ਕਰਕੇ ਉਹਨੂੰ ਮੀਟਿੰਗ 'ਚ ਨਹੀਂ ਆਉਣ ਦਿੱਤਾ ਜਾਊਗਾ। ਠੀਕ ਹੈ ਜੀ। ਤੇ ਉਹ ਪਿੱਛੇ ਹਟ ਕੇ ਮੀਟਿੰਗਾਂ 'ਚ ਨਹੀਂ ਜਾ ਰਿਹਾ ਸਰਕਾਰ 'ਚ, ਉਂਝ ਅੰਦੋਲਨ ਦੇ ਉਹ ਵਿੱਚ ਸ਼ਾਮਲ ਆ। ਤੇ ਅਸੀਂ ਰਾਜਸੀ ਪਾਰਟੀਆਂ ਨੂੰ ਵਾਕਈ ਹੀ ਨਹੀਂ ਆਉਣ ਦਿੰਦੇ। ਇਹ ਜਿਵੇਂ ਫੈਸਲਾ ਹੋ ਗਿਆ ਇਹ ਪ੍ਰਮਾਤਮਾ ਜਾਣਦਾ, ਇਹ ਮੇਰੀ ਸਮਝ ਤੋਂ ਬਾਹਰ ਹੈ। ਮੈਂ ਇਹਦੇ ਬਾਰੇ ਕਲੀਅਰ ਗੱਲ ਕਰਦਿਆਂ ਵੀ ਉਹ ਕਿਵੇਂ ਹੋਇਆ। ਜੇ ਪਤਾ ਹੀ ਸੀ ਵੀ ਰਾਜਸੀ ਇਹ ਬੰਦਾ ਤੇ ਸਾਨੂੰ ਕਿਨਾਰਾ ਕਰਨਾ ਜ਼ਰੂਰੀ ਸੀਗਾ। ਅਗਰ ਜੇ ਨਹੀਂ ਹੋਇਆ ਹੁਣ ਉਹ ਮੀਟਿੰਗਾਂ 'ਚ ਨਹੀਂ ਜਾਂਦਾ ਹੈ, ਉਹ ਇਹਦੇ ਵਿੱਚ ਹੀ ਹੈ। ਤੇ ਮੈਂ ਬਾਕੀ ਪਰਸੋਂ ਪ੍ਰੈਸ ਕਾਨਫਰੰਸ ਵੀ ਦੇਖ ਰਿਹਾ ਸੀਗਾ, ਉਹਦੇ ਵਿੱਚ ਵੀ ਉਹ ਆਪਣੀਆਂ ਗੱਲਾਂ ਬਾਤਾਂ ਜਿਹੜੀ ਤੁਸੀਂ ਦੱਸੀ ਹੈ ਗੱਲ 9 ਮੈਂਬਰੀ ਬਾਰੇ ਵੀ, ਉਹਦੇ ਬਾਰੇ ਵੀ ਕਹਿ ਰਹੇ ਸਨ। ਮੈਂ ਤਾਂ ਇੱਕ ਗੱਲ ਜਾਣਦਾ ਜੀ, ਇੱਕ ਕਰਨੀ ਚਾਹੀਦੀ ਹੈ ਗੱਲ, ਜਿਹੜਾ ਆਗੂ ਜਿਹੜੀ ਗੱਲ ਕਰਦਾ ਹੈ ਉਸ ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਸਾਡੀ 9 ਮੈਂਬਰੀ ਕਮੇਟੀ ਦੀ ਗੱਲ ਹੋ ਗਈ ਹੈ, ਮੈਨੂੰ ਵੀ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ, ਮੈਂ ਕਹਿਤਾ ਉਹਨਾਂ ਨੂੰ ਵੀ ਠੀਕ ਹੈ ਗੱਲ ਸਾਡੀ ਚੱਲਦੀ ਸੀ, ਹੁਣ ਪਤਾ ਨਹੀਂ ਉਹ ਸਿਰੇ ਲੱਗ ਗਈ ਜਾਂ ਨਹੀਂ ਲੱਗ ਗਈ। ਮੈਂ ਪੰਜਾਬ ਆਉਂ ਕਹਿੰਦੇ ਜੀ ਹੋ ਗਈ ਗੱਲ। ਸਰਜੀਤ ਫੂਲ ਨੇ PTC ਚੈਨਲ ਤੇ ਕਿਹਾ, ਰੁਲਦੂ ਸਿੰਘ ਮਾਨਸਾ ਨੇ ਕਰਤੀ ਹਮਾਇਤ, ਜੰਗਬੀਰ ਨੇ ਕਰਤੀ, ਹੋਰ ਕਈਆਂ ਨੇ ਕਹਿਤਾ ਵੀ ਗੱਲ ਬਣ ਗਈ। ਔਰ ਜਦੋਂ ਮੈਂ ਦੂਜੀ ਵੇਖੀ ਉਹਨਾਂ ਦੀ PC ਸ਼ਾਮ ਨੂੰ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੀ ਸੀ ਤੇ ਰਮਨ ਮੇਰੇ ਖਿਆਲ ਉਹਨਾਂ ਨੂੰ ਸਵਾਲ ਕਰ ਰਿਹਾ ਸੀ ਵੀ ਆਹ ਗੱਲ ਹੋਈ ਹੈ PTC ਵਾਲਾ। ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਹਾਨੂੰ ਡਰ ਕਿਹੜੀ ਗੱਲ ਦਾ, ਜੇ ਗੱਲ ਬਣੀ ਹੈ ਤਾਂ ਕਹਿ ਦਿਓ, ਨਹੀਂ ਤੇ ਫਿਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਗੱਲ ਕੀਤੀ ਹੈ। ਮੈਂ ਉਦਣ ਵੀ ਜਦੋਂ ਮੈਨੂੰ ਚੈਨਲ ਵਾਲਿਆਂ ਨੇ ਪੁੱਛਿਆ, ਮੈਂ ਉਦਣ ਵੀ ਉਹਨਾਂ ਨੂੰ ਕਲੀਅਰ ਗੱਲ ਕੀਤੀ। ਮੈਂ ਬਾਰ-ਬਾਰ ਇਹ ਗੱਲ ਕਰਦਾ, ਵੇਖੋ ਵੀਰੋ ਮੈਨੂੰ ਪਤਾ ਨਹੀਂ, ਮੈਂ ਪੰਜਾਬ ਬੈਠਾ, ਗੱਲ ਜ਼ਰੂਰ ਚੱਲਦੀ ਸੀ ਬਣ ਗਈ ਹੈ ਕਿ ਨਹੀਂ ਬਣ ਗਈ। ਉਹ ਕਹਿੰਦੇ ਜੀ ਬਣ ਗਈ ਹੈ। ਮੈਂ ਕਿਹਾ ਜੇ ਬਣ ਗਈ ਤਾਂ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ। ਮੈਂ ਖੁਦ ਅੱਜ ਵੀ ਗੱਲ ਕਰ ਰਿਹਾ ਵੀ ਜੇ ਬਣ ਗਈ ਹੈ ਤਾਂ ਕੋਈ ਦਿੱਕਤ ਨਹੀਂ, ਸਾਨੂੰ ਅੰਦੋਲਨ ਨੂੰ ਕਿਸੇ ਨਾ ਕਿਸੇ ਕੰਡੇ ਲਾਉਣ ਵਾਸਤੇ ਕੁਛ ਨਾ ਕੁਛ ਕਰਨਾ ਪਊਗਾ, ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ, ਰਜਾਬੰਦੀ ਨਾਲ ਨਿਬੜਦੇ ਨੇ। ਸਰਕਾਰ ਨਾਲ ਵੀ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਸਰਕਾਰ ਨੇ ਬਹੁਤ ਵੱਡੀ ਜਿੱਦ ਕੀਤੀ ਹੋਈ ਆ, ਇਸੇ ਕਰਕੇ ਮੈਂ ਇਸ ਗੱਲ ਦਾ ਧੰਨਵਾਦ ਕੀਤਾ ਸੀ ਵੀ ਜੇ ਬਣ ਗਈ ਹੈ ਤਾਂ ਵਧੀਆ ਗੱਲ ਹੈ। ਸਾਡੇ ਉੱਤੋਂ ਘੱਟੋ ਘੱਟ ਸਰਕਾਰ ਨੂੰ ਇਹ ਆਬਜੈਕਸ਼ਨ ਜਿਹੜਾ ਸਰਕਾਰ ਲਾ ਰਹੀ, ਇਹਨਾਂ ਨੂੰ ਇੱਕ ਦੂਜੇ ਤੇ ਇਤਬਾਰ ਨਹੀਂ ਹੈਗਾ, ਇਹ ਇੱਕ ਛੋਟੀ ਕਮੇਟੀ ਨਹੀਂ ਬਣਾਉਂਦੇ, ਘੱਟੋ ਘੱਟ ਅਸੀਂ ਇਸ ਇਲਜ਼ਾਮ ਤੋਂ ਤੇ ਬਚ ਜਾਵਾਂਗੇ। ਵਿਸ਼ਵਾਸ ਵੀ ਕਰਨਾ ਪਊਗਾ ਤੇ ਵਿਸ਼ਵਾਸ ਹੈ ਵੀ ਸਾਨੂੰ ਇੱਕ ਦੂਜੇ ਤੇ। ਇੱਕ ਗੱਲ, ਦੂਜੀ ਗੱਲ ਤੁਸੀਂ ਰਾਜਸੀ ਪਾਰਟੀਆਂ ਵਾਲੀ ਜਿਹੜੀ ਇਹਦੇ ਨਾਲ ਜਾਦਮ ਨਾਲ ਜੋੜ ਕੇ ਕੀਤੀ ਹੈ, ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਮੈਂ ਪਹਿਲਾਂ ਵੀ ਕਈ ਵਾਰ ਕਲੀਅਰ ਕੀਤੀ ਹੈ, ਮੈਂ ਰਾਜਸੀ ਪਾਰਟੀਆਂ ਨਾਲ ਤੁਹਾਡੇ ਚੈਨਲ ਦੇ ਰਾਹੀਂ ਵੀ ਇਹ ਗੱਲ ਕਰਨੀ ਚਾਹੁੰਦਾ, ਜੇਕਰ ਕਿਸਾਨ ਮਜ਼ਦੂਰ ਮੁਲਾਜ਼ਮ ਵਪਾਰੀ ਛੋਟਾ ਜਿਹੜਾ ਹੈ ਇਹਨਾਂ ਨੂੰ ਜੇ ਆਪਾਂ ਬਚਾਉਣਾ ਚਾਹੁੰਦੇ ਹਾਂ, ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪੋ ਆਪਣਾ ਕੇਡਰ ਲੈ ਕੇ ਦਿੱਲੀ ਮੋਰਚੇ ਦੇ ਵਿੱਚ ਜਾ ਕੇ ਬਹਿਣਾ ਚਾਹੀਦਾ ਹੈ। ਜੇਕਰ ਕੱਲ ਨੂੰ ਇਹਨਾਂ ਨੇ ਕਿਸਾਨਾਂ ਕੋਲੋਂ ਵੋਟ ਲਾਉਣੀ ਹੈ ਤੇ ਅਗਰ ਜੇ ਨਾ ਇਹ ਗਏ ਤਾਂ ਅੱਜ ਲੋਕ ਗੱਲਾਂ ਲੱਗ ਪੈਣ ਕਰਨਗੇ ਰਾਜਸੀ ਪਾਰਟੀਆਂ ਜਿਹੜੀਆਂ ਨੂੰ ਕਿੱਥੇ ਬਹਿ ਗਈਆਂ ਨੇ। ਲੋਕ ਗੱਲਾਂ ਕਰਦੇ, ਅੱਜ ਵੀ ਮੇਰੇ ਨਾਲ ਕਈਆਂ ਬੰਦਿਆਂ ਨੇ ਗੱਲ ਕੀਤੀ ਹੈ ਕਿ ਰਾਜਸੀ ਜਿਹੜੇ ਲੋਕ ਉੱਥੇ ਦਿਖਦੇ ਨਹੀਂ। ਠੀਕ ਹੈ, ਇੱਥੇ ਕਈ ਕਹੀ ਜਾਂਦੇ ਨੇ ਜੋ ਸਾਡੇ ਬੰਦੇ ਉੱਥੇ ਭੇਜੇ ਨੇ, ਜਿਵੇਂ ਬੀਬੀ ਜਗੀਰ ਕੌਰ ਨੇ ਕਹਿਤਾ, ਇੱਕ ਦਿਨ ਸੁਖਵੀਰ ਜੀ ਨੇ ਕਹਿਤਾ, ਕਈ ਕਹਿੰਦੇ ਨੇ ਇੱਕ ਦਿਨ ਇੱਥੋਂ ਵੀ ਆਪਣੇ ਕਿਸੇ MLA ਨੇ ਕਹਿਤਾ ਜੀ ਸਾਡੇ ਹੀ ਬੈਠੇ ਨੇ ਸਾਰੇ ਉੱਥੇ। ਇਹ ਗੱਲਾਂ ਗਲਤ ਨੇ। ਮੈਂ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਆਪੋ ਆਪਣਾ ਕੇਡਰ ਲੈ ਕੇ ਜਾ ਕੇ ਦਿੱਲੀ ਬਹਿ ਜਾਣਾ ਚਾਹੀਦਾ ਹੈ। ਤੇ ਮੇਰਾ ਖਿਆਲ ਹੈ ਵੀ ਬਾਲਾ ਸਮਾਂ ਹੀ ਨਹੀਂ ਲੱਗਣਾ, ਜੇਕਰ ਸਾਰੇ ਇਹਨਾਂ ਨੇ ਕੱਲ ਨੂੰ ਕਿਸਾਨਾਂ ਕੋਲ ਜਾਣਾ ਵੋਟਾਂ ਲੈਣ, ਮਜ਼ਦੂਰਾਂ ਕੋਲ ਜਾਣਾ, ਵਪਾਰੀਆਂ ਕੋਲੇ, ਛੋਟਿਆਂ ਕੋਲੇ ਜਾਣਾ, ਛੋਟੇ ਦੁਕਾਨਦਾਰਾਂ ਕੋਲੇ, ਉਹਨਾਂ ਦੀਆਂ ਵੋਟਾਂ ਨਾਲ ਹੀ ਸਰਕਾਰਾਂ ਬਣਦੀਆਂ ਨੇ। ਇਹਨਾਂ ਸਾਰਿਆਂ ਨੂੰ ਆਪੋ ਆਪਣਾ ਕੇਡਰ ਲੈ ਕੇ ਦਿੱਲੀ ਮੋਰਚਿਆਂ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਹਾਜ਼ਰੀ ਜਿਹੜੀ ਉਹ ਭਰਨੀ ਚਾਹੀਦੀ ਹੈ। ਅੰਦੋਲਨ ਨੂੰ ਤਾਕਤ ਦੇਣੀ ਚਾਹੀਦੀ ਹੈ, ਅੰਦੋਲਨ ਨੂੰ ਬਲ ਮਿਲੂਗਾ ਤੇ ਉਹਨਾਂ ਹੀ ਸਰਕਾਰ ਛੇਤੀ ਮੰਨੇਗੀ। ਪ੍ਰਧਾਨ ਜੀ, ਇੱਕ ਹੋਰ FCI ਨੇ ਫੈਸਲਾ ਕਰ ਦਿੱਤਾ, ਇੱਕ ਤਾਂ ਆੜਤੀਆਂ ਬਾਰੇ ਕੀਤਾ ਉਹਨਾਂ ਨੇ, ਦੂਜਾ ਜ਼ਮੀਨਾਂ ਨੂੰ ਠੇਕੇਦਾਰਾਂ ਨੂੰ, ਤੁਸੀਂ ਦੇਖਿਆ ਉਹਨਾਂ ਦਾ ਫੈਸਲਾ FCI ਦਾ। ਆੜਤੀਆਂ ਨੇ ਵੀ ਐਲਾਨ ਕਰਤਾ ਕਿ ਮੰਡੀਆਂ ਅਸੀਂ ਬੰਦ ਕਰਾਂਗੇ, ਹੜਤਾਲ ਕਰਤੀ। ਕਿਸ ਤਰ੍ਹਾਂ ਨਜਿੱਠਿਆ ਜਾਊਗਾ? ਮੁਸੀਬਤ ਵੱਡੀ ਖੜੀ ਹੋ ਰਹੀ ਆ, ਵਾਢੀ ਜਿਹੜੀ ਤਿਆਰ ਆ, ਥੋੜ੍ਹੇ ਦਿਨਾਂ ਤੱਕ ਜਿਹੜੀ ਵਾਢੀ ਚੱਲ ਪੈਣੀ ਆ, ਕਿਸ ਤਰ੍ਹਾਂ ਨਜਿੱਠੋਗੇ ਇਸ ਮੁਸੀਬਤ ਦੇ ਨਾਲ? ਵੇਖੋ ਇਹ ਤਾਂ ਨਾ ਮੈਨੂੰ ਲੱਗਦਾ ਦੇਸ਼ ਮੁਸੀਬਤਾਂ ਦੇ ਭਰਿਆ ਪਿਆ ਸਾਰਾ। ਔਰ ਮੋਦੀ ਸਰਕਾਰ ਖਾਸ ਕਰਕੇ ਭਾਜਪਾ, ਇਹਨੂੰ ਖੁਦ ਨੂੰ ਮੁਸੀਬਤਾਂ ਹੋਣੀਆਂ, ਜਿਹੜੀਆਂ ਮੁਸੀਬਤਾਂ ਲੋਕਾਂ ਦੇ ਗਲ ਪਾ ਰਹੇ ਨਾ ਇਹ ਇਹਨਾਂ ਨੂੰ ਪੈਣੀਆਂ ਨੇ। ਸਮਾਂ ਦੂਰ ਨਹੀਂ ਹੈਗਾ, ਸਮਾਂ ਨੇੜੇ ਆ ਗਿਆ। ਮੈਂ ਇਹਨਾਂ ਤੋਂ ਇੱਕੋ ਗੱਲ ਕਹਾਂਗਾ ਵੀ ਇਹ ਬਚ ਜਾਣ ਇਹਨਾਂ ਗੱਲਾਂ ਤੋਂ, ਕਿਹੜੇ ਚੱਕਰਾਂ 'ਚ ਪੈ ਗਏ ਨੇ ਇਹ ਦੇਸ਼ ਦੇ ਵਿੱਚ। ਤੇ ਪਹਿਲਾਂ ਤੁਸੀਂ ਹਾਹਾਕਾਰ ਮਚਾਤੀ ਆ ਕਾਨੂੰਨ ਲਿਆ ਕੇ, ਉੱਤੋਂ ਲਿਆ ਕੇ ਇਹਨਾਂ ਨੇ ਜਿਹੜਾ ਵੇਖੋ ਇਹਨਾਂ ਦੀ ਆਪਣੀ ਸੁਸ਼ਮਾ ਸਵਰਾਜ, ਜੇਤਲੀ ਹੁਣੀ, ਉਹਨਾਂ ਦੀਆਂ ਵੀਡੀਓ ਵਾਇਰਲ ਕਰ ਰਹੇ ਨੇ ਲੋਕ ਵੀ ਉਹ ਕੀ ਕਹਿ ਰਹੇ ਨੇ। ਔਰ ਜਦੋਂ ਇਹ ਬਾਹਰ ਨੇ ਪਾਵਰ ਤੋਂ, ਉਦੋਂ ਉਹ ਗੱਲਾਂ ਕਰਦੇ ਨੇ, ਹੁਣ ਇਹ ਪਾਵਰ 'ਚ ਆ ਕੇ ਦੂਜੀਆਂ ਕਰਦੇ ਨੇ, ਉਹਨਾਂ ਨੂੰ ਮੰਨਦੇ ਨਹੀਂ ਉਹਨਾਂ ਗੱਲਾਂ ਨੂੰ। ਠੀਕ ਹੈ ਕਿ ਨਹੀਂ? ਉਹ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਆ ਨੇ ਆਪਣੇ ਬੈਂਕ 'ਚੋਂ ਪੈਸੇ ਕਢਾਉਣੇ, ਜਿਹੜੇ ਮੈਂ ਨਾਂ ਹੀ ਭੁੱਲ ਗਿਆ ਉਹਦਾ, ATM ਵੀ ATM ਜਿਹੜੇ ਨੇ ਇਹ ਹੁਣ ਆਏ ਨੇ, ਸਰਕਾਰਾਂ ਹੁਣ ਲੈ ਕੇ ਆਈਆਂ ਨੇ। ਪਰ ਜਿਹੜਾ ਆੜਤੀ ਏ, ਇਹ ਕਿਸਾਨ ਦਾ ਸਦੀਆਂ ਤੋਂ ATM ਹੈ। ਅੱਧੀ ਰਾਤ ਲੋੜ ਪੈ ਗਈ ਕਿਸਾਨ ਨੂੰ ਤੇ ਅੱਧੀ ਰਾਤ ਉਹਨੇ ਆੜਤੀ ਨੂੰ ਜਾ ਫੜਨਾ। ਚਾਹੇ ਹੁਣ ਫੋਨ ਸਹੂਲਤਾਂ ਹੋਈਆਂ, ਪਹਿਲਾਂ ਨਹੀਂ ਵੀ ਸਨ, ਅਗਲਾ ਅੱਧੀ ਰਾਤ ਹੀ ਜਾ ਠਾਂਦਾ, ਲਿਆ ਮੈਨੂੰ ਪੈਸਿਆਂ ਦੀ ਲੋੜ ਹੈ ਮੇਰੀ, ਉਹਦੀ ਉਹ ਲੋੜ ਪੂਰੀ ਕਰਦਾ ਹੈ। ਫਿਰ ਅੰਦਰ ਖਾਤਾ ਉਹਨਾਂ ਦਾ, ਅੰਦਰ ਖਾਤੇ ਬਹਿ ਕੇ ਆਪਣੀ ਗੱਲ ਕਰ ਲੈਂਦੇ ਨੇ, ਜਿੱਦਾਂ ਮਰਜ਼ੀ, ਕਿਸੇ ਨੂੰ ਬਾਹਰ ਗੱਲ ਵੀ ਨਹੀਂ ਨਿਕਲਦੀ ਹੈ ਨਾ। ਪਰਦਾ ਬਹੁਤ ਵੱਡਾ ਬਣਿਆ।
ਜੇਕਰ ਜਿਹੜਾ ਇਹ ਕੰਮ ਪਕੜਨਾ ਚਾਹੁੰਦੇ ਨੇ, ਅਡਾਨੀਆਂ ਬਾਨੀਆਂ ਨੂੰ ਲਿਆ ਕੇ ਇੱਥੇ ਕਰਨਾ ਚਾਹੁੰਦੇ ਨੇ, ਕਿਹੜਾ ਬੰਦਾ ਕਿਸੇ ਕੋਲੋਂ ਪੈਸੇ ਲੈ ਲੂਗਾ? ਉਹ ਤੇ ਆਪਣੇ ਨਹੀਂ ਦਿੰਦੇ। ਅੱਜ ਜਿੱਥੇ ਜਿੱਥੇ ਲਾਗੂ ਹੋ ਚੁੱਕਿਆ ਉੱਥੇ ਪਿੱਛੇ ਕਈ ਅਖਬਾਰਾਂ 'ਚ ਖਬਰਾਂ ਛਪ ਗਈਆਂ ਵੀ ਕਰੋੜਾਂ ਰੁਪਈਆ ਲੈ ਕੇ ਇਹਨਾਂ ਦੇ ਬੰਦੇ ਭੱਜ ਗਏ ਆ। ਇਸ ਕਰਕੇ ਇਹ ਬਹੁਤ ਵੱਡਾ ਪਾੜਾ ਲੱਗੇ ਨੇ ਪਾਣ। ਇਹ ਇੱਕ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਇਹਨਾਂ ਨੇ ਕੀਤੀ ਏ। ਇਹਨਾਂ ਨੂੰ ਸਮਝ ਲੈਣਾ ਚਾਹੀਦਾ, ਇਹ ਵੀ ਬੰਦ ਕਰਨਾ ਚਾਹੀਦਾ। ਰੋਕਦਾ ਤੁਹਾਡੀ ਗੱਲ, ਮੈਂ ਅਮਾਨੀਆਂ ਦੀ ਤੁਸੀਂ ਗੱਲ ਕੀਤੀ ਆ। ਹੁਣ ਜਿਹੜੇ ਪੰਜਾਬ ਦਾ ਬਿਜਲੀ ਵਿਭਾਗ ਆ ਉਹਨੇ ਇੱਕ ਲੈਟਰ ਜਾਰੀ ਕਰਿਆ। ਉਹ ਪਹਿਲਾਂ ਵੋਡਾਫੋਨ ਦੇ ਸਿਮ ਵਰਤਦੇ ਸੀ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਸਿਮ ਜਮ੍ਹਾਂ ਕਰਾਓ, ਤੁਸੀਂ ਹੁਣ ਜੀਓ ਦੇ ਸਿਮ ਮਿਲਣਗੇ। ਤੁਹਾਨੂੰ ਲੱਗਦਾ ਇੱਕ ਪਾਸੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕਾਰਪੋਰੇਟ ਘਰਾਣਿਆਂ ਦਾ, ਅਮਾਨੀ ਦਾ, ਜੀਓ ਦਾ ਵਿਰੋਧ ਕਰ ਰਹੀਆਂ ਨੇ, ਦੂਜੇ ਪਾਸੇ ਜਿਹੜਾ ਬਿਜਲੀ ਵਿਭਾਗ ਆ ਪੰਜਾਬ ਦਾ ਉਹ ਕਹਿ ਰਿਹਾ ਵੀ ਤੁਸੀਂ ਜੀਓ ਦੇ ਸਿਮ ਵਰਤੋ। ਇਹ ਤੁਸੀਂ ਮੰਨਦੇ ਹੋ ਵੀ ਇਹ ਸਰਕਾਰ ਨੇ ਜੇਕਰ ਪ੍ਰਵਾਨਗੀ ਦਿੱਤੀ ਹੋਣੀ ਆ ਤਾਂ ਹੀ ਉਹਨਾਂ ਨੇ ਵਿਭਾਗ ਨੇ ਕਿਹਾ ਹੋਣਾ ਵੀ ਤੁਸੀਂ ਜੀਓ ਦੇ ਸਿਮ ਵਰਤੋ? ਵੈਸੇ ਮੈਂ ਅਜੇ ਤੁਹਾਡੇ ਕੋਲੇ ਸੁਣਿਆ, ਮੈਂ ਦੇਖਿਆ ਨਹੀਂ ਕਿਤੇ, ਨਾ ਕੋਈ ਖਬਰ ਪੜ੍ਹੀ ਹੈ। ਜੇ ਕੀਤਾ ਤੇ ਗਲਤ ਕੀਤਾ। ਹੁਣ ਇਹਨਾਂ ਦੇ ਤਾਂ ਸਾਰੇ ਰੋਕ ਕੇ ਬੈਠੇ ਨੇ ਸਾਡੇ ਪੰਜਾਬ ਦੇ ਅੰਦਰ ਕਿ ਇਹਨਾਂ ਦੇ ਜਿਹੜੇ ਟਾਵਰ ਲੱਗੇ ਹੋ ਆ, ਤੇ ਇਹਨਾਂ ਨੇ ਜੇ ਕੰਮ ਕੀਤਾ ਤੇ ਗਲਤ ਹੈ ਮੇਰੇ ਖਿਆਲ। ਇਹ ਬਿਲਕੁਲ ਇਹ ਨਹੀਂ ਸੀ ਹੋਣਾ ਚਾਹੀਦਾ। ਇਹ ਵੀ ਮਾੜੀ ਗੱਲ, ਇਹ ਵੀ ਅੰਦੋਲਨ ਨੂੰ ਸੱਟ ਮਾਰਨ ਵਾਲੀ ਗੱਲ ਹੈ ਤੇ ਲੋਕਾਂ ਦੇ ਵਿੱਚ ਵਿਰੋਧ ਵਧੂਗਾ ਇਸ ਗੱਲ ਦਾ। ਲੋਕ ਫੇਰ ਉੱਠ ਖੜਨਗੇ, ਕਿਉਂ ਅੱਗੇ ਅਸੀਂ ਖੁਦ ਆਪ ਵੀਡੀਓ ਪਾ ਕੇ ਲੋਕਾਂ ਨੂੰ ਰੋਕਿਆ ਵੀ ਸਾਡੇ ਅੰਦੋਲਨ ਨੂੰ ਸੱਟ ਨਾ ਵੱਜੇ। ਖੁਦ ਮੈਂ ਵੀ ਵੀਡੀਓ ਪਾਈ ਆ ਵੀ ਆਪਣੇ ਅੰਦੋਲਨ ਨੂੰ ਸੱਟ ਨਾ ਵੱਜੇ, ਛੱਡੋ ਖੜਾ ਇਹਨਾਂ ਦਾ ਟਾਵਰਾਂ ਟੂਵਰਾਂ ਦਾ, ਸਾਰੇ ਦਿੱਲੀ ਵੱਲ ਲਿਆਓ, ਆਪਣਾ ਅੰਦੋਲਨ ਇੱਧਰੋਂ ਖਰਾਬ ਨਾ ਹੋਵੇ। ਇਹਨਾਂ ਨੂੰ ਬਾਅਦ 'ਚ ਆਪਾਂ ਸਾਂਭ ਲਾਂਗੇ, ਕੋਈ ਦਿੱਕਤ ਨਹੀਂ ਹੈਗੀ। ਤੇ ਜੇ ਇਹ ਕੰਮ ਹੋਇਆ ਤੇ ਵੈਸੇ ਸਹੀ ਨਹੀਂ ਹੋਇਆ, ਗਲਤੀ ਦੀ ਮੈਂ ਨਿੰਦਾ ਕਰਦਾ। ਪ੍ਰਧਾਨ ਜੀ, ਆਪਾਂ ਅੰਦੋਲਨ ਦੀ ਵੀ ਗੱਲ ਕੀਤੀ, ਪਰ ਪੰਜਾਬ ਵੱਲ ਨੂੰ ਆਉਂਦੇ ਹਾਂ। ਚੋਣਾਂ ਵੀ ਨੇੜੇ ਨੇ 2022 ਦੀਆਂ। ਵਾਅਦੇ ਬੜੇ ਹੋਏ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਕਰਜ਼ਾ ਮਾਫ, ਚਾਹੇ ਉਹ ਪ੍ਰਾਈਵੇਟ ਹੋਵੇ ਜਾਂ ਫਿਰ ਸਰਕਾਰੀ ਕਰਜ਼ਾ ਮਾਫ ਹੋਵੇ। ਹੁਣ ਫਿਰ ਉਹਨਾਂ ਨੇ ਵਾਈਟ ਦੇ ਵਿੱਚ ਰੱਖਿਆ, ਥੋੜਾ ਮੋਟਾ ਰੱਖਿਆ ਉਹਨਾਂ ਨੇ। ਕੀ ਲੱਗਦਾ 2022 ਦੇ ਵਿੱਚ ਘੇਰੋਂਗੇ? ਕਿਉਂਕਿ ਵਾਅਦੇ ਤਾਂ ਪੂਰੇ ਹੋਏ ਨਹੀਂ। ਉਹਨਾਂ ਨੇ ਤਕਰੀਬਨ ਕਿਹਾ ਸੀ ਵੀ ਸਾਰਿਆਂ ਦੇ ਕਰਜ਼ੇ ਮਾਫ ਹੋਣਗੇ। ਹਰ ਵੇਰ ਕਿਸਾਨਾਂ ਨੂੰ ਲੁੱਟਿਆ ਜਾਂਦਾ, ਲਾਰੇ ਲਾ ਕੇ ਵੋਟਾਂ ਲੈ ਜਾਂਦੇ ਨੇ, ਜਥੇਬੰਦੀਆਂ ਵੀ ਚੜ੍ਹ ਜਾਂਦੀਆਂ ਨੇ ਗੱਡੀ। ਮੈਂ ਕਈ ਪ੍ਰਧਾਨਾਂ ਨਾਲ ਇੰਟਰਵਿਊ ਕੀਤੀ, ਤੁਸੀਂ ਨੇ ਵੀ ਦੱਸਿਆ ਵੀ ਮੈਂ ਅਕਾਲੀ ਦਲ ਨਾਲ ਪਹਿਲਾਂ ਤੁਹਾਡੇ ਹੈਗੇ ਸੀ, ਤੁਸੀਂ ਅਹੁਦੇਦਾਰ ਵੀ ਰਹੇ ਹੋ ਅਕਾਲੀ ਦਲ ਦੇ ਵਿੱਚ। ਕੀ ਤੁਸੀਂ ਇਸ ਵੇਰ ਘੇਰੋਂਗੇ ਸਰਕਾਰ ਨੂੰ? ਵੇਖੋ, ਬਿਲਕੁਲ ਅਸੀਂ ਪਹਿਲਾਂ ਉਧਰਲਾ ਨਿਬੇੜ ਲਈਏ। ਮੈਂ ਅੱਗੇ ਵੀ ਇੱਕ ਦਿਨ ਪੁੱਛ ਰਿਹਾ ਸੀ ਮੈਨੂੰ ਚੈਨਲ ਵਾਲਾ ਕੋਈ, ਅੱਜ ਸਭ ਤੋਂ ਵੱਡਾ ਮਸਲਾ ਜਿਹੜਾ ਇਹ ਇੱਕ ਦੇਸ਼ ਨੂੰ, ਪੰਜਾਬ ਨੂੰ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਛੋਟਾ ਦੁਕਾਨਦਾਰ ਸਭ ਨੂੰ ਬਚਾਉਣ ਦੀ ਗੱਲ ਆ। ਸਾਡਾ ਉੱਥੇ ਧਿਆਨ ਜਿਹੜਾ ਲੱਗਾ ਹੋਇਆ, ਪਹਿਲਾਂ ਉਧਰੋਂ ਕਰ ਲਈਏ। ਬਾਕੀ ਹੀ ਪਾਰਟੀ ਨੇ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਤੇ ਉਹਦੇ 'ਚ ਪੂਰੇ ਨਹੀਂ ਉਤਰ ਰਹੇ। ਇਹਨਾਂ ਨੇ ਰੱਖਿਆ ਹੁਣ ਜਿਵੇਂ ਤੁਸੀਂ ਦੱਸਿਆ ਵੀ ਥੋੜਾ ਬਹੁਤਾ ਬਜਟ, ਉਹਦੇ ਵਿੱਚ ਕੀ ਕਰਦੇ ਨੇ? ਵਾਅਦੇ ਇਹੀ ਸਨ ਕਿ ਕਿਸਾਨ ਦਾ ਕਰਜ਼ਾ ਟੋਟਲ ਮਾਫ ਕੀਤਾ ਜਾਊਗਾ, ਉਹਨਾਂ ਦਾ ਸੁਸਾਇਟੀਆਂ ਦਾ ਕੀਤਾ ਜਾਊਗਾ, ਇੱਥੋਂ ਤੱਕ ਵੀ ਕਹਿਤਾ ਹੈ ਕਿ ਆੜਤੀਆਂ ਦਾ ਵੀ ਕੀਤਾ ਜਾਊਗਾ, ਹੈ ਨਾ। ਵਾਅਦਾ ਹੀ ਮੈਂ ਤਾਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਾਂਗੇ ਬਈ ਵਾਅਦੇ ਉਹਨੇ ਕੁ ਕਰੋ ਜਿੰਨੇ ਕੁ ਪੂਰੇ ਕਰ ਲਓ। ਕੀ ਫਾਇਦਾ ਵੱਡੇ ਵੱਡੇ ਵਾਅਦੇ ਕਰ ਦਿੰਦੇ ਹੋ, ਬਾਅਦ 'ਚ ਸਰਕਾਰ ਲੋਕ ਮਗਰ ਚੜੇ ਰਹਿੰਦੇ ਨੇ। ਵਾਅਦਾ ਹੀ ਉਹ ਕਰੋ ਜਿਹਦੇ ਨਾਲ ਤੁਸੀਂ ਖਰੇ ਉਤਰੋ, ਜਿਹਦੇ ਉੱਤੇ ਤੇ ਲੋਕਾਂ ਨੂੰ ਬਾਅਦ 'ਚ ਜਾ ਕੇ ਜਵਾਬ ਦਿਓ। ਇਹ ਗੱਲ ਕਹੋ ਮੈਂ ਨਾ ਵੋਟ ਨਾ ਮੰਗਣੀ ਪਏ, ਮੇਰਾ ਇੱਕ ਵਿਚਾਰ ਆ, ਕੰਮ ਇਹੋ ਜਿਹੇ ਕਰ ਦਿਓ ਤੁਹਾਨੂੰ ਵੋਟ ਮੰਗਣੀ ਨਾ ਪਏ। ਲਓ ਜੀ, ਸਾਨੂੰ ਤੁਸੀਂ 5 ਸਾਲ ਦਿੱਤੇ ਸੀ, ਅਸੀਂ ਆਪਣਾ ਜਿਵੇਂ ਦਾ ਕੰਮ ਸਾਥ ਹੋ ਸਕਿਆ ਅਸੀਂ ਕਰ ਲਿਆ। ਅੱਗੋਂ ਜਿਹਨੂੰ ਤੁਹਾਡਾ ਦਿਲ ਕਰਦਾ ਵੋਟ ਪਾਓ, ਜੇ ਸਾਨੂੰ ਪਾਓਗੇ ਤਾਂ ਅਸੀਂ ਆ ਜਾਵਾਂਗੇ, ਜੇ ਹੋਰ ਕਿਸੇ ਨੂੰ ਪਾਣੀ ਜੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾ ਦਿਓ। ਇਹੋ ਜਿਹਾ ਮਾਹੌਲ ਲੋਕਾਂ ਇਹਨਾਂ ਨੂੰ, ਰਾਜਸੀ ਆਗੂਆਂ ਨੂੰ ਸਿਰਜਣਾ ਚਾਹੀਦਾ ਹੈ, ਤਾਂ ਇਹ ਭਲਾ ਹੋ ਸਕਦਾ ਹੈ। ਵੱਡੇ ਵੱਡੇ ਲਾਰੇ ਲਾ ਕੇ ਇੱਕ ਪਹਿਲਾਂ ਆਉਂਦੇ ਸੀ ਵੀ ਚਲੋ ਉਹਦੇ 'ਚ ਮੈਂ ਜਾਣਾ ਨਹੀਂ ਚਾਹੁੰਦਾ, ਉਹ ਵਿੱਚ ਜਿਗਰ ਆ ਜਾਂਦਾ ਕਿਸੇ ਜਥੇਬੰਦੀ ਦਾ। ਤੇ ਇਸ ਕਰਕੇ ਇਹਨਾਂ ਨੂੰ ਵੱਡੇ ਵੱਡੇ ਲਾਰੇ ਨਹੀਂ ਲਾਉਣੇ ਚਾਹੀਦੇ। ਉਹਦੇ ਨਾਲ ਕੁਝ ਲੋਕਾਂ ਨੂੰ ਵੀ ਅਪੀਲ ਜ਼ਰੂਰ ਕਰਾਂਗੇ ਤੁਹਾਡੇ ਚੈਨਲ ਦੇ ਰਾਹੀਂ ਵੀ ਪੈਸੇ ਦੇ ਚੱਕਰ 'ਚ, ਕਿਸੇ ਨਸ਼ੇ ਦੇ ਚੱਕਰ 'ਚ ਵੋਟ ਨਹੀਂ ਪਾਉਣੀ ਚਾਹੀਦੀ। ਵੋਟ ਦੀ ਕੀਮਤ ਵੇਖੋ ਕੀ ਹੈ ਤੁਹਾਡੀ ਦੀ। ਇਸ ਵੋਟ ਨੇ ਆਪਣੇ ਦੇਸ਼ ਦੀ ਦਿਸ਼ਾ ਬਦਲਣੀ ਹੁੰਦੀ ਹੈ, ਠੀਕ ਹੈ ਜੀ। ਤੇ ਇਸ ਕਰਕੇ ਵੋਟ ਪਾਉਣ ਲੱਗਿਆ ਜ਼ਰੂਰ ਸੋਚੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਾਓ ਉਹਨੂੰ, ਔਰ ਪਾਉਂਦਾ ਵੀ ਉਹਨੂੰ ਹੀ ਬੰਦਾ ਜਿਹੜਾ ਚੰਗਾ ਲੱਗਦਾ। ਲਾਲਚ 'ਚ ਆ ਕੇ ਵੋਟ ਨਾ ਪਾਓ, ਨਿਰਪੱਖ ਹੋ ਕੇ ਆਪਣੀ ਸੋਚ ਦੇ ਮੁਤਾਬਕ ਵੋਟ ਪਾਓ। ਜੇਕਰ ਆਪਣਾ ਭਲਾ, ਆਪਣੇ ਪਰਿਵਾਰ ਦਾ ਭਲਾ, ਆਪਣੇ ਬੱਚਿਆਂ ਦਾ ਭਲਾ, ਆਪਣੇ ਦੇਸ਼ ਦਾ ਭਲਾ ਤੇ ਆਪਣੀ ਸਟੇਟ ਦਾ ਭਲਾ ਆਪਾਂ ਚਾਹੁੰਦੇ ਆ, ਇਸ ਢੰਗ ਨਾਲ ਵੋਟ ਕਰੋ। ਨਸ਼ੇ ਦੇ ਲਾਲਚ 'ਚ ਜਾਂ ਪੈਸੇ ਥੋੜ੍ਹੇ ਕਰਨੇ ਦੇ ਲਾਲਚ 'ਚ ਵੋਟ ਨਹੀਂ ਪਾਉਣੀ ਚਾਹੀਦੀ। ਤੇ ਰਾਜਸੀ ਪਾਰਟੀਆਂ ਨੂੰ ਜਿਹੜੇ ਲਾਰੇ ਨੇ ਇਹ ਉੱਥੋਂ ਤੱਕ ਹੀ ਸੀਮਿਤ ਰੱਖਣੇ ਚਾਹੀਦੇ ਨੇ ਜਿੰਨੇ ਕੋਈ ਪੂਰੇ ਕਰ ਸਕਣ। ਤੇ ਇੱਕ ਇਹਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਚੋਣ ਮੈਨੀਫੈਸਟੋ ਨੂੰ। ਉਹਨੂੰ ਜੇ ਕਾਨੂੰਨੀ ਮਾਨਤਾ ਹੋਵੇ ਵੀ ਜਿਹੜਾ ਆਪਣਾ ਚੋਣ ਮੈਨੀਫੈਸਟੋ ਪੂਰਾ ਨਹੀਂ ਕਰਦਾ ਤੇ ਪਿੱਛੇ ਹਟਦਾ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੋਵੇ, ਫਿਰ ਸ਼ਾਇਦ ਹੋ ਸਕਦਾ ਲੋਕ ਸਹੀ ਢੰਗ ਨਾਲ ਆਪਣੇ ਨਾਲ ਕਰਨਗੇ, ਲਾਰੇ ਲਾਉਣਗੇ ਲੋਕਾਂ ਨੂੰ। ਸਬਸਿਡੀਆਂ 'ਚ ਫਸਾ ਲੈਂਦੇ ਨੇ, ਸਬਸਿਡੀਆਂ ਨਾਲ ਦੇਸ਼ ਦਾ ਵੀ ਹਾਲ ਬਹੁਤ ਮਾੜਾ ਹੋ ਰਿਹਾ। ਵੇਖੋ ਕਈ ਗੱਲਾਂ ਨੇ ਜਿਹੜੀਆਂ ਇੱਥੋਂ ਮੈਂ ਸਟੇਜ ਤੋਂ ਕਹਾਂਗਾ ਮੈਨੂੰ ਉੱਥੇ ਗਲੋਂ ਫੜਨ ਵਾਲੇ ਹੋ ਜਾਣਗੇ ਲੋਕ, ਠੀਕ ਹੈ ਨਾ। ਪਰ ਕਾਰਨ ਇਹ ਆ ਦੇਸ਼ ਦੀ ਜਿਹੜੀ ਦਿਸ਼ਾ ਬਹੁਤ ਮਾੜੀ, ਦੇਸ਼ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ, ਪਰ ਕਰਤੇ ਨੇ ਰਾਜਸੀ ਪਾਰਟੀਆਂ ਨੇ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਤੁਹਾਨੂੰ। ਇੱਕ ਦੇਸ਼ ਹੈ, ਕਾਨੂੰਨ ਅਲੱਗ-ਅਲੱਗ ਨੇ ਸਾਰਿਆਂ ਵਾਸਤੇ। ਇੱਕ ਪਿੰਡ ਦੀ ਜਿਹੜੀ ਕੋਈ ਔਰਤ ਆ,
ਉਹ ਵਿਧਵਾ ਹੋ ਗਈ, ਉਹਨੂੰ ਵਿਧਵਾ ਪੈਨਸ਼ਨ ਲੱਗ ਜਾਂਦੀ। ਉਹ ਅਗਾਂਹ ਸੋਚਦੀ ਜਾ ਕੇ ਜਦੋਂ ਬਿਰਧ 'ਚ ਗਈ 60 ਸਾਲ ਤੋਂ ਉੱਪਰ, ਉਹ ਸੋਚਦੇ ਨੇ ਵੀ ਆਪਾਂ ਪੈਨਸ਼ਨ ਦੂਜੀ ਵੀ ਲਵਾ ਲਈਏ, ਫਿਰ 2 ਲੱਗ ਜਾਣਗੀਆਂ। ਲਾਲਚ ਕਰਦੇ ਨਾ ਵੀ 2 ਲੱਗ ਜਾਣਗੀਆਂ, ਪਰ ਉਹਨੂੰ ਇਹ ਗੱਲ ਕਹੀ ਜਾਂਦੀ ਅੱਗੋਂ ਦਫ਼ਤਰਾਂ 'ਚ, ਨਾ ਜੀ ਤੁਹਾਨੂੰ ਪੈਨਸ਼ਨ ਇੱਕ ਮਿਲੂਗੀ, ਚਾਹੇ ਉਹ ਲੈ ਲਓ ਚਾਹੇ ਇਹ ਲੈ ਲਓ। ਤੇ ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਲਓ, ਮੇਰੀ ਕੱਲ ਵੀ ਗੱਲ ਹੋ ਰਹੀ ਸੀ, ਉਹਨੂੰ 5 ਪੈਨਸ਼ਨਾਂ ਮਿਲ ਰਹੀਆਂ ਨੇ। ਸਾਰੀਆਂ ਪੈਨਸ਼ਨਾਂ ਇਹਨਾਂ ਦੀ ਬੰਦ ਹੋਣੀਆਂ ਚਾਹੀਦੀਆਂ ਨੇ, ਜਿਹੜਾ ਮਰਜ਼ੀ ਹੋਵੇ, ਜਿੰਨੇ ਰਾਜਸੀ ਆਗੂ ਨੇ, ਚਾਹੇ MP ਹੈ ਚਾਹੇ MLA, ਨਾ ਇਹਨਾਂ ਦੀ ਤਨਖਾਹ ਨਹੀਂ ਹੋਣੀ, ਇਹਨਾਂ ਨੂੰ ਤੇਲ ਮਿਲਣਾ ਚਾਹੀਦਾ ਕੱਲਾ। ਜੇ ਦੇਸ਼ ਬਚਾਉਣਾ ਇਹਨਾਂ ਨੇ ਤੇ ਕੱਲਾ ਤੇਲ ਹੋਣਾ ਚਾਹੀਦਾ। ਇਹ ਤੇ ਇੰਨੇ ਖਰਚੇ ਨੇ, ਲੁੱਟ ਕੇ ਖਾਈਏ ਗਏ ਨੇ ਦੇਸ਼ ਨੂੰ ਲੁੱਟ ਕੇ ਖਾ ਕੇ। ਬਾਦਲ ਸਾਹਿਬ 5 ਪੈਨਸ਼ਨਾਂ ਲੈ ਰਹੇ ਨੇ, ਦੱਸੋ ਕਈ ਮਾਰਦੇ ਨੇ। ਲੋਕਾਂ ਨੇ ਵੋਟਾਂ ਪਾਈਆਂ, ਲੋਕਾਂ ਨੇ ਵੋਟਾਂ ਪਾ ਕੇ ਬਿਠਾਤਾ ਰਾਜਗੱਦੀ ਤੇ, ਹਨਾ, ਤੇ ਰਾਜਗੱਦੀ ਤੇ ਬਹਿ ਕੇ ਨਾਲੇ ਉਹਨਾਂ ਨੇ 5-6 ਵਾਰ ਮੁੱਖ ਮੰਤਰੀ ਬਣੇ ਨੇ। ਤੇ ਵੇਖੋ ਪ੍ਰਾਪਰਟੀਆਂ ਦੀ ਤੇ ਆਪਾਂ ਗੱਲ ਹੀ ਛੱਡ ਦੇਣਾ, ਜੋ ਬਣ ਗਿਆ ਖਸਮਾਂ ਦਾ ਸਿਰ ਖਾ, ਜੋ ਹੋ ਗਿਆ ਉਧਰ ਨਹੀਂ ਮੈਂ ਜਾਣਾ ਚਾਹੁੰਦਾ। ਵੀ ਇੰਨੀਆਂ ਪੈਨਸ਼ਨਾਂ ਕਿਹੜੀ ਗੱਲ ਤੋਂ ਲੈ ਰਹੇ ਨੇ, ਕਾਰਨ ਕੀ ਇਹਦਾ? ਦੇਸ਼ ਕੋਲ ਕਿੰਨਾ ਕੁ ਸਰਮਾਇਆ, ਦੇਸ਼ ਤਾਂ ਡੁੱਬਿਆ ਪਿਆ। ਇਸ ਕਰਕੇ ਚਾਹੇ ਹੋਵੇ ਬਾਦਲ, ਚਾਹੇ ਭੱਠਲ ਆ, ਚਾਹੇ ਬਰਾੜ ਸਾਹਿਬ ਰਹੇ ਨੇ ਪਹਿਲਾਂ ਮੁੱਖ ਮੰਤਰੀ, ਚਾਹੇ ਹੁਣ CM ਸਾਹਿਬ ਨੇ ਮੌਕੇ ਦੇ, ਕੋਈ ਵੀ ਹੋਵੇ, ਮੈਂ ਕਹਿੰਦਾ ਇਹਨਾਂ ਨੂੰ ਪੈਨਸ਼ਨਾਂ ਸਾਰੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਸੀਮਤ ਤਨਖਾਹ ਹੋਣੀ ਚਾਹੀਦੀ ਹੈ। ਸੀਮਤ ਤਨਖਾਹ, ਠੀਕ ਹੈ ਕਿ ਨਹੀਂ? ਬਾਹਰਲੀਆਂ ਕੰਟਰੀਆਂ ਵਾਂਗੂ ਫਿਰ ਇੰਨੀਆਂ ਤੀਆਂ ਗੱਡੀਆਂ ਨਾਲ ਗਾਰਦਾਂ, ਦੇਸ਼ ਦਾ ਬੇੜਾ ਗਰ ਕਰਤੇ ਰੱਖਤਾ ਰਾਜਸੀ ਲੋਕਾਂ ਨੇ। ਥੋੜਾ ਜਿਹਾ ਇਹ ਗੱਲ ਵੇਖ ਕੇ ਚੱਲਣਾ ਪਊਗਾ। ਪ੍ਰਧਾਨ ਜੀ, ਲਾਸਟ ਸਵਾਲ ਹੈ, ਕਿਵੇਂ ਜਿੱਤੋਗੇ ਅੰਦੋਲਨ? ਕਿਸ ਤਰ੍ਹਾਂ ਜਿੱਤਿਆ ਜਾਵੇਗਾ? ਹੁਣ ਤਾਂ ਜਥੇਬੰਦੀਆਂ ਦੇ ਪ੍ਰਧਾਨ ਇਹ ਕਹਿਣ ਲੱਗ ਗਏ ਵੀ ਜੇਕਰ ਅਸੀਂ ਅੰਦੋਲਨ ਜਿੱਤਾਂਗੇ ਤਾਂ ਹੀ ਵਾਪਸ ਮੁੜਾਂਗੇ, ਨੇ ਸਾਡੀਆਂ ਜਿਹੜੀਆਂ ਦਿੱਲੀ ਤੋਂ ਡੈੱਡ ਬੋਡੀਆਂ ਵਾਪਸ ਆਉਣਗੀਆਂ ਪੰਜਾਬ ਦੇ ਲੀਡਰਾਂ ਦੇ, ਕਈਆਂ ਦੇ ਬਿਆਨ ਨੇ ਇਹ ਜਥੇਬੰਦੀਆਂ ਦੇ ਪ੍ਰਧਾਨ ਨੇ। ਕਿਸ ਤਰ੍ਹਾਂ ਅੰਦੋਲਨ ਜਿੱਤੋਗੇ? ਨਹੀਂ, ਜਿੱਤ ਕੇ ਆਵਾਂਗੇ, ਐਡਾ ਘਬਰਾਓ ਨਾ ਤੁਸੀਂ। ਇਹ ਜੇ ਤਾਂ ਨਹੀਂ ਜਿੱਤਦੇ ਤੇ ਵਾਕਈ ਡੈੱਡ ਬੋਡੀਆਂ ਵਾਲੀ ਗੱਲ ਆ, ਠੀਕ ਹੈ ਨਾ, ਦੇਸ਼ ਵੜਨਾ ਮੁਸ਼ਕਲ ਆ। ਲੇਕਿਨ ਇਹ ਗੱਲ ਹੈ ਵੀ ਜਿੱਤ ਕੇ ਆਵਾਂਗੇ। ਇਹ ਕੌਮ ਐਡੀ, ਵੇਖੋ ਇਹ ਅੰਦੋਲਨ ਇਹ ਸਾਰੀ ਦੁਨੀਆ ਦਾ ਬਣ ਚੁੱਕਿਆ ਇਸ ਟਾਈਮ, ਹਨਾ। ਮੈਂ ਕਹਿਣ ਲੱਗਾ ਇਹ ਵੀ ਇਹ ਕੌਮ ਨਹੀਂ ਏਡੀ ਛੇਤੀ, ਪਰ ਇਹ ਪੰਜਾਬ 'ਚ ਉੱਠਿਆ ਅੰਦੋਲਨ ਆ। ਏਡੀ ਛੇਤੀ ਇਹ ਡਰਨ ਵਾਲੇ ਲੋਕ ਨਹੀਂ, ਏਡੀ ਛੇਤੀ ਇਹ ਮਰਨ ਵਾਲੇ ਲੋਕ ਨਹੀਂ, ਠੀਕ ਆ। ਅੰਦੋਲਨ ਜਿੱਤਾਂਗੇ, ਉਹ ਦਿਨ ਦੂਰ ਨਹੀਂ ਜਿੱਦਣ ਖੁਦ ਭਾਜਪਾ ਜਿਹੜੀ ਅੱਜ ਅੜੀ ਬੈਠੀ ਵੀ ਸਾਨੂੰ ਉਹ ਮੀਟਿੰਗ ਦਾ ਸਮਾਂ ਨਹੀਂ ਦੇ ਰਹੀ, ਖੁਦ ਉਹਨੂੰ ਆਪ ਨੂੰ ਬੁਲਾਉਣਾ ਪੈਣਾ, ਉਹਨੂੰ ਇੰਨਾ ਮਜਬੂਰ ਕਰ ਦੇਵਾਂਗੇ ਅਸੀਂ ਬਈ ਇਹ ਕਾਨੂੰਨ ਤੇਰੇ ਤੋਂ ਗਲਤ ਬਣੇ ਨੇ। ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਤੋਮਰ ਸਾਹਿਬ ਇਹ ਗੱਲ ਕਹਿ ਰਹੇ ਨੇ ਬਈ ਇਹ ਕਾਨੂੰਨ ਅਸੀਂ ਸੰਸ਼ੋਧਨ ਕਰ ਦਿੰਦੇ ਹਾਂ, ਪਰ ਇਹਦੀ ਇਹ ਗੱਲ ਨਹੀਂ ਕਿ ਇਹ ਕਾਨੂੰਨ ਗਲਤ ਬਣੇ ਨੇ। ਜੇ ਗਲਤ ਨਹੀਂ ਬਣੇ ਤਾਂ ਸੰਸ਼ੋਧਨ ਦੀ ਕੀ ਲੋੜ ਆ? ਇਹ ਪਹਿਲਾਂ ਵੀ ਸਮਝਾਉਂਦੇ ਰਹੇ ਨੇ ਲੋਕਾਂ ਨੂੰ, ਜਦੋਂ ਸਾਡੇ ਨਾਲ ਬਹਿ ਕੇ ਗੱਲਾਂ ਟੇਬਲ ਤੇ ਹੋਈਆਂ ਨੇ ਉਦੋਂ ਮੰਨੇ ਨੇ ਵੀ ਠੀਕ ਹੈ ਤੇ ਗਲਤੀਆਂ ਨੇ, ਤਾਂ ਹੀ ਇਹਨਾਂ ਨੇ ਸੰਸ਼ੋਧਨ ਦੀ ਗੱਲ ਕੀਤੀ ਹੈ ਨਾ। ਚਲੋ ਮੈਂ ਤਾਂ ਕਈ ਵਾਰ ਇਹ ਗੱਲ ਕਹੀ ਕਿ ਅਸੀਂ ਜਿੱਦ 'ਚ ਨਹੀਂ ਪੈਣਾ ਚਾਹੁੰਦੇ। ਸਾਡਾ ਮਕਸਦ ਹੀ ਨਹੀਂ ਹੈਗਾ ਕਿ ਸਰਕਾਰ ਨੂੰ ਅਸੀਂ ਕਹਿ ਦਈਏ ਇਹਨੂੰ ਨਵਾਤਾ, ਇਹਨੂੰ ਦਬਾਤਾ, ਇਹਨੂੰ ਇਹ ਕਰਤਾ। ਮੈਂ ਕਹਿੰਦਾ ਵੀ ਦੋ ਹੀ ਤੇਰੀ ਗੱਲ ਹੁੰਦੀ ਹੈ, ਜਦੋਂ ਉਦੋਂ ਮੰਨਣੀ ਪੈਂਦੀ ਹੈ, ਹਨਾ। ਜੇ ਮੰਨੂਗੀ ਸਰਕਾਰ ਤੇ ਸਰਕਾਰ ਦੀ ਸਾਨੂੰ ਵੀ ਮੰਨਣੀ ਪਊਗੀ। ਮੈਂ ਕਿਸੇ ਗੱਲ ਤੋਂ ਝਿਜਕ ਨਹੀਂ ਰੱਖਦਾ। ਕੋਈ ਵੀ ਸਮਝੌਤਾ ਹੋਣ ਲੱਗਿਆ ਪਿੰਡਾਂ ਵਿੱਚ ਅਸੀਂ ਆਮ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਰਹਿੰਦੇ ਹਾਂ ਇਹਨਾਂ ਪੰਚਾਇਤਾਂ ਦੇ ਵਿੱਚ ਹੀ, ਹਨਾ। ਉੱਥੇ ਵੀ ਸਾਨੂੰ ਮਾੜਾ ਮੋਟਾ ਕਰਨਾ ਪੈਂਦਾ। ਇਸ ਕਰਕੇ ਸਮਝੌਤਾ ਜਿਹੜਾ ਹੋਣ ਲੱਗਿਆ, ਜਦੋਂ ਬਹਿਨੇ ਆਪਾਂ ਉਦੋਂ ਕਈ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ ਨੇ। ਜਿਵੇਂ ਸਾਡੀਆਂ ਮੰਗਾਂ ਨੇ ਕਈ, ਉਹਨਾਂ ਵਿੱਚੋਂ ਕੋਈ ਛੱਡੀ ਜਾ ਸਕਦੀ ਹੈ। ਸਰਕਾਰ ਨੂੰ ਅੱਗੇ ਆਉਣਾ ਪਊਗਾ ਵੀ ਇਹ ਕਾਨੂੰਨ ਗਲਤ ਪੈ ਗਏ ਨੇ, ਅਸੀਂ ਰੱਦ ਕਰਦੇ ਨੇ, ਆਹ ਤੁਸੀਂ ਛੱਡ ਦਿਓ, ਠੀਕ ਹੈ ਕਿ ਨਹੀਂ। ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਕਿ ਸਰਕਾਰ ਪੰਜਾਬ ਦਾ ਕਰਜ਼ਾ ਮਾਫ ਕਰੇ, ਸਾਰੇ ਦੇਸ਼ ਦਾ ਕਰਜ਼ਾ ਮਾਫ ਕਰੇ, ਹੈ ਕਿ ਨਹੀਂ। ਇਸ ਤਰ੍ਹਾਂ ਕਰਕੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ। ਬਹੁਤ ਵੱਡੀਆਂ ਮੰਗਾਂ ਨੇ। ਇੱਕ ਕ੍ਰਿਸ਼ੀ ਕਾਨੂੰਨ ਬਣਾਇਆ ਜਾਵੇ, ਜਿਸ ਤੋਂ ਬਗੈਰ ਸਾਡਾ ਦੇਸ਼ ਗਰਕਦਾ ਜਾਂਦਾ। ਕ੍ਰਿਸ਼ੀ ਕਾਨੂੰਨ ਕਿਉਂ ਨਹੀਂ ਸਰਕਾਰ ਬਣਾਉਂਦੀ? ਸਰਕਾਰ ਇਹਨਾਂ ਏਰੀਏ ਨੂੰ ਡਿਵਾਈਡ ਕਿਉਂ ਨਹੀਂ ਕਰਦੀ? ਇਹੋ ਜਿਹਾ ਪ੍ਰੋਗਰਾਮ ਲਿਖਣ ਜਿਹਦੇ ਨਾਲ ਬਿਜਲੀ ਬਚੇ, ਪਾਣੀ ਬਚੇ, ਕਿਸਾਨੀ ਬਚੇ ਤੇ ਸਾਰਾ ਦੇਸ਼ ਬਚੇ। ਲਾਸਟ ਸਵਾਲ, ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਪੰਜਾਬ ਆਵੋਗੇ, ਚੋਣਾਂ ਵੀ ਨੇੜੇ ਨੇ, ਜਿਵੇਂ ਤੁਸੀਂ ਪਹਿਲਾਂ ਅਕਾਲੀ ਦਲ ਦੀ ਗੱਡੀ ਚੜ੍ਹੇ ਹੋਏ ਸੀ ਉਹਨਾਂ ਲਈ, ਐਤਕੀ ਕਿਸੇ ਪਾਰਟੀ ਦੀ ਗੱਡੀ ਚੜ੍ਹੋਗੇ ਜਾਂ ਫਿਰ ਕਿਸਾਨੀ ਦੇ ਹੱਕ ਦੇ ਵਿੱਚ ਲੀਡਰਾਂ ਨੂੰ ਸਵਾਲ ਪੁੱਛੋਗੇ ਵੀ ਕੀ ਕਰਿਆ ਤੁਸੀਂ ਇੰਨੇ ਸਾਲਾਂ 'ਚ ਲੁੱਟਿਆ ਸਾਨੂੰ? ਨਹੀਂ, ਸਾਡਾ ਕੋਈ ਇਰਾਦਾ ਨਹੀਂ ਇਲੈਕਸ਼ਨ ਲੜਨ ਦਾ। ਮੈਂ ਸਟੇਜਾਂ ਤੋਂ ਵੀ ਕਈ ਵਾਰ ਗੱਲ ਕਹਿ ਚੁੱਕਿਆ ਵੀ ਸਾਡਾ ਕੋਈ ਇਰਾਦਾ ਨਹੀਂ ਇਲੈਕਸ਼ਨ ਲੜਨ ਦਾ। ਅਸੀਂ ਤਾਂ ਇੱਕ ਅੰਦੋਲਨਕਾਰੀ ਬਣ ਕੇ, ਪਹਿਲਾਂ ਰਾਜਸੀ ਜੀਵਨ ਬੜਾ ਲੰਬਾ ਜੀ ਲਿਆ ਸੀ, ਹੈ ਨਾ। ਅੰਦੋਲਨਕਾਰੀ ਬਣ ਕੇ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਇਹਨਾਂ ਲਾਗੂਆਂ ਤੋਂ ਕੋਲੋਂ ਸੁਲਝਾਉਂਦੇ ਰਹਾਂਗੇ। ਇਹ ਸੋਚ ਹੈ ਮੇਰੀ ਮਨ ਦੀ ਵੀ ਅਸੀਂ ਇਸੇ ਢੰਗ ਨਾਲ ਅੰਦੋਲਨਕਾਰੀ ਬਣ ਕੇ, ਜਿੱਥੇ ਕਿਸੇ ਨਾਲ ਧੱਕਾ ਹੋਊਗਾ ਉਹਦੇ ਨਾਲ ਖੜ ਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰਾਂ ਤੋਂ ਮਨਾਉਂਦੇ ਰਹਾਂਗੇ। ਆਵਾਜ਼ ਜਿਹੜੀ ਸਰਕਾਰ ਦੇ ਖਿਲਾਫ ਚੁੱਕਦੇ ਰਹਾ ਕਰਾਂਗੇ। ਇਹੀ ਮੇਰਾ ਇਰਾਦਾ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਮਿਹਰਬਾਨੀ ਜੀ। ਇਹ ਸਨ ਭਾਰਤੀ ਏਕਤਾ ਮੰਚ ਦੇ ਪ੍ਰਧਾਨ ਸੀ ਬੂਟਾ ਸਿੰਘ ਸਾਦੀਪੁਰ ਹੁਣੀ। ਸਪਸ਼ਟ ਜਵਾਬ ਦਿੱਤੇ ਨੇ ਗੱਲਾਂ ਦੇ ਇਹਨਾਂ ਨੇ। ਜੋ ਦਿੱਲੀ ਦੇ ਵਿੱਚ ਕਿਸਾਨੀ ਮੋਰਚਾ ਚੱਲ ਰਿਹਾ ਹੈ, ਜੋ ਲੱਖਾ ਸਦਾਣਾ ਦੇ ਬਾਰੇ ਵੀ ਨੌਜਵਾਨ ਪੁੱਛ ਰਹੇ ਸੀ ਕਿ ਜਥੇਬੰਦੀਆਂ ਕੀ ਕਹਿੰਦੀਆਂ ਨੇ, ਇਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਲੱਖਾ ਸਦਾਣਾ ਨੇ ਕਿਸਾਨੀ ਅੰਦੋਲਨ ਨੂੰ ਭੋਰਾ ਵੀ ਨੁਕਸਾਨ ਨਹੀਂ ਪਹੁੰਚਾਇਆ।
ਇਹਨਾਂ ਨੇ ਕਿਹਾ ਵੀ ਏਸੀ ਵੀ ਉਹਨਾਂ ਨਾਲ ਆ, ਸਵਾਲ ਵੀ ਪੁੱਛਣਗੇ ਜੋ ਵਕੀਲਾਂ ਦਾ ਪੈਨਲ ਕੰਮ ਕਰ ਰਿਹਾ ਕਿਸਾਨ ਸੰਯੁਕਤ ਮੋਰਚੇ ਦਾ, ਵੀ ਕਿਉਂ ਨਹੀਂ ਤੁਸੀਂ ਉਹਨੂੰ ਇੱਕ ਪਾਸੇ ਕਿਉਂ ਛੱਡਿਆ ਏ। ਹੋਰ ਵੀ ਇਹਨਾਂ ਨੇ ਸਪਸ਼ਟ ਜਵਾਬ ਦਿੱਤੇ ਨੇ। ਲਗਾਤਾਰ ਤੁਸੀਂ ਗਲੋਬਲ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇਹਨਾਂ ਨੇ ਇੱਕ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।